ਹੈਲੋ एंड वेलकम टू अरेस अकेडमी ऑफिशियल। सत श्री अकाल साਰਿਆਂ ਨੂੰ ਨਮਸਤੇ ਦਾ ਮੇਰਾ ਨਾਮ ਹੈ ਫਨਕਾਰ ਤੇ ਅਰੇਸ ਅਕੈਡਮੀ ऑफिशियल ਤੇ ਤੁਹਾਡਾ ਸਵਾਗਤ ਹੈ। ਸੋ ਨੈਬ ਤਹਿਸੀਲਦਾਰ ਦਾ ਪੇਪਰ ਆ ਤੁਹਾਨੂੰ ਪਤਾ ਨੈਕਸਟ ਵੀਕ ਐਂਡ ਐਸਆਈ ਦਾ ਐਗਜ਼ਾਮ ਵੀ ਜਿਹੜਾ ਕਿ ਜਲਦੀ ਹੀ ਹੋ ਸਕਦਾ। ਸੋ ਜੇਕਰ ਤੁਸੀਂ ਨੈਬ ਦੀ ਤਿਆਰੀ ਕਰਦੇ ਹੋ ਤਾਂ ਤੁਹਾਨੂੰ ਕੁਆਂਟ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਮੈਂ ਆਲਰੇਡੀ ਬਹੁਤ ਸਾਰੇ ਸੈਸ਼ਨ ਕੁਆਂਟ ਦੇ ਆਪਣੀ ਜਿਹੜੀ YouTube ਤੇ ਯਾਨੀ ਕਿ ਲਏ ਹੋਏ ਆ। ਆਪਣੀ ਐਪਲੀਕੇਸ਼ਨ ਇੰਸਟਾਲ ਕਰ ਸਕਦੇ ਹੋ, ਕੰਪਲੀਟ ਮੈਥ ਵੀ ਕਰ ਸਕਦੇ ਹੋ। ਹਾਲਾਂਕਿ ਹੁਣ ਤਾਂ ਤੁਸੀਂ ਜਸਟ ਰਿਵੀਜ਼ਨ ਕਰਦੇ ਹੋ, ਬਟ ਹਾਂ ਜੇਕਰ ਕੋਈ ਫਰਦਰ ਐਗਜ਼ਾਮ ਦੇਣਾ ਤਾਂ ਤੁਸੀਂ ਐਪਲੀਕੇਸ਼ਨ ਇੰਸਟਾਲ ਕਰਕੇ ਸਾਰਾ ਕੁਝ ਦੇਖ ਸਕਦੇ ਹੋ। ਬਟ ਹਾਂ ਰਿਵੀਜ਼ਨ ਪਰਪਸ ਤੋਂ ਮੈਂ ਪਹਿਲਾਂ ਆਲਰੇਡੀ GS ਦੇ ਮੈਗਾ ਸੈਸ਼ਨ ਵੀ ਲਗਾ ਚੁੱਕਿਆ ਐਂਡ ਅੱਜ ਆਪਾਂ ਮੈਥ ਦੇ ਬਹੁਤ ਸੋਹਣੇ ਕੁਐਸਚਨ ਹੈ ਜਿਹੜੇ ਕਿ ਔਖੇ ਸੌਖੇ ਕਿਵੇਂ ਤੁਸੀਂ ਉਹਨਾਂ ਨੂੰ ਹੈਂਡਲ ਕਰ ਸਕਦੇ ਹੋ, ਕਿਵੇਂ ਉਸ ਨੂੰ ਸੋਲਵ ਕਰ ਸਕਦੇ ਹੋ, ਇਹ ਤੁਸੀਂ ਅੱਜ ਦੀ ਵੀਡੀਓ ਦੇ ਵਿੱਚ ਸਿੱਖੋਗੇ। ਬਾਕੀ ਪਲੇਲਿਸਟ ਦੇ ਵਿੱਚ ਜਾ ਕੇ ਬਹੁਤ ਸਾਰੇ ਹੋਰ ਲੈਕਚਰ ਵੀ ਹੈਗੇ ਆ, ਤੁਸੀਂ ਸਾਰੇ ਲੈਕਚਰ ਧਿਆਨ ਦੇ ਨਾਲ ਦੇਖ ਸਕਦੇ ਹੋ। ਚਲੋ ਖੈਰ, ਤਾਂ ਹੁਣ ਨਵੇਂ ਪੁਰਾਣੇ ਜਵਾਕ ਸਾਰੇ ਮੈਥ ਦੇ ਕੁਐਸਚਨ ਤੁਸੀਂ ਕਰਨੇ ਆ। ਕਾਪੀ ਪੈਨ ਚੱਕ ਲਓ, ਪਹਿਲਾਂ ਆਪ ਸੋਲਵ ਕਰਨ ਦੀ ਕੋਸ਼ਿਸ਼ ਕਰਿਓ, ਉਸ ਤੋਂ ਬਾਅਦ ਮੇਰਾ ਤਰੀਕਾ ਦੇਖਿਓ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡਾ ਤਰੀਕਾ ਤੇ ਆਪਣੇ ਤਰੀਕੇ 'ਚ ਫਰਕ ਕੀ ਹੈ ਐਂਡ ਜਿਹੜਾ ਬੈਸਟ ਲੱਗਿਆ ਤੁਸੀਂ ਉਸ ਤਰੀਕੇ ਦੇ ਨਾਲ ਸੋਲਵ ਕਰਨਾਗਾ। ਚਲੋ ਖੈਰ, ਤਾਂ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਭਾਈ ਪਹਿਲਾ ਕੁਐਸਚਨ ਹੈਗਾ, ਕਹਿੰਦਾ ਤਿੰਨ ਸੰਖਿਆਵਾਂ AP ਵਿੱਚ ਇਸ ਤਰ੍ਹਾਂ ਹਨ ਕਿ ਉਹਨਾਂ ਦਾ ਜੋੜ ਜਿਹੜਾ 24 ਹੈ ਤੇ ਉਹਨਾਂ ਦੇ ਵਰਗਾਂ ਦਾ ਜੋੜ ਜਿਹੜਾ 224 ਹੈ। AP ਦਾ ਪਹਿਲਾ ਜਿਹੜਾ ਸ਼ਬਦ ਹੈ ਯਾਨੀ ਕਿ ਜਿਹੜਾ ਪਤਾ ਕਰੋ, ਯਾਨੀ ਕਹਿਣ ਦਾ ਮਤਲਬ ਕੀ ਹੈ ਕਿ ਜਿਹੜਾ ਪਹਿਲਾ ਅੱਖਰ ਹੈ ਉਹ ਪਤਾ ਕਰਨਾ ਆਪਾਂ। AP ਸੀਰੀਜ਼ ਕੀ ਹੁੰਦੀ ਹੈ ਤੁਹਾਨੂੰ ਪਤਾ, ਅਰਿਥਮੈਟਿਕ ਪ੍ਰੋਗਰੈਸ਼ਨ ਜਿਹਨੂੰ ਆਪਾਂ ਕਹਿੰਦੇ ਆ, ਲਗਾਤਾਰ ਸੰਖਿਆਵਾਂ ਜਿਨ੍ਹਾਂ ਦੇ ਵਿੱਚ ਡਿਫਰੈਂਸ ਸੇਮ ਹੋਵੇ। ਜੇ ਮੈਂ ਕਹਾਂ ਕਿ 1 2 3 4 ਤਾਂ ਲਗਾਤਾਰ ਸੰਖਿਆਵਾਂ ਜਿਨ੍ਹਾਂ ਦੇ ਵਿੱਚ ਡਿਫਰੈਂਸ ਇੱਕ ਇੱਕ ਦਾ, ਰਾਈਟ ਹੈ। ਇਹਨੂੰ ਮੈਂ 4 3 2 1 ਵੀ ਕਹਿ ਸਕਦਾ, ਰਾਈਟ ਹੈ। ਯਾਨੀ ਕਿ ਡਿਫਰੈਂਸ ਤਾਂ ਇੱਕ ਦਾ ਹੀ ਆ ਰਿਹਾ ਹੈ, ਇਸ ਤੋਂ ਬਾਅਦ 0 ਫਿਰ -1, ਇਹ ਵੀ AP ਸੀਰੀਜ਼ ਹੀ ਆ। ਯਾਨੀ ਕੋਈ ਜ਼ਰੂਰੀ ਨਹੀਂ ਕਿ ਇੱਕ ਇੱਕ ਦਾ ਹੀ ਫਰਕ ਹੋਵੇ, 2 4 6 8 10, 2 2 ਦਾ ਫਰਕ ਵੀ ਹੋ ਸਕਦਾ, 2 5 8 11, 3 3 ਦਾ ਫਰਕ ਵੀ ਹੋ ਸਕਦਾ, ਰਾਈਟ। ਅੱਧੇ ਦਾ ਫਰਕ ਵੀ ਹੋ ਸਕਦਾ, 2 2.5 3 3.5 4 4.5। ਯਾਨੀ ਕਹਿਣ ਦਾ ਮਤਲਬ ਜੋ ਵੀ ਡਿਫਰੈਂਸ ਆਊਗਾ ਅਗਲੀ ਟਰਮ ਤੇ ਪਿਛਲੀ ਟਰਮ ਦਾ ਉਹ ਹਮੇਸ਼ਾ ਬਰਾਬਰ ਰਹਿਣਾ ਚਾਹੀਦਾਗਾ, ਰਾਈਟ। ਉਸ ਨੂੰ ਆਪਾਂ ਕਹਿੰਦੇ ਹਾਂ ਅਰਿਥਮੈਟਿਕ ਪ੍ਰੋਗਰੈਸ਼ਨ ਯਾਨੀ ਕਿ AP ਸੀਰੀਜ਼। ਹੁਣ ਆਪਾਂ ਨੂੰ ਕਿਹਾ ਵੀ AP ਸੀਰੀਜ਼ ਦੇ 3 ਨੰਬਰ ਹੈ ਜਿਨ੍ਹਾਂ ਦਾ ਜਿਹੜਾ ਜੋੜ ਬਣਦਾ ਉਹ 24 ਹੈ ਤੇ ਉਹਨਾਂ ਦੇ ਸਕੁਅਰ ਦਾ ਜੇਕਰ ਸਮ ਕਰੀ ਤਾਂ 224 ਹੈ। ਹੁਣ ਜਦੋਂ ਵੀ ਇਹੋ ਜਿਹਾ ਕੁਐਸਚਨ ਆ ਜੇ ਲਗਾਤਾਰ ਤਾਂ ਮੈਂ ਹਮੇਸ਼ਾ, ਵੈਸੇ ਤਾਂ ਮੈਂ ਚਲੋ ਇਹ ਕਲਾਸਾਂ ਦੇ ਵਿੱਚ ਕਰਾਉਣਾ ਰਹਿਣਾ, ਬਟ ਇੱਥੇ ਵੀ ਤੁਹਾਨੂੰ ਮੈਂ ਚੀਜ਼ ਦੱਸੂਗਾ ਕਿ ਜਦੋਂ ਵੀ ਇਹ ਕੁਐਸਚਨ ਆਊਗਾ ਕਿ ਆਪਾਂ ਨੂੰ ਕੋਈ ਵੀ 3 ਨੰਬਰ ਦਿੱਤੇ ਆ, ਕੋਈ ਵੀ 5 ਨੰਬਰ ਦਿੱਤੇ ਆ, ਹਮੇਸ਼ਾ ਇੱਕ ਧਿਆਨ ਦੇਣਾ ਕਿ ਇੱਥੇ ਹਮੇਸ਼ਾ ਔਡ ਨੰਬਰ ਹੋਊਗਾ, ਇਹ ਗਰੰਟੀ ਆ। 3 ਨੰਬਰ ਹੋ ਸਕਦਾ, 5 ਨੰਬਰ ਹੋ ਸਕਦਾ, 7 ਨੰਬਰ ਹੋ ਸਕਦਾ। ਜਦੋਂ ਵੀ ਇਹੋ ਜਿਹਾ ਕੁਐਸਚਨ ਆਊਗਾ ਉਹਦਾ ਕਾਰਨ ਕੀ ਆ ਉਹ ਵੀ ਤੁਹਾਨੂੰ ਮੈਂ ਦੱਸੂਗਾ। ਜਿਵੇਂ ਇੱਥੇ ਪੁੱਛਿਆ ਨਾ ਵੀ ਆਪਾਂ ਨੂੰ ਸਮ ਦੱਸਿਆ ਗਿਆ 24 ਆ, ਸਕੁਅਰ ਦਾ ਸਮ ਦੱਸਿਆ 224 ਹੈ ਤੇ ਉਸ ਤੋਂ ਬਾਅਦ ਨੰਬਰ ਪਤਾ ਕਰਨ ਕਿਹਾ ਹੈਗਾ, ਤਾਂ ਇੱਥੇ ਔਡ ਨੰਬਰ ਕਿਉਂ ਆਊਗਾ? ਕਾਰਨ ਕੀ ਹੈ ਕਿ ਇਹ ਇੱਕ ਪੈਟਰਨ ਬਣਦਾ। ਹੁਣ ਇੱਥੇ 3 ਨੰਬਰ ਵੀ ਹੋ ਸਕਦਾ, 5 ਵੀ ਹੋ ਸਕਦਾ, 7 ਵੀ ਹੋ ਸਕਦਾ, 9 ਵੀ ਹੋ ਸਕਦਾ। ਤਾਂ ਆਪਾਂ ਮੰਨ ਤਾਂ ਕੁਝ ਵੀ ਸਕਦੇ ਹਾਂ, ਪਰ ਕੁਐਸਚਨ ਸੌਖਾ ਕਦੋਂ ਹੁੰਦਾ? ਜਦੋਂ ਆਪਾਂ ਉਸ ਪੈਟਰਨ ਨੂੰ ਵਾਰ-ਵਾਰ ਪੜ੍ਹਿਆ ਹੁੰਦਾ ਐਂਡ ਨਾਲ ਦੀ ਨਾਲ ਆਪਾਂ ਉਸੇ ਤਰੀਕੇ ਨਾਲ ਸੋਲਵ ਕਰਦੇ ਹਾਂ, ਫਿਰ ਜਲਦੀ ਕੁਐਸਚਨ ਨਿਕਲਦਾ। ਹੁਣ ਕਾਫੀ ਜਾਣੇ ਕਹਿਣਗੇ ਵੀ ਮੈਂ ਜੀ A ਮੰਨ ਲਿਆ, ਫਿਰ A+1 ਮੰਨ ਲਿਆ, ਫਿਰ A+2 ਮੰਨ ਲਿਆ, ਰਾਈਟ। ਇਹ ਮੰਨਣ ਦੇ ਵਿੱਚ ਕੋਈ ਗਲਤੀ ਨਹੀਂ ਹੈਗੀ, ਪਰ ਜਦੋਂ ਤੁਸੀਂ ਇਹਨੂੰ ਕਰੋਗੇ ਤਾਂ ਇਹ 3A ਆ ਜਾਊਗਾ, A+1 ਹੈ ਨਾ, 3A ਆ ਜਾਊਗਾ, 3A+3 ਆ ਗਿਆ, ਇੱਥੇ ਫਿਰ 24 ਜੋੜ ਇਹਨਾਂ ਦਾ, ਫਿਰ 3 ਮਾਈਨਸ ਕਰੋਗੇ 21 ਆ ਗਿਆ, ਫਿਰ 3A ਦੇ ਬਰਾਬਰ ਆ ਗਿਆ ਐਂਡ A ਦੀ ਵੈਲਿਊ 7 ਆ ਗਈ। ਫਿਰ ਤੁਸੀਂ ਕਹੋਗੇ ਜੀ ਪਹਿਲੀ ਵੈਲਿਊ 7 ਹੈ, ਦੂਸਰੀ ਵੈਲਿਊ 8 ਹੈ, ਤੀਸਰੀ ਵੈਲਿਊ 9 ਹੈ। ਫਿਰ ਉਸ ਤੋਂ ਬਾਅਦ ਇਹਨਾਂ ਦਾ ਸਕੁਅਰ ਕਰਕੇ ਜੋੜ ਕਰੋਗੇ 224 ਦੇ ਬਰਾਬਰ ਰੱਖੋਗੇ, ਫਿਰ ਉਹ ਵੈਲਿਊ ਕੱਢੋਗੇ। ਯਾਨੀ ਕਿ ਬਹੁਤ ਜ਼ਿਆਦਾ ਟਿਪੀਕਲ ਬਣ ਜਾਣਾ, ਪਰ ਐਵੇਂ ਇਹਨੂੰ ਕਦੇ ਨਹੀਂ ਕਰਨਾ। ਮੈਂ ਦੱਸਿਆ ਕਿ ਇਹ ਇੱਕ ਪੈਟਰਨ ਹੈ, ਪੈਟਰਨ ਨੂੰ ਫੋਲੋ ਕਰਨਾ ਸਿੱਖੋ। ਪੈਟਰਨ ਜਦੋਂ ਪਤਾ ਲੱਗ ਗਿਆ ਨਾ, ਪੈਟਰਨ ਕਿਵੇਂ ਪਤਾ ਲੱਗੂਗਾ? ਵਾਰ-ਵਾਰ ਤਿਆਰੀ ਕਰਕੇ, ਵਾਰ-ਵਾਰ ਰਿਪੀਟ ਕਰਕੇ। ਦੇਖੋ ਹੁਣ 3 ਨੰਬਰ ਹੈ ਤਾਂ ਮੈਨੂੰ ਜਦੋਂ 3 ਨੰਬਰ ਦਾ ਪਤਾ ਲੱਗ ਗਿਆ ਤਾਂ ਮੈਂ ਪਹਿਲਾ ਅੱਖਰ ਜਿਹੜਾ ਮੰਨੂਗਾ ਜੀ ਉਹ A-D ਮੰਨ ਲੂੰਗਾ। ਉਸ ਤੋਂ ਬਾਅਦ ਦੂਸਰਾ ਅੱਖਰ ਮੇਰਾ A ਹੈ, ਫਿਰ ਤੀਸਰਾ ਅੱਖਰ ਮੇਰਾ A+D ਹੈ। ਦੇਖੋ ਡਿਫਰੈਂਸ ਕਾਹਦਾ ਕਿ D ਦਾ ਡਿਫਰੈਂਸ ਹੈ, D ਦਾ ਡਿਫਰੈਂਸ ਹੈ, ਇੱਥੇ ਵੀ D ਦਾ ਡਿਫਰੈਂਸ ਹੈ, ਤਾਂ AP ਸੀਰੀਜ਼ ਹੋਗੀ। ਜੇ ਇਹੀ 3 ਦੀ ਥਾਂ ਤੇ ਮੰਨ ਲਓ ਮੈਨੂੰ 5 ਅੱਖਰ ਦਿੱਤੇ ਹੁੰਦੇ ਵੀ 5 ਅੱਖਰ ਕੋਈ AP ਦੇ ਵਿੱਚ, ਤਾਂ ਮੈਂ ਕੀ ਮੰਨਦਾ? A-2D ਕਰ ਲੈਂਦਾ, ਫਿਰ A-D ਕਰ ਲੈਂਦਾ, ਫਿਰ A ਮੰਨ ਲੈਂਦਾ, ਫਿਰ A+D ਹੋ ਜਾਂਦਾ, ਫਿਰ A+2D ਹੋ ਜਾਂਦਾ। ਤੁਸੀਂ ਦੇਖੋਗੇ ਕਿ ਜਿੱਥੋਂ ਮੈਂ ਸਟਾਰਟ ਕਰ ਰਿਹਾ ਬਸ ਸਾਈਨ ਚੇਂਜ ਹੁੰਦਾ, -2D ਹੈ ਉਹ +2D ਹੈ। ਇਹ 5 ਅੱਖਰ ਹੋ ਗਏ, ਚਾਹੇ ਦੇਖ ਲਓ ਡਿਫਰੈਂਸ ਇਹਨਾਂ ਦੇ ਵਿੱਚ D ਦਾ ਡਿਫਰੈਂਸ ਹੈ, ਡਿਫਰੈਂਸ ਇਹਨਾਂ ਦੇ ਵਿੱਚ। ਹੁਣ ਇਹ ਤੁਸੀਂ ਕਹੋਗੇ ਵੀ ਕਰ ਕਿਉਂ ਰਹੇ ਹੋ? ਇਹ ਇੱਕ ਪੈਟਰਨ ਆ, ਮੈਂ ਪੈਟਰਨ ਨੂੰ ਫੋਲੋ ਕਰ ਰਿਹਾ। ਕਰ ਕਿਉਂ ਰਿਹਾ ਹੋ? ਜਦੋਂ ਆਪਾਂ ਸੋਲਵ ਕਰਾਂਗੇ ਤੁਹਾਨੂੰ ਆਪਣੇ ਪਤਾ ਲੱਗਣਾ। ਜੇ ਮੰਨ ਲਓ 5 ਦੀ ਥਾਂ ਤੇ 7 ਹੁੰਦਾ ਤਾਂ ਮੈਂ ਫਿਰ ਕੀ ਕਰਦਾ? A-3D, ਫਿਰ A-2D, ਫਿਰ A-D, ਫਿਰ A+D, ਫਿਰ A+2D, ਫਿਰ A+3D। ਇਹ 7 ਅੱਖਰ ਹੋ ਗਏ, ਦੇਖ ਲਓ ਭਾਵੇਂ ਕਰਕੇ ਦੇਖ ਲਓ। ਹੁਣ ਜਦੋਂ ਵੀ ਮੈਂ ਇਹਨਾਂ ਨੂੰ ਜੋੜੂੰਗਾ ਤਾਂ ਇਹ ਸਾਰੇ ਕੱਟੇ ਜਾਣਗੇ। ਜਿਵੇਂ -3D ਆ +3D ਦੇ ਨਾਲ ਕੱਟਿਆ ਗਿਆ, ਠੀਕ ਹੈ, -2D ਆ +2D ਨਾਲ ਕੱਟਿਆ ਗਿਆ, -D ਆ ਇਹਦੇ ਨਾਲ ਕੱਟਿਆ ਗਿਆ, ਸਾਰੇ A ਬਚ ਜਾਣਗੇ।
ਤੇ ਕਿੰਨੇ ए है जिन्ने अखर है 7A सीधा एवें आह 5 अखर है तो 5 यानी यह 2D कट्टिया गया डी कट्टिया गया 5A बच गया। इस तरीके आह -D + D कट्टिया गया ये 3A बच गया। तो मैंने एक पैटर्न समझ लग गया कि जो भी क्वेश्चन इहो जाऊगा तो मैंने बड़ा सोचने की लोड़ नहीं पैनी। मैंने हुण 3 अखरां की AP सीरीज़ कहा है तो मैंने 3 अखरां की AP सीरीज़ कहा तो मैं सीधा कहूँगा भी अच्छा 3A है सारे का जोड़ कितना हो गया 24 तो A बराबर किहदे आ गया जी 8 के बराबर आ गया यानी A बराबर 8 आ गया। तो मैंने नंबर जिहड़े मन्ने आ वो किहड़े A - D है A है तो A + D है। ਹੁਣ ਸਾਰਿਆਂ ਦਾ ਸਕੁਅਰ ਕਰੋ ਸਾਰਿਆਂ ਦਾ ਸਕੁਅਰ ਕਰਕੇ ਉਹਨਾਂ ਦੇ ਜੋੜ 224 ਆਉਂਦਾ। ਹੁਣ ਦੇਖੋ A ਦਾ ਸਕੁਅਰ ਕਰਾਂਗੇ ਤਾਂ ਕਿੰਨਾ ਆ ਜਾਊਗਾ 64 ਆ ਜਾਊਗਾ यानी 8 ਦਾ ਸਕੁਅਰ ਕਰਾਂਗੇ 64 ਆ ਜਾਊਗਾ। ਇੱਥੇ ਕਰਾਂਗੇ ਇਹ ਕੀ ਬਣ ਜਾਊਗਾ 8 - D ਦਾ ਹੋਲ ਸਕੁਅਰ ਇੱਥੇ ਕੀ ਬਣ ਜੂ 8 + D ਦਾ ਹੋਲ ਸਕੁਅਰ। ਜਦੋਂ ਇਹਨਾਂ ਸਾਰਿਆਂ ਦੇ ਜੋੜ ਕਰਾਂਗੇ ਕਿਹਦੇ ਬਰਾਬਰ ਆ ਜੀ ਇਹ ਬਰਾਬਰ ਹੈਗਾ 224 ਦੇ। ਸਿੰਪਲ ਜੀ ਗੱਲ ਹੈ ਰਾਈਟ। ਹੁਣ ਇੱਕੋ ਇੱਕ ਪੈਟਰਨ ਇੱਥੇ ਹੋਰ ਫੋਲੋ ਹੋ ਰਿਹਾ ਕਿ ਆਹ A - D यानी A - B ਦਾ ਹੋਲ ਸਕੁਅਰ प्लस A + B ਦਾ ਹੋਲ ਸਕੁਅਰ नहीं बन रहा आह A - B ਤੇ A + B ਦਾ ਹੋਲ ਸਕੁਅਰ ਇਹ ਪਤਾ नहीं फार्मूला जो नहीं पता तो माड़ी गल पता होना चाहिए राइट है। सो कहने का मतलब जो खोलूंगा ना तो पहली गल तो डायरैक्ट ही पता होना चाहिए कि मैंने पता कि इतने -2AB बचूगा एंड इतने +2AB बचूगा यानी आह कट्टे जाएंगे एंड A² + B² इतने भी बच जूगा एंड A² + B² इतने भी बच जूगा यानी आह बन जूगा राइट है। तो मैं डायरैक्ट भी लिख सकदा गा तुहानूं पता होना चाहिए। तो डायरैक्ट मेरा की आ जाऊगा इत्थों ते इत्थों की आ जाऊगा 2A² यानी 64 माइनस प्लस D² राइट प्लस D² आह मेरा आ जाऊगा इत्थों प्लस 64 हैगा तो बराबर कितना आ गया जी 224। हुण इहदे विचों 64 मैं माइनस कर लूँगा 64 इधर ले जाना यह कितना आ जाऊगा जी मेरा यह आ जाऊगा 12 चों 6 कड्डे किन्ने होंदे आ 12 6 कड्डे 6 हो गया तो इत्थे 160 आ गया 160 आ गया तो 2 नाल कट्टिया जाऊगा फिर 80 आ गया राइट। यानी मेरे को 64 + D² बराबर जिहड़ा हैगा जी वो कितना आ गया 80 आ गया एंड D² 80 - 64 कितना होंदा 16 एंड D की वैल्यू कितनी आ गई मेरे को 4 आ गई। D की वैल्यू 4 आ गई ਇਹਦਾ मतलब ਜਿਹੜਾ ਮੇਰੇ ਕੋਲੇ ਨੰਬਰ ਹੈ यानी A है ਜਿਹੜਾ ਹੁਣ ਇਹ 8 है ना A 8 है तो 8 - 4 कितना हो जू 4 हो जाऊगा एंड 8 + 4 कितना हो जाऊगा 12 हो जाऊगा यानी जो मेरे को नंबर आ 4 8 ते 12 गा ਇਹਦਾ मतलब मेरे को आंसर आ गया। यानी AP सीरीज़ के जोड़े 3 नंबर आ किहड़े है 4 है 8 है तो 12। ਆਪਾਂ ਨੂੰ ਪੁੱਛਿਆ ਕੀ ਹੈ ਕਿ ਉਹ ਪਹਿਲਾ ਅੱਖਰ ਕਿਹੜਾ ਫਾਈਂਡ ਦਾ ਫਸਟ ਟਰਮ ਆਫ ਦਾ AP ਤਾਂ ਵੀ ਗਲਤ ਹੋ ਜਾਊਗਾ 99% ਸਟੂਡੈਂਟ ਗਲਤ ਕਰਨਗੇ ਉਹਨਾਂ ਨੇ ਨਾਲ ਦੀ ਨਾਲ ਆਨਸਰ ਲਾ ਦੇਣਾ 4 ਇਹ ਵੀ ਗਲਤ ਹੈ। ਕਾਰਨ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਕਿ ਜੇ 1 2 3 AP ਸੀਰੀਜ਼ ਆ ਤਾਂ ਫਿਰ 3 2 1 ਵੀ ਤਾਂ AP ਸੀਰੀਜ਼ ਹੀ ਆ। AP सीरीज़ का मतलब की है क्योंकि अपन होर तो उत्थे कंडीशन दी नहीं आए तो क्या ही नहीं कि पहला वड्डा अखर आऊगा कि पहला छोटा अखर आऊगा कोई कंडीशन अपन दी नहीं। तो जे 4 8 12 आ गया तो यह भी तो पॉसिबिलिटी बनती है कि अखर 12 8 ते 4 भी तो हो सकता फिर पहला नंबर 8 12 आ गया राइट है। यानी 4 ते 12 के कोई भी हो सकता 4 भी पिया 12 भी पिया तुसीं किहड़ा आंसर लाओगे फिर नन ऑफ दीज लाओगे ਇਹਦਾ मतलब अपने को नन ऑफ दीज आंसर आ गया। देखो पहले ही क्वेश्चन बहुत वधिया सीगा सो इस करके बहुत ये तरीके सॉल्व करने पर बच्चे कन्फ्यूज हो जाते हैं इस करके थोड़ा जिहा ध्यान दे नाल करना गा। होपफुली तुहानूं ये क्वेश्चन बहुत वधिया लग्या होवेगा एंड पेपर दे विच तुहानूं काम दे सकदा है। अगला क्वेश्चन देखो ध्यान दे नाल अगला बहुत सौखा गा आपां नूं रिमाइंडर पुछेगा रिमाइंडर काहदा पुछा कहंदा जदों आपां 14 की पावर 5n + 7n + 9 नूं जदों आपां कहंदा 7 ते डिवाइड करदे आ तां रिमाइंडर दसो की आऊगा वेयर n इज एन इंटीजर n कोई नंबर है। देखो बहुत सिंपल जी गल है 14 की पावर जदों आपां 14 की पावर 5n करता ये 14 अपने आप दे विच 7 दे विच मल्टीप्लाई हुंदा गा यानी 7 दा जिहड़ा हैगा पहाड़े ते आउंदा गा 14 तो 14 की पावर जो मर्जी हो जे जो मर्जी होवे 14 की पावर यह पूरे का पूरा कट्टिया जाऊगा यानी 7 ते पूरे पूरा कट्टिया गया। इस तरीके दे नाल 7 गुणा n हो गया हुण n 7 का मल्टीपल तो बनूगा ही बनूगा यानी 7 ते डिवाइड करोगे तो 7 नाल 7 कट्टिया जाना पूरे का पूरा ये भी कट्टिया गया। इस तो बाद कल्ला 9 बच गया तो 9 नूं जदों 7 ना करोगे हमेशा की बचूगा 2 बचूगा राइट है 7 एकम 7 2 बचूगा तो रिमाइंडर अपना की आ गया रिमाइंडर अपना 2 आ गया राइट है। बहुत सौखा बहुत सिंपल है साधारण। इस तो बाद क्वेश्चन आ गया देखो यूनिट डिजिट का क्वेश्चन है आपां क्वेश्चन कहा कि 1597 की पावर 593 गुणा 241 की पावर जी हैगी 156 यूनिट डिजिट दसना। देखो बहुत सिंपल जी गल है यूनिट डिजिट डिपेंड करता है आखिरली अखर से आखिरली अखर से यूनिट डिजिट डिपेंड करूगा जिवें मैं कहा कि 12 की स्केयर करो तो आखिरली डिजिट मेरा 2 आ तो 2 की पावर 4 होंदा क्योंकि 144 आऊगा तो यूनिट डिजिट भी यूनिट डिजिट से ही डिपेंड करता। जे मैं 13 का स्केयर कहा तो तीम 9 होंदा तो यूनिट डिजिट भी 169 यानी 9 ही आता।
ਰਾਈਟ ਹੈ। ਸੋ ਆਪਾਂ ਨੂੰ ਯੂਨਿਟ ਡਿਜਿਟ ਦਾ ਬਾਰੇ ਜੇਕਰ ਪਤਾ ਕਰਨਾ ਤਾਂ ਆਪਾਂ ਨੂੰ ਯੂਨਿਟ ਡਿਜਿਟ ਦੇ ਹੁਣ 1 ਦੀ ਪਾਵਰ ਜਿੰਨੀ ਮਰਜ਼ੀ ਹੋਵੇ ਇਹਦਾ ਤਾਂ 1 ਹੀ ਆਊਗਾ। ਅੱਛਾ ਇਸ ਤੋਂ ਬਾਅਦ 7 ਦੀ ਪਾਵਰ ਹੁਣ ਆ ਗਿਆ। ਹੁਣ 7 ਦੀ ਪਾਵਰ 593 ਇਹਨੂੰ ਆਪਾਂ ਕਿਵੇਂ ਕੱਢਾਂਗੇ 7 ਦੀ ਸਾਈਕਲਿਟੀ ਦੇਖ ਕੇ। ਸਾਈਕਲਿਸਿਟੀ ਕੀ ਹੁੰਦੀ ਹੈ ਵੀ 7 ਦੀ ਪਾਵਰ ਜਦੋਂ ਮੈਂ 1 ਕਰਦਾ ਉਦੋਂ 7 ਆਉਂਦਾ, 7 ਦੀ ਪਾਵਰ 2 ਕਰਦਾ ਤਾਂ ਉਦੋਂ 49 ਆਊਗਾ ਯਾਨੀ ਯੂਨਿਟ ਡਿਜਿਟ 9 ਆ ਗਿਆ। 7 ਦੀ ਪਾਵਰ 3 ਕਰੂੰਗਾ ਤਾਂ ਉਦੋਂ 7 यानी 343 बनता गा यानी कि 3 आ जाऊगा। 7 की पावर जो मैं 4 करूँगा 7 1 यानी यूनिट डिजिट 1 आ गया। तो जो मैं 7 की पावर 5 करूँगा तो फिर 7 आ जाऊगा। 7 की पावर 6 करूँगा तो फिर 9 आ जाऊगा। 7 की पावर ਜਿਹੜਾ ਹੈਗਾ 7 ਕਰੂੰਗਾ ਤਾਂ ਫਿਰ ਤੁਹਾਡਾ 3 ਆ ਜਾਊਗਾ ਤੇ 7 ਦੀ ਪਾਵਰ ਜਦੋਂ 8 ਕਰੂੰਗਾ ਤਾਂ ਫਿਰ 1 ਆ ਜਾਊਗਾ। ਯਾਨੀ 7 9 3 1 ਇਹ ਸਾਈਕਲਿਸਿਟੀ ਬਣਦੀ ਹੈ। 7 ਦੀ ਪਾਵਰ ਜਦੋਂ 4 ਆ ਜਾਂਦੀ ਹੈ ਉਸ ਤੋਂ ਬਾਅਦ 7 9 3 1 ਫਿਰ ਰਿਪੀਟ ਹੋ ਗਿਆ। फिर 12 बाद रिपीट हो जू, फिर 16 बाद रिपीट हो जू, फिर उस तो बाद 20 बाद रिपीट हो जू। यानी 4 तो बाद यह रिपीट होता जाता है। तो 4 की पावर से की आउंदा 1 आउंदा। यानी आपां नूं ये पता लग गया कि 7 की पावर जो 4 मैं करदा तो उदों यूनिट डिजिट 1 आउंदा। तो जो मैनूं पता लग्या कि 7 की पावर 4 नाल जो मैं गुणा किया तो 4 का कोई मल्टीपल होवे 4 फिर 8 फिर 12 फिर 16 फिर 20 फिर तो इत्थे जो मैं किया तो 4 एकम 4 वैसे तो सीधा ही देख सकते हो कि 92 आ, 1 ही बचूगा 7। चलो फिर भी मैं करके दिखा देना। तो 4 एकम 4 आ गया। उस तो बाद चौकम चौकी 16 आ गया। ठीक है 3 बज गए 4 8 32 आ गया। तो 592 तक चला गया। इस तो बाद 7 की पावर सिर्फ 1 बच जूगा। 148 गुणा 4 592 तो 1 बच गया 7 की पावर 1। तो हम 7 की पावर 4 की होंगे 1 तो 1 की पावर जिन्नी मर्जी हो 1 ही रहूगा। तो इतों तो 1 बन गया राइट है। कला 7 की पावर 1 रह गया यानी इतने 7 आऊगा तो गुणा 1 आ गया यानी यूनिट डिजिट जो बनूगा वो 7 बनूगा। यानी आंसर मेरा आ गया 7 आंसर आ गया। इसनूं सॉल्व करने का तरीका यही है राइट आ। सो बट यही गल मैंने समझाने दे विच टाइम लगता पर करन दे विच जो करन वाले इसनूं बड़ा ज़्यादा टाइम नहीं देंगे। ठीक है ओके भाई बहुत सौखा सीगा। चलो अगला क्वेश्चन कहता रेशो ऑफ द इनकम ऑफ ए बी यानी ए ते बी की जी रेशो का इनकम आ वो आपां नूं 7:5 दे रखा। ए कहता 60% अपनी इनकम का स्पेंड कर दिंदा सच दैट उहदी सेविंग आ जिहड़ी 40% ज़्यादा हुंदी आ दैन द सेविंग ऑफ द बी। फाइंड द रेशो ऑफ द एक्सपेंडिचर उन्होंने खर्चे का अनुपात कढ़ना बहुत सौखा गा। देखो आ 7:5 है तो इनू 700 तो इनू मैं 500 मान लेना राइट है भी वो 700 रुपया मान लो तनख्वाह गई तो 500 रुपया तनख्वाह। हुण ए आ जिहड़ा 60% स्पेंड कर दिंदा यानी ये खर्च दिंदा। हुण ए ने जो 60% ये खर्चा तो यदा मतलब बचाया कि 40% तो 40% कितना बचूगा 280 रुपये। हुण जिहड़ा 280 रुपये आ वो कहता जिहड़ी सेविंग आ यानी ए दी देखो उन्हें की कहा भी ए 60% खर्च दिंदा ते जिहड़ा बचदा गा वो 40% ज़्यादा आ किहदी सेविंग तो बी दी सेविंग तो। हुण बी दी सेविंग तो आपां नूं पता ही नहीं तो आपां किवें कड्डांगे देखो ध्यान दे नाल। जे मैं कहा कि भाई बी दी सेविंग 100% आ तो ए दी जिहड़ी ओह है सेविंग आ वो 140 हो जू क्योंकि 40% ज़्यादा आ तो आही 140 जी सेविंग आप बराबर कढ़ी है 280 की। तो 14 दुणा यानी 2 नाल गुणा की है तो 100 गुणा 2 कितना हो जू 200। यदा मतलब जी बी की सेविंग आ वो कितनी आ गई 200 आ गई। तो जो बी की सेविंग 200 आ गई तो यदा मतलब यदा खर्चा कितना गा भाई 300 रुपया। यदा खर्चा कितना गा 300 रुपया। तो अपन पूछा भी दोनों के खर्चों का अनुपात कितना। हुण यदा खर्चा कितना गा 60%। 60% की होंगे अपना 7 8 56 यानी 560 रुपये तो यदा कितना आ जाऊगा जी 300 रुपया। दोनों का अनुपात आ गया यानी यह कितना 0 नाल 0 कट्टिया गया यानी यह की आ जाऊगा जी यह आ जाऊगा तुहाडा कट कटा लो देख लो ठीक है 7 6 42 होंगे सॉरी 60% है ना 7 6 42 7 6 42 7 6 42 आ गया तो 6 7 42 आ गया 6 5 30 आ गया यानी 7:5 जो बेसिकली उन्होंने खर्चों का अनुपात आ गया यानी अपने को आंसर पे 7:5। बहुत सौखा सी बहुत सिंपल सी राइट हो गया जी। अगला क्वेश्चन करते हैं बहुत ही सौखा बहुत ही सधारण देखते हैं क्वेश्चन की कहता कहता जी ए विच विद्यार्थियों की गिनती सैक्शन बी के विद्यार्थियों की गिनती नालों 8 वध है। अच्छा पहला इतों कहता चौथी जमात के सैक्शन ए और बी के 40 विद्यार्थियों द्वारा गणित में प्राप्त किए गए औसत अंक जोड़े 67.2 है यानी 40 स्टूडेंट है जिन्हों की एवरेज जी हैगी है भाई वो 67.2 मार्क्स है राइट हो गया। इस तो बाद कहता भाई सी सैक्शन विद्यार्थियों का कहता औसत स्कोर सैक्शन बी विचाले जोड़े विचले विद्यार्थियों नालों 20% वधेरे है राइट है। सैक्शन बी विच विद्यार्थियों की औसत स्कोर की है बहुत सिंपल जी गल है कि देखो अपन 40 स्टूडेंटों की जी एवरेज ए तो बी सैक्शन है उन्होंने 67.2 एवरेज दे रखी है। द नंबर ऑफ स्टूडेंट्स इन सैक्शन ए जोड़े सैक्शन ए के स्टूडेंट आ वो बी के नालों 8 ज़्यादा आ बहुत सिंपल जी गल है। जे मैं 40 के 8 कढ़दा तो 32 बचते हैं
40 ਦੇ ਵਿੱਚੋਂ 8 ਕੱਢ ਤਾਂ 32 ਬਚਦੇ ਆ। ਤਾਂ 32 ਮੈਂ ਦੋਨਾਂ ਸੈਕਸ਼ਨਾਂ ਦੇ ਵਿੱਚ ਜੇਕਰ ਬਣਦਾ ਤਾਂ 16 16 ਵੰਡੇ ਗਏ, ਤਾਂ ਸੈਕਸ਼ਨ A ਦੇ ਵਿੱਚ ਵੀ 16, ਸੈਕਸ਼ਨ B ਦੇ ਵਿੱਚ ਵੀ 16 ਹੋ ਗਏ। ਪਰ ਇਹਦੇ ਵਿੱਚ 8 ਜ਼ਿਆਦੇ ਆ, ਆਹੀ 8 ਜਿਹੜੇ ਆਪਾਂ ਘਟਾਏ ਇਹਦੇ ਵਿੱਚ 8 ਜੋੜ ਦਿਓ, ਕਿਉਂਕਿ ਉਹਨੇ ਕਿਹਾ ਕਿ ਸੈਕਸ਼ਨ A ਦੇ ਵਿੱਚ 8 ਸਟੂਡੈਂਟ ਜ਼ਿਆਦੇ ਆ। ਤਾਂ ਇਹਦਾ ਮਤਲਬ ਸੈਕਸ਼ਨ A ਦੇ ਵਿੱਚ ਸਟੂਡੈਂਟ ਕਿੰਨੇ ਹੋ ਗਏ 16 ਤੇ 8 24 ਐਂਡ ਸੈਕਸ਼ਨ B ਦੇ ਵਿੱਚ ਸਟੂਡੈਂਟ ਕਿੰਨੇ ਹੋ ਗਏ 16। ਇਹ ਤਾਂ ਕਨਸੈਪਟ ਪਤਾ ਲੱਗ ਗਿਆ ਵੀ ਕੱਢਣ ਦਾ ਤਰੀਕਾ ਕੀ ਹੈ। ਜਿਹੜੇ ਜ਼ਿਆਦੇ ਆ ਪਹਿਲਾਂ ਉਹਨੂੰ ਘਟਾ ਦਿਓ, ਫਿਰ ਜਿਹੜੇ ਬਚ ਗਏ ਉਹਨਾਂ ਨੂੰ ਇਕੁਅਲ ਵੰਡ ਦਿਓ, ਫਿਰ ਜਿਹਦੇ ਜ਼ਿਆਦੇ ਆ ਜਿਹੜੇ ਉਹ ਚ ਪਾ ਦਿਓ, ਰਾਈਟ। ਯਾਨੀ ਕਹਿਣ ਦਾ ਮਤਲਬ ਸੈਕਸ਼ਨ A ਦੇ ਵਿੱਚ ਆਪਣੇ ਕੋਲ ਕਿੰਨੇ ਸਟੂਡੈਂਟ ਆ ਗਏ 24 ਆ ਗਏ, ਤੇ ਸੈਕਸ਼ਨ B ਦੇ ਵਿੱਚ ਆਪਣੇ ਕੋਲ ਸਟੂਡੈਂਟ ਕਿੰਨੇ ਆ ਗਏ ਜੀ 16 ਆ ਗਏ। ਟੋਟਲ 40 ਹੋ ਗਏ ਐਂਡ ਟੋਟਲ 40 ਦੀ ਐਵਰੇਜ ਜਿਹੜੀ ਹੈਗੀ 67.2 ਆ। ਕਹਿੰਦਾ ਐਵਰੇਜ ਸਕੋਰ ਆਫ ਦਾ ਸਟੂਡੈਂਟਸ ਇਨ ਸੈਕਸ਼ਨ A। ਹੁਣ ਐਵਰੇਜ ਦੀ ਗੱਲ ਕਰ ਰਿਹਾ, ਕਹਿੰਦਾ ਐਵਰੇਜ ਆ ਜਿਹੜੀ ਉਹ ਸੈਕਸ਼ਨ A ਦੀ 20% ਜ਼ਿਆਦਾ ਹੈ ਸੈਕਸ਼ਨ B ਨਾਲੋਂ। यानी जेकर मैं एवरेज A ते B की कड्डा तो B की जेकर मैं 100% मनना तो जी 20% ज़्यादा है, यानी यह कितना बन गया जी 20 छिक्का तो 20 5, यानी आह एवरेज की रेशो आ गई सैक्शन A ते B की। बहुत सिंपल गल है। हुण आपां नूं ये पता कि जेकर मैं इहनूं 6x कह ला, इहनूं 5x कह ला, A दे विच स्टूडेंट किन्ने 24 है, तो टोटल इन्हां दा जोड़ कितना बन जाऊगा 24 गुणा 6x, 24 गुणा 6x। तो B दे विच टोटल स्टूडेंट किन्ने 16, तो एवरेज किन्नी है 5x, यानी टोटल कितना बन जाऊगा 16 गुणा 5x। अच्छा इन्हां सारिਆਂ ਦਾ 24 ਤੇ 16 ਦਾ ਮਿਲਾ ਕੇ एवरेज किन्नी है 67.2। तो 67.2 ਨੂੰ ਆਪਾਂ 40 ਨਾਲ ਗੁਣਾ ਕਰ ਲੈਨੇ, ਟੋਟਲ ਦਾ ਜੋੜ ਆ ਜਾਊਗਾ। ਤਾਂ 67.2 ਨੂੰ मैं 40 ਨਾਲ ਗੁਣਾ ਕਰਾਂ ਤਾਂ ਥੱਲੇ ਉਤਰਿਆ ਆਊਗਾ, ਤਾਂ ਇਹਦਾ 40 यानी 0 ਨਾਲ 0 ਕੱਟਿਆ ਗਿਆ। 4 दूनी 8, 4 7 28, 4 6 24 ਤੇ 2 26, 2688 ਆ ਗਿਆ। यानी ਇਹਨਾਂ ਸਾਰਿਆਂ ਦਾ ਜੋੜ ਜਿਹੜਾ ਬਣੂਗਾ ਜੀ ਉਹ 2688 ਰੁਪਏ ਬਣ ਗਿਆ। ਬਹੁਤ ਸਿੰਪਲ ਹੈ। ਤਾਂ ਇਸ ਤੋਂ ਬਾਅਦ ਕਿੰਨਾ ਆ ਜਾਊਗਾ ਦੇਖੋ 4 24 ਛਿੱਕਾ यानी 6 चौका 24, 6 दूनी 12 यानी 144 आ गया, 16 5 80 x आ गया। इधर कितना बन गया जी 26 88, राइट। 144 ते 80, 140 ते 80 कितना बन जू 220, 224 बन गया, 224 x आ गया। तो इतने कितना आ गया जी 26 88, राइट। हुण इन्हूं कट कटा लो भाई, कट्टे जाते हैं। तो 4 5 20 कट्टा गया, 4 6 24 आ गया, तो 4 6 24 हो गया, 4 7 28 हो गया, 4 दूनी 8 हो गया, 8 ते कट्टे जाएंगे, राइट। तो 8 7 56 आ गया, 8 8 64 आ गया, तो 8 चौका 32 आ गया, 12 7 84 आ गया, राइट। यानी कहने का मतलब एक्स की वैल्यू जी आ गई भाई वो कितनी आ गई 12 आ गई। एक्स की वैल्यू 12 आ गई। तो अपन पूछया की है, अपन पूछया की है द एवरेज स्कोर ऑफ द सैक्शन बी। तो सैक्शन बी की एवरेज स्कोर कितना गा, तो 12 आ गया। तो एवरेज इन्हों की कितनी है 5x है, तो 12 5 60। ਇਹਦਾ ਮਤਲਬ ਜਿਹੜੀ ਸੈਕਸ਼ਨ B ਦੀ ਐਵਰੇਜ ਆ ਉਹ ਕਿੰਨੀ ਆ ਗਈ ਭਾਈ 60 ਆ ਗਈ। ਸੈਕਸ਼ਨ B ਦੀ ਐਵਰੇਜ ਕਿੰਨੀ ਆ ਗਈ 60 ਆ ਗਈ। ਟੋਟਲੀ ਕਨਸੈਪਟ ਆ, ਕੋਈ ਵੀ ਇਹਦੇ ਵਿੱਚ ਰੱਟਾ ਨਹੀਂ, ਕੋਈ ਵੀ ਇਹਦੇ ਵਿੱਚ ਫਾਰਮੂਲਾ ਨਹੀਂ, ਬਿਲਕੁਲ ਕਨਸੈਪਟ ਆ, ਬੇਸਿਕ ਆ। ਇਸੇ ਕਰਕੇ ਜੇਕਰ ਬੇਸ ਸਟਰੋਂਗ ਹੋਊਗਾ ਤਾਂ ਤੁਹਾਨੂੰ ਸ਼ਾਰਟਕਟ ਵੱਲ ਜਾਣ ਦੀ ਲੋੜ ਨਹੀਂ, ਇਹੀ ਸ਼ਾਰਟਕਟ ਹੈ, ਰਾਈਟ। ਸ਼ਾਰਟਕਟ ਵੀ ਉਦੋਂ ਹੀ ਆਉਂਦਾ ਜਦੋਂ ਤੁਹਾਡਾ ਕਨਸੈਪਟ ਸਟਰੋਂਗ ਹੁੰਦਾ। ਤਾਂ ਆਪਾਂ ਨੂੰ ਐਵਰੇਜ ਪੁੱਛੀਏ 12 5 60, ਲੈਂਗੁਏਜ ਬੇਸਡ ਕੁਐਸਚਨ ਹੈ ਇਹ। ਇਹੋ ਜਿਹੇ ਕੁਐਸਚਨ ਕਰਨ ਵਾਲੇ ਬਹੁਤ ਸਟੂਡੈਂਟ ਘੱਟ ਹੋਣਗੇ, ਛੱਡ ਕੇ ਪਰਾਂ ਭੱਜ ਜਾਂਦੇ ਆ। ਚਲੋ ਖੈਰ ਇਸ ਤੋਂ ਬਾਅਦ ਕੁਐਸਚਨ ਅਗਲਾ ਦੇਖਦੇ ਹਾਂ, ਬਹੁਤ ਸਿੰਪਲ ਜਿਹਾ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਕਹਿੰਦਾ ਭਾਈ ਏ ਸਰਟੇਨ ਸਮ ਆਫ ਮਨੀ ਇਜ਼ ਡਿਵਾਈਡਡ ਅਮੰਗ P Q R ਸੱਚ ਦੈਟ P ਨੂੰ ਕਹਿੰਦਾ 30% ਆਫ ਦਾ ਟੋਟਲ ਸਮ ਮਿਲਦਾਗਾ, Q ਨੂੰ ਕਹਿੰਦਾ 45% ਆਫ ਦਾ ਟੋਟਲ ਸਮ ਮਿਲਦਾਗਾ, ਤੇ R ਨੂੰ ਮਿਲਦਾਗਾ ਬਾਕੀ ਬਚਾ ਸਮ, ਰਾਈਟ ਹੋ ਗਿਆ। Q ਕਹਿੰਦਾ ਜੇਕਰ 800 ਰੁਪਏ ਘੱਟ, यानी Q ਨੂੰ 800 ਰੁਪਏ ਘੱਟ ਮਿਲਦਾ, R ਨੂੰ ਜੇਕਰ 800 ਰੁਪਏ ਜ਼ਿਆਦਾ ਮਿਲਦਾ, ਤੇ ਕਹਿੰਦਾ P अमाउंट रिसीव्ड बाय P रिमेन्स अनचेंज्ड, यानी P ਨੂੰ उन्ना ही मिलता जिन्ना ਉਹਨੂੰ मिलता। दैन द सम रिसीव्ड बाय P द्वारा मिलिया ਉਹਨੂੰ धन, ਤੇ R ਨੂੰ ਜਿਹੜਾ ਮਿਲਿਆ ਉਹ ਦੋਨੇ ਬਰਾਬਰ ਹੈ। फाइंड द एक्चुअल सम रिसीव्ड बाय Q। ਤਾਂ Q द्वारा एक्चुअल सम ਜਿਹੜਾ रिसीव किया गया ਉਹ ਕਿੰਨਾ ਗਾ। देखो क्वेश्चन फेयर लैंगुएज बेस्ड है। देखो मैं 100 रुपया मान लेना, मैं मानता कि 100 रुपया P जो शुरू के आपको कहा भी P 30% मिल गया, तो P 30 रुपये मिल गए, तो Q ਨੂੰ ਜਿਹੜਾ मिल गया 45% मिल गया, यानी Q ਨੂੰ 45 रुपये मिल गए। इस तो बाद R ਨੂੰ ਜਿਹੜਾ मिल गया कहते जी वो मिल गया R ਨੂੰ कितना कहा 45% ऑफ द टोटल, R रिसीव द रेस्ट, ठीक है। रेस्ट यानी 30 ते 45 75 हो गया, R ਨੂੰ मिल गया जी 25%, यानी 25 रुपये मिल गए। हुण इस तो बाद कहा भी Q हैड गॉट रुपीज़ 800 लैस, यानी Q ਨੂੰ ਜਿਹੜਾ ਹੈਗਾ ਉਹ 800 रुपये घट मिले, R ਨੂੰ 800 रुपये ज़्यादा मिले, तो P ਨੂੰ उन्ना ही मिले जिन्ना मिलना चाहिए। इस तो बाद कहा भी ਜਿਹੜਾ ਇਹ सम मिले P ਨੂੰ ਉਹ R ਦੇ बराबर हो जाता। ਹੁਣ देखो R ਨੂੰ किन्ना मिले, पहला 800 रुपये ज़्यादा मिले, ਇੱਥੇ R ਕਿਹੜਾ ਭਲਾ ਆਪਣਾ ਆਹ। ਇਹਨਾਂ ਨੂੰ ਮੈਂ ਜੇ 30x कहदा, ਇਹਨੂੰ मैं 45x कहदा, ਇਹਨੂੰ 25x कहदा, ਤਾਂ 25x + 800 रुपये मिले, क्योंकि ਆਪਾਂ ਨੂੰ ਕਿਹਾ ਵੀ R ਨੂੰ 800 रुपये ज़्यादा मिले, R ਨੂੰ 800 रुपये ज़्यादा मिले, ਤੇ ਇਹ P ਦੇ ਬਰਾਬਰ ਹੈ। ਆਪਾਂ ਨੂੰ ਕਿਹਾ P ਰਿਮੇਨਸ ਅਨਚੇਂਜਡ ਐਂਡ ਸਮ ਰਿਸੀਵਡ ਬਾਈ P ਐਂਡ R ਵੁੱਡ ਬੀ ਇਕੁਅਲ। ਅੱਛਾ P ਨੂੰ ਕਿੰਨਾ ਮਿਲਿਆ, P ਤਾਂ ਅਨਚੇਂਜਡ ਆ, P ਨੂੰ ਜਿੰਨਾ ਮਿਲਣਾ ਸੀ ਉਨਾ ਹੀ ਮਿਲਿਆ, यानी 30x मिले। तो यानी इतने कितना आ जाऊगा 30x, तो 30x तो 25x घटाओगे तो 5x आ गया, 5x बराबर कितना होंगे 800, तो x की वैल्यू कितनी आ गई जी 160।
यानी x की वैल्यू अपने को कितनी आ गई, इत्थे 160 आ गई। तो आप आराम नाल सारा कुछ कढ़ सकते। हुण आपां नूं पुछया भी फाइंड द एक्चुअल सम रिसीवड बाय क्यू, राइट। अभी एक्चुअल जो सम वो कितना रिसीव करूगा, ट्रू सम यानी कि है ना 800 रुपये वैसे घट मिले, वो एक्चुअल सम नहीं है, एक्चुअल कितना गा। तो 45 गुणा 16 ना कर लो, क्योंकि क्यू में तो 45x मिलेगा। तो x की वैल्यू कितनी आ गई 160 आ गई। तो 16 ना मल्टीप्लाई करेंगे तो 16 5 80, 16 चौके 64 ते 8 72, यानी जीरो होर ला दो 7200 रुपया मिलूगा, 7200। तो आ अपने को बेसिकली आंसर आ गया, ठीक है। आपने पूछा भी क्यों द्वारा प्राप्त की असल रकम पता करो, राइट। थोड़ा जिहा हुण इत्थे काफ़ी जने लगता भी 6400 रुपया होना चाहिए, पर आपको एक्चुअल सम पूछा भी एक्चुअल सम उन्होंने कितना यानी कि मिलूगा, राइट। बहुत सिंपल है, ध्यान के नाल, ठीक है। थोड़ा जा लैंग्वेज बेस्ड जेकर देखोगे तो थोड़ा जिहा क्वेश्चन है कंट्रोवर्सी जा सकता है, राइट। एक्चुअल सम भी यानी कि हुण कितना मिले, या तो ये होना चाहिए सी जां उन्होंने कितना मिलना चाहिए सी। एक्चुअल का मतलब तो यह है भी उन्होंने एक्चुअल कितना मिलना चाहिए सी, राइट। चलो खैर, इस तो बाद आ गया जी एन आर्टिकल इज सोल्ड एट 40% प्रॉफिट। अच्छा, ये बड़ा घुलने की लोड़ नहीं हैगी, क्योंकि क्वेश्चन मैं बनाया एंड मैं जिस अप्रोच के नाल बनाया, हो सकता पंजाबी दे विच थोड़ी जी फीलिंग आए आउंदी होवे कि ਇਹਦਾ 6400 आंसर है, क्योंकि क्वेश्चन मैं बनाया तो मैं इसे अप्रोच नाल बनाया कि उन्होंने एक्चुअल सम कितना मिलना चाहिए सी, राइट। चलो खैर, इस तो बाद आ गया जी एन आर्टिकल इज सोल्ड एट 40% प्रॉफिट ऑन द कॉस्ट प्राइस। एन आर्टिकल इज सोल्ड एट 40% ऑन द कॉस्ट प्राइस, फाइंड द प्रॉफिट परसेंट अप टू। देखो बहुत सिंपल जी गल है, कहता भाई एक क्वेश्चन पहले मैं ध्यान देना समझा देना, क्वेश्चन के बड़ा ज़्यादा यानी जोड़ा है भी औखा नहीं है, थोड़ा जिहा मैनूं लगता भी शायद एक कंसैप्ट क्लीयर नहीं होना। देखो ध्यान दे नाल, एक हुंदा कॉस्ट प्राइस, एक हुंदा सैलिंग प्राइस। हमेशा जो प्रॉफिट परसेंट आउंदा वो हमेशा कॉस्ट प्राइस ते आउंदा। कारण की है कि आप ओबवियस गल है, जो 100 रुपये की चीज़ है तो उन्होंने 120 रुपये के बेचता, तो आप 100 के कंपैरिजन ही देखा ना, 20 रुपये ज़्यादा विकिया तो 20 गुणा 100/100 ला देंगे, है ना। तो बेसिकली 20% प्रॉफिट हो गया। पर जे आप सैलिंग प्राइस थले ला दिए तो सैलिंग प्राइस से प्रॉफिट हो जाऊ, पर वो ट्रू प्रॉफिट नहीं होंदा, वो फाल्स प्रॉफिट होंदा, यानी वो प्रॉफिट असल दे विच प्रॉफिट नहीं हैगा, राइट। तो इस तरीके दे नाल आपां नूं इत्थे की कहा है, देखो ध्यान दे नाल, कहंदा एक आर्टिकल नूं 40% प्रॉफिट ते बेचा जांदा कॉस्ट प्राइस ते, यानी जे कॉस्ट प्राइस 100 है तो 40% प्रॉफिट ते बेचा गया, यानी सैलिंग प्राइस अपना 140 आ गया। कहंदा प्रॉफिट परसेंट पता करो जे मैं सेम आर्टिकल नूं अगेंस्ट द सैलिंग प्राइस कढना होवे। अगेंस्ट द सैलिंग प्राइस का मतलब सैलिंग प्राइस तो देखना हो, हालांकि वो ट्रू प्रॉफिट नहीं होगा। तो 40 का प्रॉफिट तो हैगा ही हैगा, जेड़ा मैं पहला 100 ते देख रहा सी वो मैं हुण 140 ते देखना। तो 20 7 आ गया, 20 5 आ गया, 40 5 कितना होंदा 200, तो 200/7 आ गया, यानी यह कितना आ जाऊगा 7 दूनी 14 आ गया, राइट। 6 बचूगा 7 8 56 आ गया, 28 पॉइंट समथिंग आ जाऊगा, 28 पॉइंट समथिंग अपने को पिया 28.57 आंसर, सिंपल हो गया। इस तो बाद आ गया भाई P इज इन्वेस्टेड एट R% सिंपल इंटरस्ट एट द सेम सम। देखो कहना P नूं सधारण ब्याज ते R% पर एनम ते निवेश किया जाता है, अते उही रकम R% पर एनम मिश्रित ब्याज ते भी निवेश किया जाता है, जो कि कहना सालाना मिश्रित होंदी है, ठीक है। जे मिश्रित ब्याज 3 सालों के सधारण ब्याज ते अते 2 सालों के ब्याज के विचकार का जोड़ा अंतर 25:8 है, तो आर का मुल पता करो। देखो क्वेश्चन बड़ा टिपिकल है, जे तुसीं इहनूं थोड़ा जिहा सॉल्व करन लग जाओ, पर मैं इत्थे कंसैप्ट दस दांगा कि जदों भी तुहानूं ये दिता होवे कि 3 सालों के कंपाउंड इंटरस्ट एंड 2 सालों के सिंपल इंटरस्ट ते उन्हां दा तुहानूं रेशो दिता होवे, जदों भी तुहानूं 3 सालों के कंपाउंड इंटरस्ट 2 सालों के सिंपल इंटरस्ट जदों भी तुहानूं उन्हां दा रेशो दिता होवे, तो डायरैक्ट एक फार्मूला लगा सकते हो 3R + 100/100 बराबर की आ जाऊगा उन्हां दी रेशो 25:8, यानी आह तुहाडा CI है 3 सालों का, आ SI हो गया, राइट। इस तरीके के तुसीं डायरैक्ट कढ सकते हो। 8 तीया कितना हो जाऊगा 24R हो गया, तो 800 हो गया, इधर कितना आ जाऊगा जी 2500, सॉरी फार्मूला थोड़ा जिहा गलत ला गया, इसे करके फार्मूले खतरनाक होंगे। देखो ध्यान देना 300 + R ते अपॉन 100 ते 25:8, राइट। तो 8 तीया कितना बन जाऊगा जी 2400 बन गया, प्लस 8R बन गया 2500 आ गया, राइट। तो इत्थे कितना बन जाऊगा जी यह 100 आ गया, यानी 8R बराबर कितना हो गया 100 हो गया, 4 दूनी 8 4 25, यानी 25/2 का मतलब होगा 12.5%। हुण ये क्वेश्चन जिन्हें देख लिया वो पेपरों के डायरैक्ट कढ़ दूगा, नहीं फस जाओगे बहुत जाने,
ਰਾਈਟ। ਸੋ ਕੁਐਸਚਨ ਦੇ ਵਿੱਚ ਕੱਖ ਵੀ ਨਹੀਂ ਹੈਗਾ, ਮੈਂ ਸਿੰਪਲ ਜੀ ਗੱਲ ਦੱਸੀ ਹੈ ਕਿ ਜੇਕਰ 3 ਸਾਲਾਂ ਦਾ ਤੁਹਾਨੂੰ ਕੰਪਾਊਂਡ ਇੰਟਰਸਟ ਐਂਡ 2 ਸਾਲਾਂ ਦਾ ਤੁਹਾਨੂੰ ਸਿੰਪਲ ਇੰਟਰਸਟ, ਜੇਕਰ ਇਸ ਤਰੀਕੇ ਦਾ ਕੁਐਸਚਨ ਹੈਗਾ ਤੇ ਤੁਹਾਨੂੰ ਉਹਨਾਂ ਦੀ ਰੇਸ਼ੋ ਦੇ ਰੱਖੀ ਆ ਤਾਂ ਤੁਸੀਂ ਡਾਇਰੈਕਟ ਕੱਢ ਸਕਦੇ ਹੋ 300 + r/100 25 ਰੇਸ਼ੋ 8 8 × 2400 ਹੋ ਗਿਆ ਐਂਡ 25 2500 ਹੋ ਗਿਆ 8 r ਆ ਗਿਆ ਤਾਂ 12.5% ਤੁਹਾਡਾ ਡਾਇਰੈਕਟ ਆਨਸਰ ਆ ਗਿਆ, ਨਹੀਂ ਬਹੁਤ ਲੰਮਾ ਬਣ ਜਾਣਾ ਰਾਈਟ। ਚਲੋ ਖੈਰ ਤਾਂ ਆਪਾਂ ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ। ਅਗਲਾ ਕੁਐਸਚਨ ਬਹੁਤ ਸਿੰਪਲ ਹੈ, ਕਹਿੰਦਾ ਕਿ ਸ਼ਾਪਕੀਪਰ ਨੇ ਇੱਕ ਆਰਟੀਕਲ ਵੇਚਿਆ ਗਿਵਿੰਗ ਟੂ ਡਿਸਕਾਊਂਟ, ਇੱਕ ਤਾਂ x% ਆ ਤੇ ਇੱਕ ਭਾਈ ਹੈਗਾ x + 8%, ਠੀਕ ਹੈ। ਇਫ ਦਾ ਮਾਰਕੀਟ ਪ੍ਰਾਈਸ, ਕਹਿੰਦਾ ਮਾਰਕ ਪ੍ਰਾਈਸ ਤੇ ਸੈਲਿੰਗ ਪ੍ਰਾਈਸ ਦਾ ਜਿਹੜਾ ਆਫ ਦਾ ਆਰਟੀਕਲ 1600 ਰੁਪਈਆ ਮਾਰਕ ਪ੍ਰਾਈਸ ਹੋ ਗਿਆ ਤੇ 1126.4 ਰੁਪਈਆ ਜਿਹੜਾ ਸੈਲਿੰਗ ਪ੍ਰਾਈਸ ਆ, ਤਾਂ ਫਾਈਂਡ ਦਾ ਵੈਲਿਊ ਆਫ ਦਾ x। ਤਾਂ x ਦੀ ਵੈਲਿਊ ਕੱਢਣੀ ਹੈ, ਬਹੁਤ ਸਿੰਪਲ, ਦੇਖੋ ਧਿਆਨ ਦੇ ਨਾਲ। ਮੈਂ ਪਹਿਲਾਂ ਟੋਟਲੀ ਦੇਖ ਲੈਣਾ ਕਿ 1126.4 ਰੁਪਏ ਆ ਜਿਹੜਾ ਉਹ 1600 ਤੇ ਐਕਚੁਅਲ ਦੇ ਵਿੱਚ ਡਿਸਕਾਊਂਟ ਬਣਦਾ ਕਿੰਨਾ, ਐਕਚੁਅਲ ਦੇ ਵਿੱਚ 1600 ਤੇ ਡਿਸਕਾਊਂਟ ਬਣਦਾ ਕਿੰਨਾ। ਹੁਣ ਦੇਖੋ ਜਦੋਂ ਪੁਆਇੰਟਾਂ ਦੇ ਵਿੱਚ ਆ ਜੇ ਤਾਂ ਜਦੋਂ 20 12 16 10 ਤਾਂ ਆਪਸ਼ਨ ਦੇ ਅਕੋਰਡਿੰਗ ਵੀ ਕੱਢਣਾ ਸਿੱਖੋ। ਜੇਕਰ ਮੈਂ ਦੇਖਾਂ ਤਾਂ 16, ਜੇ ਮੰਨ ਲਓ ਇਹ ਮੈਂ ਇੱਥੇ ਜਾਵਾਂ ਤਾਂ 0 ਨਾਲ ਤਾਂ 0 ਚਲੋ ਕੱਟੀਆਂ ਗਈਆਂ, 16 ਬਚ ਗਿਆ ਰਾਈਟ ਆ। ਤਾਂ 16 ਨੂੰ ਜੇਕਰ ਮੈਂ ਦੇਖਾਂ ਤਾਂ ਬੇਸਿਕਲੀ ਚਲੋ ਜੇ ਕੱਟਣਾ ਕੱਟ ਦਿਓ, ਚੌਕਮ ਚੌਕੀ 16 ਆ ਗਿਆ ਤਾਂ ਇੱਥੇ ਆ ਜਾਊਗਾ ਜੀ ਇਹ ਤੁਹਾਡਾ ਭਲਾ ਕਰੇ ਜਾਂ 8 ਤੇ ਵੀ ਕੱਟ ਸਕਦੇ ਹੋ, 8 ਦੂਣੀ 16 ਆ ਗਿਆ, ਠੀਕ ਹੈ, ਤੇ 8 ਏਕਮ 8 ਹੋ ਗਿਆ, 8 ਚੌਕਾ 32 ਹੋ ਗਿਆ ਤੇ 8 8 64 ਆ ਗਿਆ ਰਾਈਟ। ਜੇ ਇਸ ਤੋਂ ਬਾਅਦ ਤੁਸੀਂ ਕਰਕੇ ਦੇਖੋਗੇ ਤਾਂ ਧਿਆਨ ਦੇ ਨਾਲ ਦੇਖੋ 1126.4 ਆਪਾਂ ਡਿਸਕਾਊਂਟ ਹੀ ਕੱਢ ਲੈਣਾ ਡਾਇਰੈਕਟ, ਆਪਾਂ ਨੂੰ ਟੋਟਲ ਪਰਸੈਂਟ ਕੱਢਣ ਦੀ ਵੀ ਲੋੜ ਨਹੀਂ, ਆਪਾਂ ਡਾਇਰੈਕਟ ਕੱਢ ਲੈਣੇ ਕਿ 1600 ਤੇ 1126.4 ਐਕਚੁਅਲ ਦੇ ਵਿੱਚ ਡਿਸਕਾਊਂਟ ਕਿੰਨਾ ਹੋਇਆ, 6 ਆ ਗਿਆ, ਫਿਰ 3 ਆ ਗਿਆ, ਫਿਰ 7 ਆ ਗਿਆ ਤੇ ਫਿਰ ਇਸ ਤੋਂ ਬਾਅਦ ਪੰਜਾਂ ਦੇ ਵਿੱਚੋਂ ਆਪਾਂ 473.6 ਰੁਪਏ ਦਾ ਡਿਸਕਾਊਂਟ ਹੈ। 473.6 ਜਿਹੜਾ ਡਿਸਕਾਊਂਟ ਹੈ ਇਹ 1600 ਤੇ ਕਿੰਨਾ ਬਣਿਆ, ਆਪਾਂ ਇਹ ਡਿਸਕਾਊਂਟ ਪਰਸੈਂਟ ਡਾਇਰੈਕਟ ਵੀ ਕੱਢ ਸਕਦੇ ਹਾਂ। ਡਾਇਰੈਕਟ ਕੱਢਾਂਗੇ ਤਾਂ ਕਿੰਨਾ ਆ ਜਾਊਗਾ 16 30 48 ਹੈ ਨਾ, ਯਾਨੀ ਕਿ ਇੱਥੇ 480 ਹੁੰਦਾ ਤਾਂ 30% ਡਾਇਰੈਕਟ ਆ ਜਾਂਦਾ, 30% ਡਾਇਰੈਕਟ ਆ ਜਾਂਦਾ, ਯਾਨੀ x ਤੇ x + 8 ਦਾ ਜੇਕਰ ਮੈਂ ਸੁਕਸੈਸਿਵ ਡਿਸਕਾਊਂਟ ਕੱਢੂੰਗਾ ਤਾਂ ਲਗਭਗ 30% ਦੇ ਨੇੜੇ ਤੇੜੇ ਆ ਜਾਊਗਾ। ਹਾਲਾਂਕਿ 30 ਬਣਦਾ ਨਹੀਂ ਕਿਉਂਕਿ 473 ਹੈ ਤਾਂ ਇਹ 29 ਪੁਆਇੰਟ ਸਮਥਿੰਗ ਬਣੂਗਾ, 29.5 ਮੰਨ ਲਓ, 29.5 ਹੋ ਸਕਦਾ ਰਾਈਟ। ਮੈਂ ਇਸ ਤੋਂ ਬਾਅਦ ਹੁਣ ਇਹ ਮੈਂ ਕਿਉਂ ਅਪਰੋਕਸੀਮੇਸ਼ਨ ਤੇ ਜਾ ਰਿਹਾ ਦੇਖੋ, ਹੁਣ ਜੇ 29.5 ਬਣੂਗਾ ਤਾਂ ਇੱਥੇ x ਦੀ ਵੈਲਿਊ ਮੈਂ ਪੁੱਟ ਕਰ ਸਕਦਾ। ਜੇ ਮੰਨ ਲਓ ਮੈਂ 20 ਪੁੱਟ ਕਰਾਂ ਤਾਂ ਇੱਕ ਤਾਂ 20% ਬਣ ਗਿਆ, 20 + 8 ਕਿੰਨਾ ਬਣ ਗਿਆ 28%। ਤਾਂ ਜਦੋਂ ਮੈਂ ਸੁਕਸੈਸਿਵ ਡਿਸਕਾਊਂਟ ਕਰੂੰਗਾ ਤਾਂ 20 + 28 ਇਹ ਤਾਂ ਪਹਿਲਾਂ ਹੀ 48 ਬਣ ਗਿਆ, ਇਹ ਤਾਂ ਬਹੁਤ ਜ਼ਿਆਦਾ, ਇਹ ਆਨਸਰ ਮੇਰਾ ਹੋ ਨਹੀਂ ਸਕਦਾ ਰਾਈਟ। 12 ਕੱਢ ਕੇ ਦੇਖ ਲੈਂਦੇ, 12 ਹੋ ਗਿਆ, ਫਿਰ 12 + 8 ਕਿੰਨਾ ਹੁੰਦਾ 20 ਹੋ ਗਿਆ, ਤਾਂ 20 ਤੇ 12 ਕਿੰਨਾ ਆ ਗਿਆ 32 ਆ ਗਿਆ ਰਾਈਟ। 32 ਫਿਰ ਕਿੰਨਾ ਆਊਗਾ ਮਾਈਨਸ ਆਊਗਾ, ਚਲੋ ਇਹ ਹੋ ਸਕਦਾ ਆਨਸਰ ਮੇਰਾ, ਪੋਸੀਬਿਲਿਟੀ ਬਣਦੀ ਹੈ। ਇਸ ਤੋਂ ਬਾਅਦ ਆ ਗਿਆ ਜੀ 16 16 + 8 ਕਿੰਨਾ ਹੁੰਦਾਗਾ, 16 + 8 ਕਿੰਨਾ ਹੋ ਗਿਆ 24 24 ਤੇ 16 40, ਇਹ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਬਣ ਗਿਆ। ਆਪਾਂ ਤਾਂ 29 ਤੱਕ ਆਉਣਾ ਹੈ ਨਾ, ਫਿਰ ਉਸ ਤੋਂ ਬਾਅਦ 10 ਆ ਗਿਆ ਤਾਂ 10 ਹੋ ਗਿਆ, 10 + ਜਿਹੜਾ ਹੈਗਾ 8 ਯਾਨੀ ਕਿੰਨਾ ਹੋ ਗਿਆ 18 28, ਇਹ ਤੋਂ ਬਾਅਦ ਤਾਂ ਮਾਈਨਸ ਹੀ ਆਊਗਾ, ਮਾਈਨਸ ਹੀ ਆਊਗਾ, 28 ਤੋਂ ਘਟ ਗਿਆ ਯਾਨੀ ਮੇਰਾ ਆਨਸਰ 12 ਹੀ ਬਣ ਗਿਆ, ਆਨਸਰ ਮੇਰਾ 12 ਹੀ ਬਣ ਗਿਆ। 32 ਬਣੂਗਾ, 32 ਮਾਈਨਸ ਕਰਾਂਗੇ ਤਾਂ 29 ਪੁਆਇੰਟ ਸਮਥਿੰਗ ਆ ਜਾਊਗਾ। ਹੁਣ ਇਹ ਸੁਕਸੈਸਿਵ ਡਿਸਕਾਊਂਟ ਦਾ ਜੇ ਫਾਰਮੂਲਾ ਨਹੀਂ ਪਤਾ ਨਾ ਤਾਂ ਪਤਾ ਹੋਣਾ ਚਾਹੀਦਾ ਭਾਈ, ਸੁਕਸੈਸਿਵ ਡਿਸਕਾਊਂਟ ਦਾ ਫਾਰਮੂਲਾ ਕੀ ਹੁੰਦਾਗਾ x + y - xy/100। ਮੈਂ ਇਹੀ ਕੀਤਾਗਾ, ਜੇ 12 ਮੰਨ ਲਓ ਤਾਂ 12 ਹੋ ਗਿਆ, ਫਿਰ 20 ਹੋ ਗਿਆ ਰਾਈਟ, ਇੱਥੇ 12 × 20/100 ਰਾਈਟ ਐਂ ਲੱਗੂਗਾ। ਤਾਂ ਆਹ ਤੁਹਾਡਾ 32 ਹੋ ਗਿਆ, ਇੱਥੇ ਮਾਈਨਸ ਆਊਗਾ ਤਾਂ 20 5 ਤੇ ਇਹ ਬਣ ਗਿਆ 5 ਦੂਣੀ 10 ਰਾਈਟ, ਅਤੇ 5 ਚੌਕਾ 20 2.4, 32 ਦੇ ਵਿੱਚ 2.4 ਘਟਾ ਦਿਓ, 32 ਦੇ ਵਿੱਚ 2 ਘਟਾਏ ਤਾਂ ਪਹਿਲਾਂ ਹੀ 30 ਬਣ ਗਿਆ, 0.4 ਘਟਾ ਦਿਓ ਤਾਂ 29.6 ਆ ਗਿਆ। ਦੇਖੋ 29.6 ਆਪਾਂ 29.5 ਤੱਕ ਹੀ ਜਾ ਰਹੇ ਹਾਂ, ਤਾਂ ਲਗਭਗ ਆਪਾਂ ਆਪਸ਼ਨ ਤੋਂ ਵੀ ਕੱਢ ਲਿਆ, ਅਪਰੋਕਸੀਮੇਸ਼ਨ ਨਾਲ ਵੀ ਕੱਢ ਲਿਆ, ਆਪਾਂ ਨੂੰ ਕੱਢਣਾ ਵੀ ਨਹੀਂ ਪਿਆ ਤੇ ਆਪਾਂ ਆਨਸਰ ਵੀ ਕੱਢ ਲਿਆ ਰਾਈਟ। ਇਸ ਤਰੀਕੇ ਦੇ ਨਾਲ ਇਹ ਕੁਐਸਚਨ ਸਾਰੇ ਸੋਲਵ ਕਰਨੇ ਆ। ਇਸ ਤੋਂ ਬਾਅਦ ਅਗਲਾ ਕੁਐਸਚਨ ਆ ਗਿਆ, ਦੇਖੋ ਪਰ ਟਾਈਮ ਐਂਡ ਵਰਕ ਤੋਂ ਕੁਐਸਚਨ ਬਹੁਤ ਸੋਹਣਾ, ਕਹਿੰਦਾ ABC ਕੈਨ ਕੰਪਲੀਟ ਅ ਪੀਸ ਆਫ ਵਰਕ ਇਨ 70 ਡੇਜ਼ 112 ਡੇਜ਼ ਤੇ 80 ਡੇਜ਼, ਠੀਕ ਹੈ ਜੀ। A ਆ ਜਿਹੜਾ ਭਾਈ ਕਹਿੰਦਾ ਉਹ 70 ਦਿਨਾਂ ਦੇ ਵਿੱਚ ਕੰਮ ਕਰਦਾਗਾ, B ਆ ਜਿਹੜਾ 112 ਦਿਨਾਂ ਦੇ ਵਿੱਚ ਕਰਦਾਗਾ ਤੇ C ਆ ਜਿਹੜਾ 80 ਦਿਨਾਂ ਦੇ ਵਿੱਚ ਕਰਦਾਗਾ। A ਐਂਡ B ਕਹਿੰਦਾ ਸਟਾਰਟਡ ਵਰਕ ਟੂਗੈਦਰ, ਬਟ A ਆ ਜਿਹੜਾ ਭਾਈ ਉਹ ਛੱਡ ਜਾਂਦਾ। ਪਹਿਲਾਂ ਤਾਂ ਆਪਾਂ ਇਹਨਾਂ ਇਕੱਲੇ ਦਾ ਕੰਮ ਦੇਖ ਲੈਣੇ, ਟੋਟਲ ਇਹਨਾਂ ਦਾ ਮੰਨੂਗਾ ਇਹ 560 ਬਣ ਜਾਊਗਾ, ਟੋਟਲ ਕੰਮ ਹੈ 560 ਮੰਨ ਲਿਆ ਤਾਂ 70 8 112 5 80 7 ਰਾਈਟ, ਯਾਨੀ 8 5 ਤੇ 7 ਹੋ ਗਿਆ ਰਾਈਟ। ਹੁਣ ਇਕੱਠਿਆਂ ਨੇ ਕੰਮ ਸਟਾਰਟ ਕੀਤਾ A ਤੇ B ਨੇ, ਹਨਾ A ਤੇ B ਇਕੱਠੇ ਕੰਮ ਕਿੰਨਾ ਕਰਦੇ 8 ਤੇ 15 13, 8 ਤੇ 5 13, ਠੀਕ ਹੈ। ਕਹਿੰਦਾ ਪਰ ਕਹਿੰਦਾ A ਆ ਜਿਹੜਾ ਉਹ 20 ਦਿਨਾਂ ਬਾਅਦ ਕੰਮ ਛੱਡ ਜਾਂਦਾ, ਯਾਨੀ 20 ਦਿਨ ਤਾਂ ਇਹਨੇ ਇਕੱਠਿਆਂ ਨੇ ਕੰਮ ਕੀਤਾ, ਕਿੰਨਾ ਕੰਮ ਕਰਤਾ 260 ਕੰਮ ਕਰਤਾ। ਹੁਣ 560 ਦੇ ਵਿੱਚੋਂ ਜੇਕਰ 260 ਕੰਮ ਹੋ ਗਿਆ ਤਾਂ ਇਹਦਾ ਮਤਲਬ ਕੰਮ ਤਾਂ ਆਪਣੇ ਕੋਲ ਹੁਣ 300 ਹੀ ਰਹਿ ਗਿਆ। ਇਸ ਤੋਂ ਬਾਅਦ ਕੀ ਕਹਿੰਦਾ ਨਾਓ C ਜੁਆਇੰਡ, ਹਨਾ C ਆ ਜਾਂਦਾ ਤੇ ਉਸ ਤੋਂ ਬਾਅਦ 8 ਦਿਨਾਂ ਬਾਅਦ ਕਹਿੰਦਾ
B है ਜਿਹੜਾ ਉਹ A ਨੂੰ ਰਿਪਲੇਸ ਕਰ ਦਿੰਦਾ ਰਾਈਟ ਹੈ ਯਾਨੀ B ਇਜ਼ ਰਿਪਲੇਸਡ ਬਾਈ A ਦੁਆਰਾ B ਰਿਪਲੇਸ ਕਰ ਦਿੱਤਾ ਜਾਂਦਾ ਯਾਨੀ ਇਹਦਾ ਮਤਲਬ ਹੁਣ A ਤਾਂ ਚਲਿਆ ਗਿਆ ਤੇ ਹੁਣ B ਤੇ C ਹੈ B ਤੇ C ਕਿੰਨਾ ਕਰਦੇ 5 7 12 8 ਦਿਨ ਕੀਤਾ ਇਹਨਾਂ ਨੇ 12 8 96 यानी 300 ਜਿਹੜਾ ਕੰਮ ਰਹਿੰਦਾ ਸੀ ਉਹਦੇ ਵਿੱਚੋਂ 96 ਕੰਮ ਹੋਰ ਹੋ ਗਿਆ ਤੇ ਕੰਮ ਰਹਿ ਗਿਆ ਆਪਣੇ ਕੋਲੇ 204 ਐਂਡ 8 ਦਿਨਾਂ ਬਾਅਦ ਹੁਣ A ਨੇ B ਨੂੰ ਰਿਪਲੇਸ ਕਰਤਾ ਯਾਨੀ ਹੁਣ ਆਪਣੇ ਕੋਲੇ A ਰਹਿ ਗਿਆ ਤੇ ਇਧਰ ਰਹਿ ਗਿਆ ਆਪਣੇ ਕੋਲੇ C ਤੇ A ਤੇ C ਕਿੰਨਾ ਕਰਦੇ 8 ਤੇ 7 15 ਯਾਨੀ ਹੁਣ ਪੁੱਛਿਆ ਫਾਈਂਡ ਦਾ ਟਾਈਮ ਟੇਕਨ ਟੂ ਕੰਪਲੀਟ ਦਾ ਰੈਸਟ ਵਰਕ ਜਿਹੜਾ ਕਿ A ਤੇ C ਦੁਆਰਾ ਕੀਤਾ ਹੈ ਹੁਣ ਰੈਸਟ ਵਰਕ ਕਿਹੜਾ ਆਪਣੇ ਕੋਲੇ 204 A ਤੇ C ਰਹਿ ਗਿਆ 8 ਕਰੂਗਾ 7 ਕਰੂਗਾ 15 ਕਰੂਗਾ ਤਾਂ ਇੰਨਾ ਕੰਮ ਖਤਮ ਕਰ ਰਿਹਾ ਤਾਂ 15 ਏਕਾ 15 ਤੇ 54 ਬਚ ਗਏ 15 ਚੌਕੇ 60 ਯਾਨੀ 15 13 ਪੁਆਇੰਟ ਸਮਥਿੰਗ ਆਊਗਾ 13 ਪੁਆਇੰਟ ਸਮਥਿੰਗ ਜੇਕਰ ਦੇਖੋਗੇ ਤਾਂ 13 ਪੁਆਇੰਟ ਸਮਥਿੰਗ ਆ ਪਿਆ 13.6 ਆਨਸਰ ਸਿੰਪਲ ਦਾ ਕੁਐਸਚਨ ਰਾਈਟ ਜਿਵੇਂ ਜਿਵੇਂ ਕਹੀ ਗਿਆ ਆਪਾਂ ਉਵੇਂ ਕਰੀਏ ਕੋਈ ਫਾਰਮੂਲਾ ਕੋਈ ਕੁਝ ਨਹੀਂ ਕਰਨ ਦੀ ਲੋੜ ਸਿਰਫ ਕਨਸੈਪਟ ਸਿਰਫ ਬੇਸਿਕ ਨੌਲੇਜ ਹੈ ਰਾਈਟ ਹੋ ਗਿਆ ਇਸ ਤੋਂ ਬਾਅਦ ਭਾਈ कि देखो क्वेश्चन सिंपल जिहा क्वेश्चन ये भी देखते हैं आप किवें करांगे देखो कहना ट्रेन A टेक्स 2 hour 30 minute मोर दैन ट्रेन B टू कवर ए सर्टेन डिस्टेंस ठीक है कहता एक निश्चित दूरी नूं तय करने लई ट्रेन A नूं ट्रेन B नालों कहता 2.5 घंटे ज़्यादा लगदे आ जे रेल गड्डी B दी गति रेल A दी गति नालों 6 किलोमीटर प्रति घंटा वध है राइट हो गया ਤਾਂ ਰੇਲ ਗੱਡੀ A ਦੁਆਰਾ ਕਹਿੰਦਾ 60 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਨ ਵਿੱਚ ਦੱਸੋ ਕਿੰਨਾ ਸਮਾਂ ਲੱਗੇਗਾ ਜੇਕਰ ਇਹ ਆਪਣੀ ਗਤੀ 25% ਤੱਕ ਵਧਾ ਦਿੰਦੀ ਹੈ ਕਿਉਂਕਿ ਰੇਲ ਗੱਡੀ ਦੁਆਰਾ ਤੈਅ ਕੀਤੀ ਗਈ ਦੂਰੀ 90 ਕਿਲੋਮੀਟਰ ਹੈ ਯਾਨੀ ਇੰਜਨ ਨਾਲ ਆਪਾਂ ਨੂੰ ਦੂਰੀ 90 ਕਿਲੋਮੀਟਰ ਦਿੱਤੀ ਆ ਪਰ 60 ਕਿਲੋਮੀਟਰ ਦੂਰੀ ਕਹਿੰਦਾ A ਦੁਆਰਾ ਕਿੰਨੇ ਟਾਈਮ ਤੈਅ ਕੀਤੀ ਜਾਵੇਗੀ ਜੇਕਰ ਉਹ ਆਪਣੀ ਗਤੀ ਨੂੰ ਜਿਹੜਾ A ਟ੍ਰੇਨ ਹੈ ਉਹ 25% ਵਧਾ ਲਵੇ ਦੇਖੋ ਹੁਣ ਇਹ ਕੁਐਸਚਨ ਜੇਕਰ ਤੁਸੀਂ ਸਿੱਧਾ ਕਰਨ ਲੱਗ ਜਾਓਗੇ ਇਕੁਏਸ਼ਨ ਬਣਾਉਣ ਲੱਗ ਜਾਓਗੇ ਤਾਂ ਬਹੁਤ ਵੱਡਾ ਬਣ ਜਾਣਾ ਕਾਰਨ ਕੀ ਆ ਕਿ ਇਹਦੇ ਵਿੱਚ ਆਪਾਂ ਨੂੰ ਨਾ ਤਾਂ ਸਪੀਡ ਦਿੱਤੀ ਆ ਤੇ ਨਾ ਹੀ ਆਪਾਂ ਨੂੰ ਐਕਚੁਅਲ ਕਿਸੇ ਇੱਕ ਦਾ ਟਾਈਮ ਦਿੱਤਾ ਯਾਨੀ ਆਪਾਂ ਨੂੰ ਟਾਈਮ ਵੀ ਮੰਨਣਾ ਪੈਣਾ ਸਪੀਡ ਵੀ ਮੰਨਣੀ ਪੈਣੀ ਹੈ ਇਹਦੇ ਨਾਲ ਬਣੂਗੀ ਬਹੁਤ ਵੱਡੀ ਇਕੁਏਸ਼ਨ ਤੇ ਜਦੋਂ ਵੀ ਆਪਸ਼ਨ ਚੱਕਣੇ ਆਪਸ਼ਨ ਹਮੇਸ਼ਾ ਪਹਿਲਾ ਚੱਕੋ ਆਖਰੀ ਚੱਕੋ ਆਖਰੀ ਵੀ ਪੁਆਇੰਟਾਂ ਦੇ ਵਿੱਚ ਇਸ ਕਰਕੇ ਮੈਂ ਅਵੋਇਡ ਕਰ ਦੂੰਗਾ ਪਹਿਲੇ ਦੋ ਸਿੰਪਲ ਹੈ ਮੈਂ ਇਹਨਾਂ ਨਾਲ ਵੀ ਸੋਲਵ ਕਰਨ ਦੀ ਕੋਸ਼ਿਸ਼ ਕਰ ਸਕਦਾ ਦੇਖੋ ਧਿਆਨ ਦੇ ਨਾਲ ਇਹ ਸਾਰੀ ਪ੍ਰੈਕਟਿਸ ਹੈ ਹੁਣ ਜੇ ਮੰਨ ਲਓ 90 ਕਿਲੋਮੀਟਰ ਦੀ ਦੂਰੀ ਆ ਤੇ 90 ਕਿਲੋਮੀਟਰ ਦੀ ਦੂਰੀ ਜੇਕਰ ਮੈਂ ਕਹਾਂ ਕਿ ਮੰਨ ਲਓ ਜਿਹੜਾ ਆਪਾਂ ਕਿਉਂਕਿ ਇੱਥੇ ਆਨਸਰ ਜਿਹੜਾ ਦਿੱਤਾ ਹੋਊਗਾ ਕਿਹਦਾ ਦਿੱਤਾ ਫਾਈਂਡ ਦਾ ਟਾਈਮ ਟੇਕਨ ਬਾਈ A ਫਾਈਂਡ ਦਾ ਟਾਈਮ ਟੇਕਨ ਬਾਈ A ਟੂ ਕਵਰ ਦਾ ਡਿਸਟੈਂਸ ਆਫ 60 ਕਿਲੋਮੀਟਰ ਹਾਂ 60 ਕਿਲੋਮੀਟਰ ਹੈ ਰਾਈਟ ਹੈ ਹੁਣ 60 ਕਿਲੋਮੀਟਰ ਹੈ ਦੇਖੋ ਧਿਆਨ ਦੇ ਨਾਲ ਆਪਾਂ ਨੂੰ ਕੀ ਕੱਢਿਆ ਇੱਥੇ ਫਾਈਂਡ ਦਾ ਟਾਈਮ ਟੇਕਨ ਬਾਈ A ਯਾਨੀ ਆਨਸਰ ਦੇ ਵਿੱਚ A ਦਾ ਟਾਈਮ ਹੀ ਹੋਊਗਾ ਤਾਂ ਮੈਂ ਸਪੀਡ A ਦੀ ਕੱਢ ਸਕਦਾ ਜੇ ਮੰਨ ਲਓ A ਦਾ 60 ਕਿਲੋਮੀਟਰ ਦੇ ਵਿੱਚ 5 ਘੰਟੇ ਲੱਗਿਆ ਤਾਂ ਇਹਦਾ ਮਤਲਬ ਟਾਈਮ ਕਿੰਨਾ ਲੱਗਿਆ ਜਿਹੜਾ ਸਪੀਡ ਕਿੰਨੀ ਲੱਗੀ 12 ਕਿਲੋਮੀਟਰ ਪ੍ਰਤੀ ਘੰਟਾ 60 ਕਿਲੋਮੀਟਰ ਨੂੰ 5 ਘੰਟੇ ਲੱਗਿਆ ਤਾਂ ਸਪੀਡ 12 ਕਿਲੋਮੀਟਰ ਪ੍ਰਤੀ ਘੰਟੇ ਹੋ ਅੱਛਾ ਇਹ 12 ਕਿਲੋਮੀਟਰ ਪ੍ਰਤੀ ਘੰਟੇ ਕਦੋਂ ਹੈ ਉਹਨੇ ਕਿਹਾ ਵੀ ਇਹ 60 ਕਿਲੋਮੀਟਰ ਜਿਹੜੀ ਦੂਰੀ ਹੈ ਕਵਰ ਕਰ ਰਿਹਾ ਹੈਗਾ ਉਹ ਕਦੋਂ ਕਰ ਰਿਹਾ ਜਦੋਂ ਆਪਣੀ ਸਪੀਡ ਨੂੰ 25% ਵਧਾ ਲੈਂਦਾ ਹੈਗਾ ਹੁਣ 25% ਵਧਾਉਣ ਦਾ ਮਤਲਬ ਕੀ ਆ ਇਹ ਜੇ ਮੰਨ ਲਓ ਉਹਦੀ ਸਪੀਡ ਪਹਿਲਾਂ 100 ਸੀ ਤਾਂ ਹੁਣ ਉਹਨੇ 25% ਵਧਾ ਲਈ ਯਾਨੀ ਜੇਕਰ 20 ਨਾ ਕਰੋ 25 ਚੌਕਾ ਤੇ 25 ਜੇ ਉਹਦੇ ਪਹਿਲਾਂ ਸਪੀਡ 4 ਸੀ ਤਾਂ ਹੁਣ ਸਪੀਡ 5 ਹੈ ਜੇ ਪਹਿਲਾਂ ਸਪੀਡ ਉਹਦੀ 4 ਸੀ ਹੁਣ 5 ਆ ਕਿਹਦੀ A ਦੀ ਗੱਲ ਹੀ ਕਰ ਰਹੇ ਹਾਂ ਕੀ ਗੱਲ ਹੋ ਰਹੀ ਹੈ ਕੁਐਸਚਨ ਧਿਆਨ ਦੇ ਨਾਲ ਮੈਂ ਦੇਖੋ ਕਿਉਂਕਿ ਮੇਰੇ ਸਾਹਮਣੇ ਤਾਂ ਕੋਈ ਬੈਠਾ ਨਹੀਂ ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਕਿ ਕਿੰਨਾ ਸਰਲ ਹੋ ਸਕਦਾ 60 ਕਿਲੋਮੀਟਰ ਦੀ ਦੂਰੀ ਕਹਿੰਦਾ A ਕਿੰਨੇ ਟਾਈਮ 'ਚ ਕਵਰ ਕਰੂਗਾ ਜੇਕਰ ਉਹ ਆਪਣੀ ਸਪੀਡ ਨੂੰ 25% ਵਧਾ ਲੈਂਦਾ ਹੁਣ ਆਪਾਂ ਨੂੰ ਨਾ ਪਹਿਲਾਂ ਵਾਲੀ ਸਪੀਡ ਪਤਾ ਨਾ ਹੁਣ ਵਾਲੀ ਤਾਂ ਸਿਰਫ ਇੰਨਾ ਪਤਾ ਵੀ 25% ਵਧਾ ਲਈ ਮੈਂ ਕੀ ਕਿਹਾ ਜੇ 25% ਵਧਾਊਗਾ ਤਾਂ 125/100 ਹੋਊਗਾ ਜੇ ਮੰਨ ਲੈਂਦੇ ਕਿ ਪਹਿਲਾਂ ਸਪੀਡ ਉਹਦੀ 4 ਸੀ ਤਾਂ ਹੁਣ ਇਹਦਾ ਮਤਲਬ 5 ਹੈ ਠੀਕ ਹੈ ਤੇ ਹੁਣ ਉਹਦੀ ਸਪੀਡ ਮੈਂ ਕਿੰਨੀ ਕੱਢ ਲਈ 12 ਕਿਲੋਮੀਟਰ ਪ੍ਰਤੀ ਘੰਟਾ ਅੱਛਾ ਹੁਣ ਵਾਲੀ ਸਪੀਡ ਕਿੰਨੀ ਹੈ 5 ਹੈ ਹੁਣ 5 ਦੇ ਪਹਾੜੇ 'ਚ 12 ਆਉਂਦਾ 5 ਦਾ ਮਲਟੀਪਲ ਹੀ ਬਣਦਾ ਹੀ ਨਹੀਂ ਰਾਈਟ ਤਾਂ 5 ਦਾ ਮਲਟੀਪਲ ਨਹੀਂ ਬਣਦਾ ਤਾਂ ਮੇਰਾ ਮੰਨਣਾ ਹੈ ਕਿ ਇਹ ਆਨਸਰ ਨਹੀਂ ਹੋ ਸਕਦਾ ਇਹ ਆਨਸਰ ਨਹੀਂ ਹੋ ਸਕਦਾ ਕਾਰਨ ਕੀ ਆ ਕਿ ਹੁਣ ਜਿਹੜੀ ਸਪੀਡ ਆ ਉਹਦੀ ਜੇ ਇਸ ਹਿਸਾਬ ਨਾਲ ਮੈਂ ਦੇਖਾਂ ਤਾਂ ਇਹ ਭਾਈ 25 ਚੌਕਾ ਤੇ 25 ਆ ਯਾਨੀ ਹੁਣ ਸਪੀਡ ਉਹਦੀ 5 ਦਾ ਮਲਟੀਪਲ ਹੈ ਹੁਣ ਉਹਦੀ ਸਪੀਡ 5 ਦਾ ਮਲਟੀਪਲ ਹੈ ਮੈਂ ਕੀ ਕਰਦਾ ਦੂਸਰਾ ਆਪਸ਼ਨ ਚੱਕ ਲੈਣਾ ਜੇ ਉਹਦੇ 60 ਕਿਲੋਮੀਟਰ 4 ਘੰਟਿਆਂ ਦੇ ਨਾਲ ਕੱਢਿਆਗਾ ਤਾਂ ਇਹਦਾ ਮਤਲਬ ਹੁਣ ਉਹਦੀ ਸਪੀਡ 15 ਕਿਲੋਮੀਟਰ ਪ੍ਰਤੀ ਘੰਟਾ 15 ਕਿਲੋਮੀਟਰ ਪ੍ਰਤੀ ਘੰਟਾ ਦਾ ਇਹਦਾ ਮਤਲਬ ਕੀ ਹੋ ਗਿਆ ਕਿ ਜੇ 5 ਹੁਣ ਸਪੀਡ ਆ ਤਾਂ ਇਹਦਾ ਮਤਲਬ 5 ਤੀਏ 15 ਬਣਦਾ ਤਾਂ ਫਿਰ ਪਹਿਲਾਂ ਵਾਲੀ ਸਪੀਡ ਕਿੰਨੀ ਬਣਦੀ ਆ 4 ਤੀਏ 12 ਤਾਂ ਇਹਦਾ ਮਤਲਬ A ਦੀ ਜਿਹੜੀ ਪਹਿਲਾਂ ਵਾਲੀ ਸਪੀਡ ਆ ਭਾਈ ਉਹ ਕਿੰਨੀ ਆ ਗਈ 12 ਕਿਲੋਮੀਟਰ ਪ੍ਰਤੀ ਘੰਟਾ ਇਹ ਮੈਂ ਪਹਿਲਾਂ ਦੀ ਸਪੀਡ ਕੱਢ ਲਈ ਇਹ ਹਜੇ ਅੰਦਾਜ਼ੇ ਆ ਕਾਰਨ ਕੀ ਆ ਕਿ ਹਜੇ ਮੈਂ ਪ੍ਰੂਫ ਕਰੂੰਗਾ ਕਿਵੇਂ ਕਿਉਂਕਿ ਐਕਚੁਅਲ ਦੂਰੀ ਜਿਹੜੀ ਦਿੱਤੀ ਹੋਈ ਆਪਾਂ ਨੂੰ 90 ਕਿਲੋਮੀਟਰ ਦਿੱਤੀ ਹੋਈ ਆ ਹੁਣ 90 ਕਿਲੋਮੀਟਰ ਦੀ ਦੂਰੀ ਜੇਕਰ ਉਹ ਪਹਿਲਾਂ ਐਕਚੁਅਲ ਸਪੀਡ ਦੇ ਨਾਲ ਕੱਢਦਾ ਤਾਂ ਉਹਨੂੰ ਕਿੰਨੇ ਘੰਟੇ ਲੱਗਦੇ ਆ ਦੇਖੋ ਧਿਆਨ ਦੇ ਨਾਲ ਤਾਂ ਇਹ ਆ ਜਾਊਗਾ ਤੁਹਾਡਾ 6 ਦੂਣੀ 12 ਤੇ 15 ਛੀਕਾ 90 ਯਾਨੀ ਕਿੰਨੇ ਘੰਟੇ ਲੱਗਦੇ 7.5 ਘੰਟੇ ਲੱਗਦੇ ਆ A ਨੂੰ
राइट। अच्छा शुरू ਦੇ ਵਿੱਚ ਆਪਾਂ ਨੂੰ ਕੀ ਕਿਹਾ ਵੀ ਇਫ ਦ ਸਪੀਡ ਆਫ ਟ੍ਰੇਨ B, ਜਿਹੜੀ B ਟ੍ਰੇਨ ਆ ਉਹਦੀ 6 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਜ਼ਿਆਦਾ ਆ, ਜੇਕਰ A ਦੀ ਆਪਾਂ ਪਹਿਲਾਂ ਸਪੀਡ 12 ਮੰਨ ਲਈ ਤਾਂ 6 ਕਿਲੋਮੀਟਰ ਐਡ ਕਰਕੇ ਕਿੰਨਾ ਬਣਦਾ 18 ਕਿਲੋਮੀਟਰ ਪ੍ਰਤੀ ਘੰਟਾ। ਇਹ B ਦੀ ਸਪੀਡ ਆ ਗਈ ਤੇ ਜੇ B ਕਰੇ 90 ਕਿਲੋਮੀਟਰ ਨੂੰ 18 ਦੀ ਸਪੀਡ ਨਾਲ ਤਾਂ ਕਿੰਨੇ ਘੰਟੇ ਲੱਗਦੇ 18 5 90 ਤਾਂ 5 ਘੰਟੇ ਲੱਗਦੇ ਆ। ਤੇ ਆਪਾਂ ਨੂੰ ਕਿਹਾ ਹੋਇਆ ਕੀ ਹੈ ਸ਼ੁਰੂ ਦੇ ਵਿੱਚ ਦੇਖੋ ਕਿ ਟ੍ਰੇਨ A ਟੇਕਸ 2.5 ਘੰਟੇ ਜ਼ਿਆਦਾ ਮੋਰ ਦੈਨ ਦਾ B। तो देखो B 5 घंटे लै रही है तो ए 7.5 घंटे लै रहा, तो ऑप्शन के थ्रू निकलिया कि नहीं, तो यह मतलब ए सच्ची 2.5 घंटे ज़्यादा लै रहा, यदा मतलब आही अपना आंसर है। हुण काफ़ी जणिਆਂ ਨੂੰ हजम नहीं होना पर प्रैक्टिस के नाल बहुत कुछ आता है, ठीक है। जो इत्थे ये तो क्योंकि मैं ऑफलाइन के टैसट लए हुए ऑलरेडी जवाकां नूं कराए हुए राइट, ਜਿਹੜੇ ਮੇਰੇ ਕੋਲ ऑफलाइन के आते, पर गल ਉਹੀ है कि कई बार आप इन्हां क्वेश्चनों नाल मत्थे मारदे नहीं, मत्था मारना सिखोगे तो फिर आपां नूं पता लगूगा किहड़े ऑप्शन ਕਿਹੜੇ ਕੁਐਸਚਨ ਆਪਸ਼ਨਾਂ ਦੇ ਥਰੂ ਨਿਕਲ ਸਕਦੇ ਆ, ਕਿਹੜੇ ਕੁਐਸਚਨ ਇਕੁਏਸ਼ਨ ਬਣਾ ਕੇ ਨਿਕਲ ਸਕਦੇ ਆ। ਕੁਐਸਚਨ ਨੂੰ ਦੇਖਦੇ ਸਾਰ ਪਤਾ ਲੱਗ ਜਾਣਾ ਚਾਹੀਦਾ ਕਿ ਕੁਐਸਚਨ ਸੋਲਵ ਹੋਣ ਵਾਲਾ ਹੈਗਾ ਜਾਂ ਨਹੀਂ, ਕਿੰਨਾ ਟਾਈਮ ਲਊਗਾ, ਪਰ ਇਹਦੇ ਵਾਸਤੇ ਬਹੁਤ ਹੀ ਜ਼ਿਆਦਾ ਪ੍ਰੈਕਟਿਸ ਚਾਹੀਦੀ ਹੈ। ਰਾਈਟ ਹੋ ਕੇ ਸਮਝ ਲੱਗ ਗਈ। ਸੋ ਆਪਾਂ ਬਹੁਤ ਸਿੰਪਲ ਤਰੀਕੇ ਨਾਲ ਕੀਤਾ। ਮੈਂ ਕੀ ਕੀਤਾ ਕਿ 60 ਕਿਲੋਮੀਟਰ ਦੀ ਦੂਰੀ ਜੇਕਰ ਉਹਨੇ 4 ਘੰਟੇ 'ਚ ਕਰਨੀ ਸੀ ਤਾਂ ਉਹਦੀ ਸਪੀਡ 15 ਕਿਲੋਮੀਟਰ ਪ੍ਰਤੀ ਘੰਟਾ ਆ ਗਈ, 25% ਵਧਾਈ ਹੈ। ਇਹਦਾ ਮਤਲਬ ਪਹਿਲਾਂ ਜੇਕਰ 4 ਸੀ ਤਾਂ ਹੁਣ 5 ਆ, 5 ਦਾ ਮਲਟੀਪਲ 15 ਯਾਨੀ 3, 4 ਦਾ ਮਲਟੀਪਲ 3 ਯਾਨੀ 12 ਕਿਲੋਮੀਟਰ ਪ੍ਰਤੀ ਘੰਟਾ ਹੋ ਗਿਆ। राइट है, तो पहले वाली स्पीड आ गई, पहले वाली स्पीड के हिसाब से 90 किलोमीटर की दूरी वो 7.5 घंटे च कवर करता। B की स्पीड 6 किलोमीटर प्रति घंटा ज़्यादा है, तो फिर 90 किलोमीटर में B करता 5 घंटे, जिसका मतलब 2.5 घंटे घट लै रहा, ए नूं 2.5 घंटे ज़्यादा लगते हैं। यदा मतलब सारा क्वेश्चन सॉल्व हो गया। पर जो इक्वेशन वाइज कर लग जाओगे तो बहुत टाइम लग जाना। चलो खैर भाई अगला क्वेश्चन करते हैं, देखो ध्यान देना। कहता एक आदमी सवेरे 9 बजे, बहुत सोहना क्वेश्चन है, बहुत ही सोहना। देखो कहता एक आदमी सवेरे एक टैंक नूं कहता एक ठंडी पाइप द्वारा 15 मिनटां विच अते एक गर्म पाइप द्वारा 10 मिनटां विच भरिया जा सकता है। एक टैंक नूं एक आदमी कहता सवेरे 9 बजे दोवें टूटियां खोलता है अते कमरे विच बाहरों यानी कमरे विचों बाहर चला जाता है। पहली गल तो मैं सारा क्वेश्चन पढ़ रहा, जो करने वाले क्वेश्चन देखते सर करने लग जाते हैं, क्योंकि उन्होंने पता लग गया भी पाइप एंड सिस्टम का क्वेश्चन है, टाइम एंड वर्क का क्वेश्चन है, सीधा सीधा हो जाऊगा। पर फिर भी मैं तुहाडे वास्ते पढ़ देना राइट है। कहता कमरे चों बाहर चला जाता, वो उस समय वापस आता जो कहता उन्होंने लगता भी टैंक पूरा भर गया होगा, पर वो देखता कहता हेठा रहंद खूंद वाली पाइप खुल जाती है राइट, अते टैंक भरिया नहीं यानी भरिया नहीं सीगा, ठीक है। वो कहता हुण इस नूं बंद कर दिंदा अते टैंक नूं भरन विच कहता 4 होर मिनट लग जाते हैं। जद कहता टैंक भर जाता तो गर्म अते ठंडियां पाइपां दोनों पाइपां नूं बंद कर दिता जाता तो 10 मिनटां बाद कहता वो दोबारा फिर रहंद खूंद वाली पाइप खोलता है अते टैंक हुण दसो किन्ने टाइम 'च खाली हो जाऊगा। बहुत घैंट क्वेश्चन, बहुत वधिया क्वेश्चन है। देखो ध्यान दे नाल किवें करांगे। अपने कोले पता भी एक ठंडे पाइप है, एक गर्म वाली पाइप है, यानी एक 15 मिनटां दे विच भरदी है तो एक पाइप भरदी है 10 मिनटां दे विच। मैं टैंकी मान लेना 30 दी, टैंकी मान ली 30 दी, तो 1 मिनट दे विच आह 2 भरदा होऊगा तो आह 1 मिनटां दे विच 3 भरदा होऊगा। हुण जे मैं इस हिसाब नाल देखा तो आह 1 मिनट दे विच 2 भरदा, 1 मिनट दे विच 3 भरदा, तो 30 दी टैंकी 1 मिनट दे विच जेकर दोने भरनगे तो 5 भरनगे, तो 30 दी टैंकी 6 मिनटां दे विच भर जानी चाहिदी है। इहदा मतलब जिहड़ा बंदा आऊगा वो 6 मिनटां बाद ही आऊगा। जिवें मान लो मैनूं पता भी इन्हां दी कैपेसिटी कितनी है, मैं उन्ने टाइम बाद ही आऊँगा जो मैनूं पता भी हाँ भर गई हो टैंकी, तो 6 मिनटां बाद आया। हुण कहंदा भी 9 बजे हो एक खोलदा दोने पाइपां तो उस तो बाद उस टाइम वापस आउंदा, यानी 9:06 ते यानी वापस आउंदा, 9:06 ते वो वापस आउंदा ते आके देखदा कहंदा यार टैंकी दा भरी नहीं। कारण की है कि एक ऐसी पाइप है जिहड़ी कि पाइप पानी कढ रही है, यानी वेस्ट पाइप है ना, बट ही ऑब्जर्व द वेस्ट पाइप इन द बॉटम वाज ओपन है ना, तो टैंकी फुल नहीं हुई। कहता हुण वो वेस्ट पाइप नूं क्लोज कर दिंदा एंड 4 मिनट हुण ज़्यादा लग जाते हैं। बहुत सिंपल गल है। हुण देखो 4 मिनट ज़्यादा लगण दा मतलब की है, 4 मिनट ज़्यादा लगण दा मतलब यह है कि हुण वेस्ट पाइप तो बंद हो गई, हुण इन्हां दोने पाइपां ने 4 मिनट तक फिर भरिया। हुण दोने पाइपां भरदियां किन्ना 2 ते 3 5, 4 मिनटां दे विच किन्ना भर देणगीਆਂ 20, 4 5 20। ਇਹਦਾ मतलब की है, ਇਹਦਾ मतलब यह है कि जदों वेस्ट पाइप नाल चल रही सी, क्योंकि वेस्ट पाइप नाल चलती सी, तो भुल गया वेस्ट पाइप खुली रह गई राइट, 6 मिनटां बाद आउंदा। ਇਹਦਾ मतलब वो 6 मिनटां तक वेस्ट पाइप भी तो चलती रही, वो 6 मिनटां तक वेस्ट पाइप भी तो चलती, आपदे आनी तो वो 2 पाइप ही ओपन करके गया, आपदे आनी वो 2 पाइप ही ओपन करके गया, पर तीसरी पाइप जी वेस्ट पाइप सी वो भी चलती सी, इसे करके टैंकी भरी नहीं। 6 मिनटां बाद उन्होंने पता लगता। ਇਹਦਾ मतलब वेस्ट पाइप 6 मिनटां तक चलती रही। ਇਹਦਾ मतलब ਜਿਹੜਾ 4 मिनट बाद च लगे, क्योंकि बाद 4 मिनट क्यों लगे, ਇਹਦਾ मतलब 20 खाली सी, 30 भरना सी, 20 खाली रह गई, 20 खाली रह गई। ਇਹਦਾ मतलब ਜਦੋਂ ਪਹਿਲਾਂ 6 मिनट ਉਹਦੇ ਵਿੱਚ सिर्फ ਉਹ 10 ही भरिया सी,
6 ਮਿੰਟਾਂ ਦੇ ਵਿੱਚ ਸਿਰਫ 10 ਹੀ ਭਰਿਆ ਸੀ। ਜੇ 6 ਮਿੰਟਾਂ ਦੇ ਵਿੱਚ ਉਹ ਸਿਰਫ 10 ਭਰਿਆ ਸੀ ਤੇ ਪੂਰੀ ਟੈਂਕੀ ਨੂੰ ਜੇਕਰ ਭਰਨਾ ਹੁੰਦਾ, ਹੁਣ ਇਹ 6 ਮਿੰਟਾਂ ਦੇ ਵਿੱਚ 10 ਕਿੰਨਾ ਨੇ ਭਰਿਆ, ਪਹਿਲਾਂ ਤਾਂ ਇਹ ਕੁਐਸਚਨ ਹੈ। 6 ਮਿੰਟਾਂ ਦੇ ਵਿੱਚ ਜਿਹੜਾ 10 ਭਰਿਆ ਕਿੰਨਾ ਨੇ ਭਰਿਆ, 2 3 ਤੇ ਆ ਤੀਸਰੀ ਪਾਈਪ ਰਾਈਟ। 3 ਪਾਈਪਾਂ ਸੀ ਐਕਚੁਅਲ ਦੇ ਵਿੱਚ, ਉਹਨੂੰ ਲੱਗਿਆ 2 ਆ ਕਿਉਂਕਿ ਵੇਸਟ ਪਾਈਪ ਓਪਨ ਰਹਿ ਗਈ। ਅੱਛਾ ਹੁਣ ਜਿਹੜਾ ਇਹਨਾਂ ਨੇ 10 ਭਰਿਆ ਉਹ 6 ਮਿੰਟਾਂ 'ਚ ਭਰਿਆ, 10 ਭਰਿਆ ਜਿਹੜਾ 6 ਮਿੰਟਾਂ 'ਚ ਭਰੀ, ਜੇ ਪੂਰੀ ਦੀ ਪੂਰੀ ਭਰਨੀ ਹੁੰਦੀ 30 ਦੀ 30 ਟੈਂਕੀ ਤਾਂ ਕਿੰਨੇ ਮਿੰਟ ਲੱਗਦੇ, 6/10 × 30 यानी किन्ने मिनट लगते, 6 × 18 तो 18 मिनट लगते। ये हूँ 18 मिनट किहनूं लगते हैं जो तिन्ने पाइपां ओपन है, जो तिन्ने पाइपां ओपन है। देखो हुण अपने कोल इक्वेशन की बन गया, बहुत सिंपल है। देखो भाई आह 15 मिनटां च भर दी एक पाइप, आह 10 मिनटां च भर दी एक पाइप, 18 मिनटां च भरूगी उदों जो तिन्ने पाइपां ओपन होणगीਆਂ पूरी की पूरी टैंकी। हुण टैंकी आपां मान लैंदे 90 की क्योंकि 18 विच आ गया राइट। हुण यह 1 मिनट च 6 भरदा, यह 1 मिनट च 9 भरदा ते यह 1 मिनट च 5 ही भरदा। कारण की है कि इत्थे ए पाइप बी पाइप ओपन है ते -C जिहड़ी वेस्ट पाइप है तिन्ने आ। तां हुण आह 6 ते 9 15 भरदियां, आह 6 ते 9 15 भरदियां ते आह सिर्फ 5 ही। कारण की है कि इहदे विचों 10 आ जिहड़ा भाई ओह वेस्ट हो रहा है, 10 वेस्ट हो रहा है। इहदा मतलब जिहड़ी वेस्ट की कैपेसिटी आ ਉਹ ਕਿੰਨੀ ਕਪੈਸਿਟੀ ਆ, 10 ਦੀ ਕਪੈਸਿਟੀ ਹੈ। ਵੇਸਟ ਵਾਲੀ ਦੀ ਕਪੈਸਿਟੀ ਕਿੰਨੀ ਹੈ, 10 ਦੀ ਕਪੈਸਿਟੀ। 1 ਮਿੰਟ ਦੇ ਵਿੱਚ 10 ਖਾਲੀ ਕਰ ਰਹੀ ਹੈ, ਇਸੇ ਕਰਕੇ ਤਾਂ 5 ਹੀ ਭਰ ਰਿਹਾ। ਇਹ ਤਾਂ 15 ਭਰ ਦਿੰਦੇ ਆ, 5 ਹੀ ਭਰਦੀ ਹੈ। ਕਾਰਨ ਕੀ ਹੈ ਕਿ 10 ਇਹ ਕੱਢ ਦਿੰਦੀ ਹੈ, 10 ਕੱਢ ਦਿੰਦੇ। ਜੇ ਪੂਰੇ ਦਾ ਪੂਰਾ 90 ਕੱਢਣਾ ਹੋਵੇ, ਆਪਾਂ ਨੂੰ ਇਹੀ ਤਾਂ ਪੁੱਛਿਆ ਕਿ ਪੂਰੀ ਦੀ ਪੂਰੀ ਟੈਂਕੀ ਨੂੰ ਵੇਸਟ ਪਾਈਪ ਕਿੰਨੇ ਚਿਰ 'ਚ ਖਾਲੀ ਕਰ ਦੋ। ਜੇ 10 ਖਾਲੀ ਕਰ ਦਈਏ ਤਾਂ ਪੂਰੀ ਦੀ ਪੂਰੀ ਪਾਈਪ ਟੈਂਕੀ ਜਿਹੜੀ ਹੈਗੀ 9 ਮਿੰਟਾਂ ਦੇ ਵਿੱਚ ਖਾਲੀ ਹੋ ਜਾਊ। ਪੂਰੀ ਦੀ ਪੂਰੀ ਟੈਂਕੀ 9 ਮਿੰਟਾਂ ਦੇ ਵਿੱਚ ਖਾਲੀ ਹੋ ਜਾਊਗੀ। 9 ਮਿੰਟ ਦਾ ਬੇਸਿਕਲੀ ਆਨਸਰ ਬਣਦਾ। ਪਰ ਟਾਈਮ ਕਿੰਨਾ ਹੋਊਗਾ ਦੇਖੋ ਧਿਆਨ ਦੇ ਨਾਲ। ਆਪਾਂ ਨੂੰ टाइम पूछा इतने, देखो 9:06 ਤੇ ਉਹ ਆਇਆ ਸੀ क्योंकि 6 मिनटों ਦੇ ਵਿੱਚ ਟੈਂਕੀ ਭਰ ਜਾਣੀ ਸੀ। ਹੁਣ ਉਦੋਂ ਬਾਅਦ ਕੁਐਸਚਨ ਆਪਾਂ ਪੜ੍ਹਦੇ ਹਾਂ ਧਿਆਨ ਦੇ ਨਾਲ। ਦੇਖੋ ਜਦੋਂ ਵੇਸਟ ਪਾਈਪ ਉਹਨੇ ਬੰਦ ਕਰ 9 ਮਿੰਟ ਯਾਦ ਰੱਖਣਾ, ਠੀਕ ਹੈ 9 ਮਿੰਟ। ਹੁਣ ਕੀ ਹੁੰਦਾਗਾ ਦੇਖੋ ਧਿਆਨ ਦੇ ਨਾਲ, ਇਹ ਜਿੰਨਾ ਮੈਂ ਬੋਲ ਰਿਹਾ ਉਨਾ ਟਾਈਮ ਨਹੀਂ ਲੱਗਣ ਵਾਲਾ, ਬਹੁਤ ਛੇਤੀ ਹੋ ਜਾਂਦਾ ਰਾਈਟ। ਤਾਂ ਬੇਸਿਕਲੀ ਕੀ ਹੈ ਕਿ 9 ਮਿੰਟ 9 ਜਿਹੜਾ ਹੈ 9:06 ਲੱਗ ਗਏ। ਹੁਣ 4 ਮਿੰਟ ਹੋਰ ਲੱਗੇ ਟੈਂਕੀ ਨੂੰ ਭਰਨ ਦੇ ਵਿੱਚ ਕਿਉਂਕਿ ਨਾਲ ਦੀ ਨਾਲ ਉਹਨੇ ਆ ਕੇ ਵੇਸਟ ਪਾਈਪ ਬੰਦ ਕਰਤੀ। ਤਾਂ 9 ਕਿੰਨੇ ਮਿੰਟ ਹੋ ਗਏ, 10 ਮਿੰਟ ਹੋ ਗਏ। ਹੁਣ ਇਸ ਤੋਂ ਬਾਅਦ ਕੀ ਕਹਿੰਦਾ ਦੇਖੋ, ਕਹਿੰਦਾ 4 ਮਿੰਟ ਜ਼ਿਆਦਾ ਲੈਂਦੇ ਵੈਨ ਦ ਟੈਂਕ ਇਜ਼ ਫੁੱਲ, ਜਦੋਂ ਪੂਰਾ ਟੈਂਕ ਭਰ ਜਾਂਦਾ ਕਹਿੰਦਾ ਉਹ ਕੀ ਕਰਦਾ ਹੌਟ ਤੇ ਕੋਲਡ ਪਾਈਪ ਵਾਲੀ ਜਿਹੜੀ ਪਾਈਪ ਉਹਨਾਂ ਨੂੰ ਬੰਦ ਕਰ ਦਿੰਦਾ। ਤੇ 10 ਮਿੰਟਾਂ ਬਾਅਦ ਆਫਟਰ 10 ਮਿੰਟ ਯਾਨੀ 10 ਮਿੰਟ ਉਹਨੇ ਹੋਰ ਲਾਤੇ, 9:20 ਹੋ ਗਏ। 10 ਮਿੰਟਾਂ ਬਾਅਦ ਕੀ ਕਰਦਾ ਉਹ ਕਹਿੰਦਾ ਓਪਨ ਦਾ ਵੇਸਟ ਪਾਈਪ ਨੂੰ ਓਪਨ ਕਰ ਦਿੰਦਾ। ਹੁਣ ਦੱਸੋ ਪੂਰੀ ਟੈਂਕੀ ਕਿੰਨੇ ਟਾਈਮ 'ਚ ਖਾਲੀ ਹੋ ਜਾਊ। ਹੁਣ ਵੇਸਟ ਪਾਈਪ ਕਿੰਨੇ ਮਿੰਟਾਂ 'ਚ ਖਾਲੀ ਕਰਦੀ ਹੈ ਪੂਰੀ ਟੈਂਕੀ ਨੂੰ, 9 ਮਿੰਟਾਂ 'ਚ। ਤਾਂ 9 ਮਿੰਟ ਹੋਰ ਲੱਗਣਗੇ। ਤੇ ਇਹਦਾ ਮਤਲਬ ਭਾਈ ਕਿੰਨਾ ਟਾਈਮ ਲੱਗ ਗਿਆ, 9:29। ਤਾਂ 9:29 ਮਿੰਟ ਤੇ ਪੂਰੀ ਟੈਂਕੀ ਖਾਲੀ ਹੋ ਜਾਊ। ਹੁਣ ਇਹੋ ਜਿਹਾ ਨੈਬ ਦੇ ਪੇਪਰ ਦੇ ਵਿੱਚ ਆ ਸਕਦਾ ਹੈ ਰਾਈਟ। ਸੋ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਸਾਰਾ ਕੁਝ ਕਨਸੈਪਟ ਤੇ ਖੜਾ ਹੈ, ਸਾਰਾ ਕੁਝ ਕਨਸੈਪਟ ਤੇ, ਕੋਈ ਫਾਰਮੂਲਾ ਨਹੀਂ ਲਾਇਆ, ਕੁਝ ਨਹੀਂ, ਜਿਵੇਂ ਕਹੀ ਜਾਂਦਾ ਉਵੇਂ ਕਰੀ ਗਿਆ ਰਾਈਟ। ਇਹਨਾਂ ਚੀਜ਼ਾਂ ਦੀ ਮੈਂ ਪ੍ਰੈਕਟਿਸ ਕਰਵਾਉਣਾ ਹੈ। ਆਪਣੇ ਜਿਹੜੇ ਆਫਲਾਈਨ ਦੇ ਵਿੱਚ ਟੈਸਟ ਹੁੰਦੇ ਇਹਨਾਂ ਚੀਜ਼ਾਂ ਦੀ ਹੀ ਪ੍ਰੈਕਟਿਸ ਹੁੰਦੀ ਆ। ਪਰ ਉਹੀ ਗੱਲ ਆ ਵੀ ਅਫਸੋਸ ਦੇ ਵਿੱਚ ਕੀ ਹੁੰਦਾ ਕਿ ਜਵਾਕ ਇਹਨਾਂ ਚੀਜ਼ਾਂ ਤੇ ਬੜਾ ਜ਼ਿਆਦਾ ਮੱਥਾ ਨਹੀਂ ਮਾਰਦੇ। ਉਹਨਾਂ ਨੂੰ ਲੱਗਦਾ ਵੀ ਸੌਖਾ ਆ ਜੇ, ਤੇ ਆਸੇ ਪਾਸੇ ਵੀ ਸੌਖਾ ਹੀ ਕਰਾ ਕੇ ਰਾਜੀ ਆ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਵੀ ਸਾਨੂੰ ਵੀ ਮੱਥਾ ਮਾਰਨਾ ਪਊ, ਛੱਡੋ ਪਰੇ ਸੌਖੇ ਕੁਐਸਚਨ ਪਾ ਦਿਓ, ਜਵਾਕ ਕਰਕੇ ਖੁਸ਼ ਹੈ, ਚਲੋ ਸਾਡਾ ਮੱਥਾ ਪਈ ਘੱਟ ਵੱਜਦੀ ਹੈ। ਪਰ ਇਹੋ ਜਿਹੇ ਕੁਐਸਚਨਾਂ ਤੇ ਮੱਥਾ ਮਾਰ ਲਓਗੇ, ਸੌਖੇ ਕੁਐਸਚਨ ਵੈਸੇ ਹੀ ਨਿਕਲੇ ਆਉਣਗੇ ਰਾਈਟ। ਚਲੋ ਖੈਰ ਇਸ ਤੋਂ ਬਾਅਦ ਆ ਗਿਆ ਭਾਈ ਅਗਲਾ ਕੁਐਸਚਨ। ਆ ਦੇਖੋ ਪਟਵਾਰੀ ਮੇਨਸ ਦੇ ਵਿੱਚ ਇਹੋ ਜਿਹਾ ਕੁਐਸਚਨ ਇੱਕ ਦੇਖਣ ਨੂੰ ਤੁਹਾਨੂੰ ਮਿਲਿਆ ਹੋਊਗਾ। ਤਾਂ a ਦੀ ਪਾਵਰ 4 + a² b² + b ਦੀ ਪਾਵਰ 4 ਬਰਾਬਰ ਹੈਗਾ ਜੀ 484। ਠੀਕ ਹੈ, ਇੱਕ ਪਾਸੇ ਆਪਣਾ ਦਿੱਤਾ ਹੋਇਆ ਜੀ a² + ab + b² ਬਰਾਬਰ ਆਪਾਂ ਨੂੰ 22 ਦਿੱਤਾ ਹੋਇਆ। ਫਾਈਂਡ ਦ ਵੈਲਿਊ ਆਫ a² + b² ਰਾਈਟ। ਬਹੁਤ ਸਿੰਪਲ ਜਿਹਾ ਕੁਐਸਚਨ ਆ, ਦੇਖੋ ਧਿਆਨ ਦੇ ਨਾਲ ਆਪਾਂ ਕਰਕੇ ਦੇਖਦੇ ਹਾਂ। ਆਪਾਂ ਕੀ ਕਰਦੇ ਹਾਂ, ਇੱਧਰ a² + b² ਬਰਾਬਰ ਇਹਨੂੰ 22 - ab ਲਿਖ ਦਿੰਦਾ। ਆ ਜਿਹੜਾ ab ਹੈ ਮੈਂ ਉੱਧਰ ਚੱਕ ਕੇ ਲੈ ਗਿਆ ਰਾਈਟ ਹੋ ਗਿਆ। ਸੁਣ ਇਹ ਆਪਾਂ ਪਾਸੇ ਮਾਰਦੇ ਹਾਂ ਰਾਈਟ। ਸੋ ਜਦੋਂ ਮੈਂ ਹੁਣ ਇਹਨੂੰ ਕੀਤਾ ਸੋਲਵ, ਦੋਨੇ ਪਾਸੇ ਹੋਲ ਸਕੁਅਰ ਕਰ ਦੇਣਾ ਹੈ, ਦੋਨੇ ਪਾਸੇ ਹੋਲ ਸਕੁਅਰ ਕੀਤਾ ਤਾਂ ਇਹ ਫਾਰਮੂਲਾ ਬਣ ਜਾਊਗਾ a + b² ਵਾਲਾ ਰਾਈਟ। ਤਾਂ a ਦੀ ਪਾਵਰ ਕਿੰਨਾ ਬਣ ਗਿਆ 4 ਬਣ ਗਿਆ, b ਦੀ ਪਾਵਰ ਕਿੰਨਾ ਬਣ ਗਿਆ 4 ਬਣ ਗਿਆ, 2a² b² ਆਹ 22 ਦੀ ਪਾਵਰ ਕਿੰਨਾ ਹੁੰਦਾ ਜੀ 484 + a² + b² -44 ab -2ab ਹੁੰਦਾ ਨਾ, ਤਾਂ 22 × 2 ਠੀਕ ਹੈ, ਇਹ ਬਣ ਗਿਆ -2ab ਰਾਈਟ। ਤਾਂ ਇਹਨੂੰ ਵੀ ਹੁਣ ਆਪਾਂ ਚੱਕ ਦਿੰਦੇ ਹਾਂ। ਚਲੋ ਹੁਣ ਮੈਨੂੰ ਇੱਕ ਪਾਸੇ ਦਿੱਤਾ ਹੋਇਆ ਕਿ a ਦੀ ਪਾਵਰ 4 + b ਦੀ ਪਾਵਰ 4 + a² + b² ਬਰਾਬਰ ਹੁੰਦਾ ਜੀ 484 ਦੇ, ਬਰਾਬਰ ਹੁੰਦਾ 484 ਦੇ। ਇਹ ਜਿਹੜਾ ਹੈ a² ਤੇ b² ਹੈ ਨਾ, ਆ ਦਿੱਤਾ ਹੋਇਆ। ਦੇਖੋ
तो मैं इनू की जिहड़ा आहागा की मैं इनू इस तरीके नाल नहीं लिख सकदा ए दी पावर 4 प्लस बी दी पावर 4 प्लस ए स्क्वायर बी स्क्वायर प्लस ए स्क्वायर बी स्क्वायर, इन्होंने दोनों में तोड़ देना राइट। इत्थों तक तो ये वैल्यू मैंने पता कितनी है 484, तो मैं की ये थां ते 484 प्लस ए स्क्वायर प्लस बी स्क्वायर नहीं लिख सकता तो इधर 484 प्लस ए स्क्वायर बी स्क्वायर माइनस 44 ए भी दिता ही होया राइट। 484 नाल 484 कट्टे गया, ए स्क्वायर बी स्क्वायर कट्टा गया, तो 44 ए भी बराबर कितना आ गया जी 0 आ गया। तो ए बी की वैल्यू कितनी आ गई मेरे को 0 आ गई। ए बी की वैल्यू जेकर 0 आ गई तो हम मैं डायरैक्ट कढ़ सकता इत्थों, ध्यान दे नाल डायरैक्ट कढ़ सकता किवें भाई, ए बी की वैल्यू 0 आ गई तो आह 0 हो गया, तो ए स्क्वायर प्लस बी स्क्वायर बराबर कितना आ गया 22 आ गया। तो 22 मेरा आंसर है। ए स्क्वायर प्लस बी स्क्वायर ही पूछा सी, ए स्क्वायर प्लस बी स्क्वायर ही पूछा सी। राइट हो गया भाई, बहुत ज़्यादा सिंपल है। ठीक है, सो यहो ਜਿਹੇ क्वेश्चन ਤੁਹਾਨੂੰ देखने ਨੂੰ मिल सकते हैं भाई। ठीक हो गया, समझ लगी भाई। चलो अगला कहना रेशो ऑफ द टू एंगल्स ऑफ द ट्रायंगल, दो कहना एंगल है जो ट्रायंगल दे वो 3:5 है। फाइंड द थर्ड, कहना इफ द थर्ड एंगल जो तीसरा एंगल है वो ट्रायंगल तो कहना थर्ड एंगल है जो ट्रायंगल का 25% ज़्यादा है, 25% मोर दैन द सम ऑफ द टू एंगल्स ऑफ द ट्रायंगल। फाइंड द, बहुत सिंपल है, देखो 25% ज़्यादा का मतलब की है कि 125/100 तो 25 5 तो 25 चौका राइट। हुण आह जो 100 है ये की है भला, देखो ध्यान देना, बहुत सिंपल। अपन दो एंगल दिते हुए 3 ते 5 8, 3 ते 5 यानी कि है ना, इन्होंने दोनों का जोड़ कितना बनता 8 तो 8 तो वो कितना 25% ज़्यादा है, 8 तो 25% ज़्यादा है। तो 25 5 25 चौका 4 दूनी 8 तो वह कितना बन गया 10 बन गया। यदा मतलब वो जो है भाई एंगल 10 है। तो हम तिना एंगलों का जोड़ ट्रायंगल के कितना होंगे भला 180, 3 ते 5 8 तो 18, 18 बराबर 180 दे 180 डिग्री दे, तो 10 एक बराबर कितना आ गया 10 डिग्री के बराबर आ गया। तो 3 की वैल्यू 30 आ गई, 5 की वैल्यू 50 आ गई, तो 10 की वैल्यू कितनी आ गई 100 आ गई। अपन पूछा की है, अपन पूछा फाइंड द लार्जेस्ट एंगल ऑफ द ट्रायंगल, सीधा 100 डिग्री आंसर आ गया लार्जेस्ट एंगल। अगला भाई देखो ए स्क्वायर प्लस ए प्लस 1 बराबर 0 है राइट। इस तो बाद तुहानूं पूछ लिया कि 5a की पावर 4 3a की पावर क्यूब 4a स्क्वायर प्लस 7, तो यही वैल्यू कढ़नी है, बहुत सौखा। देखो ध्यान दे नाल हुण जे मैं कहा कि भाई हुण आह कंसैप्ट भी उही गल है, एक पैटर्न है, ये पैटर्न की तैयारी होनी चाहिए, अलजैबरा सिंपलीफिकेशन वो जाता है राइट। बहुत पैटर्न सौखा गा। देखो जे मैं कहा कि ए माइनस या ऐ कह लो कि तुहानूं जी फार्मूला थोड़ा जिहा पता हो, ध्यान दे नाल हुण आह बन गया ए स्क्वायर प्लस बी स्क्वायर प्लस ए बी, जे पता राइट। जिवें हुण मान लो मैं कहा कि ए क्यूब माइनस बी क्यूब किहदे बराबर हुंदा गा, तुसीं कहोगे जी ए माइनस बी ए स्क्वायर प्लस बी स्क्वायर प्लस ए बी। जे नहीं पता तो फिर यह भाई तुहानूं पता होना चाहिए राइट। एक फनकार मैथ्स वाला चैनल है, मैं उत्थे करवाया होया फनकार मैथ्स, हालांकि नवा चैनल है बट ये मेरे को बहुत ज़्यादा वर्क होया नहीं क्योंकि वर्कलोड ऑलरेडी ज़्यादा है। ये चैनल सर्च करके तुम मैथ के लेक्चर कुछ इतने देख सकते हो, फनकार मैथ्स राइट। तो ए क्यूब माइनस बी क्यूब राइट बराबर कि होंगे ए माइनस बी ए स्क्वायर प्लस बी स्क्वायर प्लस ए बी। हुण इत्थे मैं की करदा ए की वैल्यू तो मैं ए ही रख ली, बी की वैल्यू मैं 1 पुट कर देना, तो 1 क्यूब हो जाऊगा राइट। तो की आ जाऊगा ए माइनस 1 आ गया, ए स्क्वायर प्लस 1 प्लस की बन जाऊगा ए बन जाऊगा राइट। हुण ये वैल्यू आपको कितनी दी हुई है, देखो बराबर की है 0, तो यदा मतलब ए क्यूब माइनस 1 क्यूब बराबर की आ गया 0 आ गया, तो ए क्यूब बराबर की आ गया 1 के बराबर आ गया। तो यदा मतलब ए की वैल्यू कितनी आ गई 1 आ गई। तो जदों भी अपने को ए स्क्वायर प्लस ए प्लस 1 बराबर 0 दिता हो तो आपको पता होना चाहिए कि ए बराबर 1 दिया, ए बराबर 1 दे तो सारी वैल्यू पुट कर लो। तो यह 5 रह जाऊगा, आह 3 रह जाऊगा, माइनस 4 प्लस 7, तो 5 तो 3 8, 8 तो 7 15, 15 चो 4 कढ़ा कि आ जाऊगा 9 राइट। तो कि आ गया 11, सॉरी 15 चो 4 कढ़ा कि आ जाऊगा 11, ठीक है ना। सो 11 का आंसर आ गया, ठीक है। सो यह थोड़ा जिहा ध्यान रखना कि ए क्यूब माइनस बी क्यूब वाला फार्मूला लगता, ए क्यूब माइनस बी क्यूब बराबर होता ए माइनस बी ए स्क्वायर प्लस बी स्क्वायर प्लस ए बी। तो ए बी की वैल्यू मैं पुट की तो बेसिकली आह वैल्यू 0 है, तो ए क्यूब माइनस 1 का क्यूब है जोड़ा वो बराबर 0 आ जाऊगा, तो ए क्यूब बराबर 1 आ गया, ए की वैल्यू 1 आ गई, तो 1 वैल्यू पुट की, बस और कुछ नहीं किया। पर यह पैटर्न है राइट, यह पैटर्न से बहुत सारे क्वेश्चन तुम्हें देखने को मिलते हैं। इस तो बाद अगला क्वेश्चन आ गया
कहता इफ ए मैन परचेज 7 ऑरेंज ऑफ ₹8 एंड सैल्स 8 ऑरेंज ऑफ ₹7 तो फाइंड द प्रॉफिट परसेंट ते लॉस परसेंट। देखो प्रॉफिट परसेंट लॉस परसेंट उदों निकलता ਜਦੋਂ ਜਿਹੜੀਆਂ ਚੀਜ਼ਾਂ ਉਹ ਸੇਮ ਹੋਣ, ਆਪਾਂ ਨੂੰ ਉਦੋਂ ਪਤਾ ਲੱਗੂਗਾ ਵੀ ਕਿਵੇਂ ਆ, ਰਾਈਟ। ਜੇ ਮੈਂ ਕਹਾਂ ਕਿ ਮੈਂ 4 ਟੌਫੀਆਂ ਰੁਪਏ ਦੀਆਂ ਲੈ ਕੇ ਆਇਆ, यानी ਉਹਨੇ ਮੰਨ ਲਓ ਮੈਨੂੰ ਰੁਪਏ ਦੀਆਂ 4 ਟੌਫੀ ਦਿੱਤੀਆਂ, ਉਸ ਤੋਂ ਬਾਅਦ ਮੰਨ ਲਓ ਉਹਨੇ ਰੁਪਏ ਦੀਆਂ ਮੈਨੂੰ 2 ਟੌਫੀ ਦਿੱਤੀਆਂ, ਤਾਂ ਉਹਨੇ ਕਿੰਨਾ ਪ੍ਰੋਫਿਟ ਕਮਾ ਲਿਆ। ਹੁਣ ਕਾਰਨ ਕੀ, ਇੱਥੇ ਰੁਪਈਆ ਸੇਮ ਹੋ ਗਿਆ ਤਾਂ ਆਪਾਂ ਰੁਪਏ ਨਾਲ ਕੰਪੇਅਰ ਕਰ ਸਕਦੇ ਹਾਂ। ਜਾਂ ਮੈਨੂੰ ਕੀ ਹੋਊਗਾ ਕਿ ਮੈਂ ਭਾਈ 4 ਟੌਫੀਆਂ ਲੈ ਕੇ ਆਇਆ, ਮੰਨ ਲਓ ਮੈਂ कहता कि मैं 4 ਟੌਫੀਆਂ ਲੈ ਕੇ ਆਇਆ, ਯਾਰ ਮੈਨੂੰ ਤਾਂ ਉਹਨੇ ਜਿਹੜੀਆਂ ਹੈਗੀਆਂ 1 ਰੁਪਏ ਦੇ ਦਿੱਤੀਆਂ, ਕੋਈ ਹੋਰ ਆ ਗਿਆ ਉਹ ਕਹਿੰਦਾ ਮੈਂ ਵੀ 4 ਟੌਫੀ ਲੈ ਕੇ ਆਇਆ, ਮੈਨੂੰ ਤਾਂ 2 ਰੁਪਏ ਦੀ ਲਾਈਆਂ, ਤਾਂ ਇਹਦਾ ਮਤਲਬ ਇੱਥੇ 4 ਟੌਫੀਆਂ ਬਰਾਬਰ ਹੋ ਗਿਆ। ਤਾਂ ਆਪਾਂ ਨੂੰ ਪ੍ਰੋਡਕਟ ਸੇਮ ਕਰ ਲੈਣੀ ਚਾਹੀਦੀ ਹੈ, ਫਿਰ ਹੀ ਆਪਾਂ ਨੂੰ ਪਤਾ ਲੱਗੂ। ਜਿਵੇਂ ਕਹਾਂ ਆਪਾਂ ਨੁਕਸਾਨ ਮੁਨਾਫਾ ਕਦੋਂ ਕਹਿੰਦੇ ਆ, ਜਿਵੇਂ ਕਹਿੰਦੇ ਭਾਈ ਮੈਂ ਆਹ ਸੂਟ ਆ ਜਿਹੜਾ ਇਹ 400 ਰੁਪਏ ਦਾ ਲੈ ਕੇ ਆਈ ਹਾਂ, ਉਹ ਕਹਿੰਦੇ ਭਾਈ ਮੈਂ ਇਹੀ ਸੂਟ ਆ ਜਿਹੜਾ 600 ਰੁਪਏ ਦਾ ਲੈ ਕੇ ਆਈ ਹਾਂ, ਤਾਂ ਨੁਕਸਾਨ ਹੋ ਗਿਆ ਨਾ। ਤਾਂ ਬੇਸਿਕਲੀ ਸੂਟ ਸੇਮ ਹੋ ਗਿਆ, ਪ੍ਰੋਡਕਟ ਸੇਮ ਹੋ ਗਈ, ਤਾਂ ਪ੍ਰੋਡਕਟ ਸੇਮ ਕਰ ਲਓ। ਹੁਣ ਇੱਥੇ ਪ੍ਰੋਡਕਟ ਅੱਡ ਅੱਡ ਹੈ। ਪ੍ਰੋਡਕਟ ਅੱਡ ਅੱਡ ਕਿਵੇਂ ਆ, ਕਿਉਂਕਿ ਉਹ ਕਹਿੰਦਾ ਵੀ 7 ਰੁਪਏ ਜਿਹੜੇ ਖਰੀਦ ਮੁੱਲ ਆ ਉਹਨਾਂ ਦਾ 8 ਰੁਪਏ ਆ, 8 ਮੁੱਲ ਦਾ ਜਿਹੜਾ ਵੇਚ ਮੁੱਲ ਆ ਉਹ 7 ਰੁਪਏ ਹੈ, ਤਾਂ ਮੈਨੂੰ ਰੁਪਏ ਵੀ ਅੱਡ ਅੱਡ ਮਿਲ ਗਏ, ਪ੍ਰੋਡਕਟ ਵੀ ਅੱਡ ਅੱਡ ਮਿਲ ਗਏ। ਪ੍ਰੋਡਕਟ ਬਰਾਬਰ ਕਰ ਲਓ, ਤਾਂ ਪ੍ਰੋਡਕਟ ਨਾਲ ਬਰਾਬਰ ਕਰਨ ਵਾਸਤੇ ਐਲਸੀਐਮ ਕਰ ਦੇਣਾ, ਇਹਨੂੰ ਮੈਂ 8 ਨਾਲ ਮਲਟੀਪਲਾਈ ਕਰ ਦੇਣਾ, ਇਹਨੂੰ ਮੈਂ 7 ਨਾਲ ਮਲਟੀਪਲਾਈ ਕਰ ਦੇਣਾ, ਤਾਂ ਪ੍ਰੋਡਕਟ ਕੀ ਹੋਗੀ ਹੁਣ 56 ਹੋਗੀ। ਪ੍ਰੋਡਕਟ ਕੀ ਹੋਗੀ 56 ਹੋਗੀ, ਰਾਈਟ। ਅਤੇ ਇਹਨੂੰ ਜਦੋਂ ਮੈਂ ਇੱਧਰ ਕਰੂੰਗਾ 8 ਨਾਲ ਮਲਟੀਪਲਾਈ, ਤਾਂ ਮੈਨੂੰ ਇਹਨੂੰ ਵੀ 8 ਨਾਲ ਮਲਟੀਪਲਾਈ ਕਰਨਾ ਪੈਣਾ, ਇਹਨੂੰ 64 ਹੋ ਗਿਆ, ਤੇ ਇਹਨੂੰ 7 ਨਾਲ ਮਲਟੀਪਲਾਈ ਕਰੂੰਗਾ, ਇਹਨੂੰ 7 ਨਾਲ ਮਲਟੀਪਲਾਈ ਕਰਨਾ ਬਣ ਗਿਆ 49 ਬਣ ਗਿਆ। ਨਹੀਂ ਕ੍ਰਾਸ ਮਲਟੀਪਲੀਕੇਸ਼ਨ ਵੀ ਕਰ ਸਕਦੇ ਹੋ, ਪਰ ਉਹ ਦੋਵਾਂ ਦੇ ਵਿੱਚ ਹੀ ਹੁੰਦਾ। ਜਦੋਂ 3 ਆ ਜਾਂਦੇ ਫਿਰ ਤੁਹਾਨੂੰ ਐਲਸੀਐਮ ਹੀ ਲੈਣਾ ਪੈਣਾ। ਚਲੋ ਖੈਰ, ਤਾਂ ਬੇਸਿਕਲੀ ਹੁਣ ਮੈਨੂੰ ਪਤਾ ਲੱਗ ਗਿਆ ਵੀ ਜਿਹੜੇ 56 ਔਰੇਂਜ ਹੈ ਉਹਨਾਂ ਦਾ ਜਿਹੜਾ ਸੀਪੀ ਹੈ ਹਨਾ, ਸੀਪੀ ਹੈ ਜਿਹੜਾ ਖਰੀਦ ਮੁੱਲ ਆ ਉਹ 64 ਰੁਪਏ ਹੈ, ਤੇ 56 ਦਾ ਹੀ ਵੇਚ ਮੁੱਲ ਆ ਜਿਹੜਾ ਉਹ ਕਿੰਨਾ ਭਾਈ 49 ਰੁਪਏ ਹੈ। ਹੁਣ ਪਤਾ ਲੱਗ ਗਿਆ ਨਾ ਵੀ ਖਰੀਦੇ 64 ਤੇ ਵੇਚੇ 49 ਦੇ। ਪ੍ਰੋਡਕਟ ਸੇਮ ਹੋ ਗਈ, 56 ਤਾਂ ਆਪਾਂ ਨੂੰ ਸੌਖਾ ਹੋ ਗਿਆ, ਤਾਂ ਹੁਣ ਸਿੱਧਾ ਕੱਢ ਸਕਦੇ ਵੀ 64 ਤੇ 49 ਦੇ ਵੇਚਤੇ। ਨੁਕਸਾਨ ਕਿੰਨੇ ਦਾ ਹੋ ਗਿਆ ਭਾਈ 15 ਦਾ ਨੁਕਸਾਨ ਹੋ ਗਿਆ। 15 ਦਾ ਨੁਕਸਾਨ ਕਾਸਟ ਤੇ ਹੋਇਆ, ਕਾਸਟ ਪ੍ਰਾਈਸ ਤੇ ਕਾਸਟ ਪ੍ਰਾਈਸ ਕਿੰਨਾ 64 ਹੈ, ਤਾਂ 16 ਚੌਕੇ 64, 16 ਚੌਕੇ 64 ਤੇ 25 ਚੌਕਾ 100 ਬਣ ਗਿਆ, ਤੇ ਇਹ ਬਣ ਗਿਆ 25 ਨੂੰ 15 ਨਾਲ ਕਰੋਗੇ 375, 375 ਬਟਾ 16% ਦਾ ਨੁਕਸਾਨ ਹੋ ਗਿਆ, ਰਾਈਟ। 375% ਬਟਾ 16% ਦਾ ਨੁਕਸਾਨ ਸਧਾਰਨ, ਰਾਈਟ ਹੋ ਗਿਆ ਭਾਈ। ਅਗਲਾ ਕਹਿੰਦਾ ਜੇਕਰ ਸੈਲਿੰਗ ਪ੍ਰਾਈਸ ਨੂੰ ਡਬਲ ਕਰ ਦਈਏ ਤੇ ਪ੍ਰੋਫਿਟ ਪਰਸੈਂਟ ਟ੍ਰਿਪਲ ਹੋ ਜਾਂਦਾ। ਪ੍ਰੋਫਿਟ ਪਰਸੈਂਟ ਨਹੀਂ, ਪ੍ਰੋਫਿਟ ਟ੍ਰਿਪਲ ਹੋ ਜਾਂਦਾ, ਤਾਂ ਪ੍ਰੋਫਿਟ ਪਰਸੈਂਟ ਦੱਸੋ ਕਿੰਨਾ। ਦੇਖੋ ਆਮ ਤੌਰ ਤੇ ਜੇਕਰ ਆਪਾਂ ਪ੍ਰੋਫਿਟ ਦੇਖਣਾ ਹੋਵੇ ਤਾਂ ਪ੍ਰੋਫਿਟ ਹੁੰਦਾਗਾ ਸੈਲਿੰਗ ਪ੍ਰਾਈਸ ਮਾਈਨਸ ਕਾਸਟ ਪ੍ਰਾਈਸ। ਇਹ ਮੇਰਾ ਕੀ ਬਣ ਗਿਆ, ਇਹ ਮੇਰਾ ਬਣ ਗਿਆ ਜੀ ਪ੍ਰੋਫਿਟ। ਹੁਣ ਕਹਿੰਦਾ ਜੇ ਸੈਲਿੰਗ ਪ੍ਰਾਈਸ ਨੂੰ ਮੈਂ ਡਬਲ ਕਰਦਾ ਤੇ ਪ੍ਰੋਫਿਟ ਮੇਰਾ ਹੋ ਜਾਂਦਾ ਟ੍ਰਿਪਲ। ਆਹੀ ਹੋਇਆ, ਇਕੁਏਸ਼ਨ ਬਣ ਗਈ। ਹੁਣ ਸੋਲਵ ਕਰ ਲਓ। ਆ ਮੈਂ ਐਸਪੀ ਜਿਹੜਾ ਆਹ ਜਿਹੜਾ ਹੈਗਾ ਤਾਮਝਾਮ, ਇਹਨੂੰ ਮੈਂ ਮਟੇ ਕੇ ਇਹਨੂੰ ਮੈਂ ਥੱਲੇ ਲਿਖ ਲੈਣਾ। ਕਾਰਨ ਕੀ ਹੈ ਕਿ ਸੌਖਾ ਬਣ ਜੂਗਾ ਮੇਰੇ ਤੋਂ, ਰਾਈਟ। ਇੱਥੇ ਪੀ ਆ ਗਿਆ। ਤਾਂ ਹੁਣ ਦੇਖੋ ਭਾਈ ਸੀਪੀ ਆ ਸਾਈਨ ਚੇਂਜ ਕਰ ਦਿੰਦੇ ਆਪਾਂ, ਸੀਪੀ ਤੋਂ ਸੀਪੀ ਕੱਟਿਆ ਗਿਆ, 2SP ਮਾਈਨਸ SP ਕਿੰਨਾ ਰਹਿ ਗਿਆ, ਕੱਲਾ SP ਰਹਿ ਗਿਆ। 3P ਮਾਈਨਸ P ਕਿੰਨਾ ਰਹਿ ਗਿਆ, 2P ਰਹਿ ਗਿਆ। ਤਾਂ ਮੇਰੇ ਕੋਲੇ SP ਰੇਸ਼ੋ ਪ੍ਰੋਫਿਟ ਕਿੰਨਾ ਆ ਗਿਆ, 2:1 ਆ ਗਿਆ। ਦੇਖ ਲਓ SP ਰੇਸ਼ੋ ਪ੍ਰੋਫਿਟ 2:1 ਹੀ ਆ ਗਿਆ। ਇਹਦਾ ਮਤਲਬ ਸੈਲਿੰਗ ਪ੍ਰਾਈਸ ਜੇਕਰ 2 ਹੈ ਤਾਂ ਪ੍ਰੋਫਿਟ ਮੇਰਾ 1 ਦਾ ਹੈ। 2 ਰੁਪਏ ਦੀ ਚੀਜ਼ ਵੇਚ ਕੇ ਜੇਕਰ ਉਹਨੂੰ 1 ਦਾ ਫਾਇਦਾ ਹੋ ਰਿਹਾ ਤਾਂ ਕਾਸਟ ਪ੍ਰਾਈਸ 1 ਹੀ ਹੋਇਆ, ਕਿਉਂਕਿ ਕਾਸਟ ਪ੍ਰਾਈਸ ਕੀ ਹੁੰਦਾ, ਸੈਲਿੰਗ ਪ੍ਰਾਈਸ ਮਾਈਨਸ ਪ੍ਰੋਫਿਟ। ਇਹੀ ਤਾਂ ਹੈ, ਇਹੀ ਕਾਸਟ ਪ੍ਰਾਈਸ ਹੈ ਬੇਸਿਕਲੀ, ਰਾਈਟ। ਤਾਂ 2 ਰੁਪਏ ਦੀ 1 ਰੁਪਏ ਦੀ ਯਾਨੀ ਕਾਸਟ ਪ੍ਰਾਈਸ ਮੇਰਾ ਕਿੰਨਾ ਰਹਿ ਗਿਆ, 1 ਰਹਿ ਗਿਆ, ਰਾਈਟ। ਤਾਂ ਫਾਇਦਾ ਮੇਰਾ ਕਿੰਨਾ ਹੋ ਗਿਆ, 1 ਦਾ ਪ੍ਰੋਫਿਟ ਹੈ ਤੇ 1 ਹੀ ਮੇਰਾ ਕਾਸਟ ਪ੍ਰਾਈਸ ਹੈ, ਤਾਂ 100% ਦਾ ਫਾਇਦਾ ਹੋ ਗਿਆ, 100% ਦਾ ਫਾਇਦਾ। ਲੈਂਗੁਏਜ ਬੇਸਡ ਕੁਐਸਚਨ ਹੈ, ਕੋਈ ਫਾਰਮੂਲਾ ਕੰਸੈਪਟ ਕੰਮ ਆਉਂਦੇ, ਸਿਰਫ ਫਾਰਮੂਲਾ ਨਹੀਂ। ਇਸ ਤੋਂ ਬਾਅਦ ਡਿਸਓਨੈਸਟ ਡੀਲਰ, ਇਹ ਵੀ ਫਨਕਾਰ ਮੈਥਸ ਵਾਲੇ ਚੈਨਲ ਤੇ ਜਾ ਕੇ ਦੇਖੋ, 4-5 ਇਹਦੇ ਤੇ ਮੈਂ ਟਾਈਪਸ ਕਰਵਾ ਰੱਖੀਆਂ ਬਹੁਤ ਤਰੀਕੇ ਦੇ ਨਾਲ। ਇੱਕ ਡਿਸਓਨੈਸਟ ਡੀਲਰ ਹੈ, ਕਹਿੰਦਾ ਉਹ 10% ਲਾਸ ਤੇ ਕਹਿੰਦਾ ਮੈਂ ਵੇਚਦਾ ਭਾਈ। ਇੱਕ ਬੇਈਮਾਨ ਡੀਲਰ ਕਹਿੰਦਾ ਲਾਗਤ ਕੀਮਤ ਹੈ 10% ਦੀ ਹਾਨੀ ਤੇ ਵਸਤੂਆਂ ਨੂੰ ਵੇਚਦਾ ਹੈ। ਵੀ ਮੈਂ ਕਹਿੰਦਾ ਭਾਈ ਮੈਂ ਤੁਹਾਨੂੰ ਵੀ 10% ਲਾਸ ਤੇ ਵੇਚ ਰਿਹਾ, ਹਾਲਾਂਕਿ ਡੀਲਰ ਤਾਂ ਡਿਸਓਨੈਸਟ ਹੈ ਨਾ, ਪ੍ਰੋਫਿਟ ਤਾਂ ਕਮਾਊਗਾ। ਚਲੋ ਤਾਂ 10% ਕਹਿੰਦਾ ਮੈਂ ਤਾਂ ਭਾਈ ਲਾਸ ਤੇ ਵੇਚ ਰਿਹਾ, ਪਰ ਉਹ ਕੀ ਕਮੀ ਕਰਦਾਗਾ, ਉਹ ਕੀ ਕਰਦਾ 18 ਗ੍ਰਾਮ ਦੀ ਬਜਾਏ 16 ਗ੍ਰਾਮ ਦੀ ਭਾਰ ਦੀ ਵਰਤੋਂ ਕਰਦਾ, ਤਾਂ ਉਸ ਦਾ ਲਾਭ ਤੇ ਘਾਟਾ ਪ੍ਰਤੀਸ਼ਤ ਕਿੰਨਾ ਹੈ। ਦੇਖੋ ਹੁਣ ਜਿਹੜਾ ਉਹ 10% ਕਾਸਟ ਪ੍ਰਾਈਸ ਘੱਟ ਕਰੀ ਜਾਂਦਾ, ਵੀ ਕਾਸਟ ਪ੍ਰਾਈਸ ਤੋਂ 10% ਘੱਟ ਵੇਚ ਰਿਹਾ, ਤਾਂ ਇਹਦਾ ਮਤਲਬ 90% 'ਚ ਵੇਚ ਰਿਹਾ। ਕਹਿੰਦਾ ਤਾਂ ਇਹੀ ਹੈ, ਪਰ ਇਹਦੀ 16 ਗ੍ਰਾਮ ਦੀ ਥਾਂ 18 ਗ੍ਰਾਮ ਦੀ ਥਾਂ ਤੇ 16 ਗ੍ਰਾਮ ਹੀ ਲੈ ਰਿਹਾ। ਇਹਦਾ ਮਤਲਬ 90% ਦੀ ਵੈਲਿਊ 16 ਗ੍ਰਾਮ ਹੋ ਗਈ, ਤੇ ਜੇ ਮੈਂ 100% ਦੀ ਵੈਲਿਊ ਕੱਢਣੀ ਹੋਵੇ ਤਾਂ 100% ਦੀ ਵੈਲਿਊ ਕਿੰਨੀ ਆ ਜਾਊਗੀ, 16 ਬਟਾ ਕਿੰਨਾ ਹੋ ਜਾਊਗਾ ਤੁਹਾਡਾ, ਸੌਰੀ 100% ਦੀ ਕਹੇ 2 ਬਟਾ ਦੂਜੇ ਲੋਟ। ਦੇਖੋ 16 ਗ੍ਰਾਮ ਦੀ ਵੈਲਿਊ ਯਾਨੀ ਉਹ 90% ਲੈ ਰਿਹਾ। ਕੀ ਕਹਿੰਦਾ ਵੀ ਮੈਂ 90% 'ਚ ਵੇਚ ਰਿਹਾ, ਰਾਈਟ। ਜੇ ਉਹਨੇ 18 ਗ੍ਰਾਮ ਦਾ ਪੂਰਾ ਕਰਨਾ ਹੁੰਦਾ ਤਾਂ ਐਕਚੁਅਲ 'ਚ ਉਹਦਾ ਕਿੰਨਾ ਬਣਦਾ, ਉਹ ਬਣਦਾ ਭਾਈ ਐਵੇਂ ਕਰਕੇ, ਯਾਨੀ ਕਿੰਨਾ ਬਣ ਜੂਗਾ ਇਹ 2 8 16 2 9 18,
तो 2 चौके 8 तो कितना बन जाऊगा 2 45 तो 45 ਨੂੰ 9 ਨਾਲ ਗੁਣਾ ਕਰੋਗੇ ਤਾਂ ਕਿੰਨਾ ਬਣ ਜਾਊਗਾ 504 504/4 ਬਣਦਾ यानी जे वो 18 ग्राम यूज़ करता तो फिर 504/4 बनता पर वो इन्ना तो कर ही नहीं रहा तो यह मतलब उन्होंने फायदा कितना हो रहा फिर उन्होंने फायदा कितना हो रहा ध्यान के नाल उन्होंने फायदा कितना हो रहा 9 5 45 9 चौका 36 कितना बन जाऊगा 504 नहीं आता भाई 9 5 45 405 आ जाऊगा 405/4 हुण ये देखो बहुत सिंपल जी गल है 16 ग्राम तो 90% दे रहा क्योंकि कहना मैं 10% लॉस से हैं पर एक्चुअल च वो जे 18 ग्राम दिंदा तो इनू 405/4 देना पैंदा पर वो दे नहीं रहा ना यही वो प्रॉफिट है तो प्रॉफिट कितना -100 कर दो 100% तो कितना आ जाऊगा 405 - 400/4 तो कितना आ गया भाई 5/4 आ गया तो 5/4 का प्रॉफिट कमा रहा यानी यह कितना आ जाऊगा 4 एकम 4 101/4 101/4 का प्रॉफिट कमा रहा सिंपल है ना क्योंकि उन्होंने कहना 90% पर 90% की वैल्यू 16 ग्राम ही ले रहा तो 18 ग्राम लेंदा तो 405/4 होंदा पर वो लै नहीं रहा यही प्रॉफिट यह फनकार मैथ्स वाले तो जरूर जाके देखियो उत्थे मेरे कराए हुए ने इस तो बाद आ गया भाई स्पीड्स ऑफ ए एंड बी ए तो बी की जी स्पीड है कहना 3:4 की रखी है ए कहता 20 मिनट ज़्यादा लेंदा बी तो देखो बहुत सिंपल है देखो जो आपको आह स्पीड की रेशो दे रखी हो तो टाइम की रेशो हमेशा स्पीड के उल्ट होंगी है यानी टाइम की रेशो जी आ जाऊगी 4:3 आ जाऊगी यानी जेकर बी 3 टाइम लेंदा तो ए 4 टाइम लेंदा एक ज़्यादा ले रहा तो एक की वैल्यू आपको 20 मिनट दे रखी है ठीक है तो यदा मतलब 20 चौका 80 मिनट ले रहा ए तो 20 30 60 मिनट ले रहा बी राइट अपन पूछा कि अपन पूछागा इन वट टाइम डज ए रीच द डेस्टिनेशन ए किन्ने टाइम पहुँचता गा 80 मिनटा यानी 1 घंटा तो 20 मिनट 1 घंटा तो 20 मिनट का मतलब 1/3 घंटे सीधा आंसर आ गया अगला भाई द डिस्टेंस बिटवीन 2 पॉइंट्स कहना ए तो बी के विचकार की जी दूरी है वो कितनी है भाई 162 किलोमीटर है ए तो बी के विचकार दूरी कितनी है 162 किलोमीटर है ए ट्रेन स्टार्ट्स फ्रॉम ए टूवर्ड्स बी एट द सेम टाइम अनदर ट्रेन स्टार्ट्स फ्रॉम बी टूवर्ड्स ए यानी ऑब्वियस गल है एक ट्रेन इधर तो एक ट्रेन इधर जाती है दे मीट ईच अदर आफ्टर 6 आवर 6 घंटे बाद मिल जाती है इफ द ट्रेन फ्रॉम ए जेकर कहना ट्रेन ए इज़ 8 किलोमीटर प्रति घंटा फास्टर दैन द वन अदर वन 8 किलोमीटर प्रति घंटा ज़्यादा है तो स्पीड दोनों की पता करो फाइंड आउट द स्पीड ऑफ द 2 ट्रेन्स आसान देखो हुण 162 है किलोमीटर 6 घंटे में जेकर मिल जाती है हुण जिहड़ी डिस्टेंस तो रैलेटिव स्पीड होंदी है रैलेटिव स्पीड बराबर होंदा टाइम ये रैलेटिव स्पीड जेकर ऑपोजिट डायरैक्शन दे विच होवे तां दोनों स्पीडां जुड़ जांदियां ते जे सेम डायरैक्शन होवे तां दोनों स्पीडां घट जांदियां ये सारिਆਂ ਨੂੰ पता होगा राइट तो बेसिकली 6 घंटे बाद मिल जाती तो आप रैलेटिव स्पीड कढ़ लाँगे हुण रैलेटिव स्पीड कितनी आ गई 6 दूना 12 6 7 42 तो यानी रैलेटिव स्पीड है जी भाई वो कितनी आ गई 27 आ गई यानी दोनों की स्पीड मिला के जी बनती है वो 27 बनती है पहली गल तो सीधा ही कढ़ सकते हो देखो 13 ते 10 कितना बनता 24 24 ते 25 बनता ये आंसर नहीं हो सकता 17 ते 9 जो बन गया 26 26 ते 27 ये आंसर हो सकता 13 ते 9 13 ते 9 24 22 है ना 13 ते 9 22 ये भी नहीं होगा 17 ते 28 बन गया ये भी नहीं है सीधा आंसर आ गया पर वही गल है भी फिर भी ठरमे के नाल जिक्र कढ़ोगे तो x प्लस वाई अपने को कितना आ गया 27 आ गया 27 आ गया आपने कहा भी ए की स्पीड है जी भाई वो 8 किलोमीटर प्रति घंटे ज़्यादा है तो ज़्यादा है तो दोनों के स्पीड का डिफरेंस है जो बेसिकली 8 है तो 27 ते 8 कितना आ गया 35 आ गया तो एक्स की वैल्यू कितनी आ जू 35/2 35/2 तो 17.5 आ गया यदा मतलब दूसरे की वैल्यू जी हैगी 9.5 तो 17.5 तो 9.5 डायरैक्ट ठीक हो गया सौखा सी क्वेश्चन है था 2 साइकिलिस्ट देखो भाई बहुत क्वेश्चन ये गलत करके गए जवाब करते बेसिकली 2 साइकिल सवार एक गोलाकार ट्रैक तो शुरू होंगे हैं ਅਤੇ एक दिते गए बिंदु तो शुरू करते हैं परंतु उल्ट दिशावां वाल क्रमवार 7 मीटर प्रति सेकंड 8 मीटर प्रति सेकंड की चाल नाल चलते हैं जेकर चक्कर का घेरा कहना 300 मीटर है तो वह शुरुआती बिंदु से पहली बार किन्ने समय बाद मिलणगे हुण क्वेश्चन बहुत घैंट है कारण की है कि इत्थे आ गया सर्कुलर फील्ड का मतलब की है हुण एक बिंदु तो मान लो उन्होंने स्टार्ट किया तो घुम घुमा के एक तो इधर भज गया एक भज गया इधर नूं आपां नूं पुछिया की आ आफ्टर वट टाइम दे मीट फॉर द फस्ट टाइम एट द स्टार्टिंग पॉइंट का मतलब इत्थे ही
वो कदों मिलणगे। हुण काफ़ी जाने करनगे भी अच्छा 300 मीटर की दूरी है, ऑपोजिट डायरैक्शन है, तो 8 ते 7 15 आ गया, तो 20 सैकंड बाद मिल जाएंगे, 20 सैकंड बाद मिलता जाएंगे, ये तो ठीक है, पर सेम पॉइंट तो नहीं मिलते। कारण की है देखो, मान लो ये 7 की स्पीड है, 20 सैकंड बाद 140 हो जू, मान लो इतों तक हो गया, तो ये मान लो ये 8 की स्पीड है, तो 20 8 160, तो ये इतने मिल गई बेसिकली, राइट। मिले तो इतने है, स्टार्टिंग पॉइंट तो आप है, मिलना तो स्टार्टिंग पॉइंट से है, मिलना तो मिल मित्र उस थां ते, राइट। यानी कहने का मतलब की है कि सेम पॉइंट तो है ही नहीं, तो सेम पॉइंट है नहीं, तो इस तरीके आंसर नहीं हो सकता। पर काली काली आप आंसर एवं कढ़ जाएंगे, आंसर एवं कढ़ांगे तो फिर 20 सैकंड पहले ऑप्शन की पिया कह दोगे चक दो जी, नहीं नहीं एवं नहीं करना। देखो तो 300 की हैगी है स्पीड, सॉरी 300 की हैगी दूरी। हुण जो पहला, हुण जे मान लो पहले की स्पीड जी हैगी भाई वो कितनी है 7 मीटर प्रति सेकंड, तो यह मतलब ਇਹਦਾ ਜਿਹੜਾ टाइम है वो कितना 300/7 हो गया, ये पहले का। जे मैं दूजे की गल करा तो 300 की दूरी, तो वो स्पीड हैगी जी 8, तो 300/8। तो हुण पहली यानी जी सेम पॉइंट पर मिलणगे, सेम पॉइंट पर मिलने का मतलब भी सेम बैल कदों वजूगी। आप देखते हो ना सेम बैल, यानी इक्को बार कोई बैल 15 सैकंड बाद वजदी है, फिर 60 सैकंड बाद वजदी है, फिर 25 सैकंड बाद वजदी है, फलाना तो कैम करते होंगे, तो वो कदों कट्ठियां वजणगे बैल्लां, कट्ठियां वजणगे तो आप की करते होंगे LCM, LCM ही फिर इतने कढ़ना, LCM कढ़ लो भाई। तो 300/7 का तो 300/8 का LCM कढ़ना, तो LCM का फार्मूला की होंदा फ्रैक्शन दे विच, उपर वाले का LCM तो नीचे वाले का HCF। LCM हो गया 300 तो 300 का, HCF हो गया 7 ते 8 का, 7 ते 8 का HCF 1 आ गया, 300 का LCM 300 ही आ गया। तो यदा मतलब वो 300 सैकंड बाद सेम पॉइंट पर मिल जाएंगे, आंसर अपना आ गया। पर बहुत जाने क्वेश्चन गलत करनगे, ठीक है, सो ध्यान दे नाल करना है। ठीक हो गया, कितना टाइम हो गया, 1 घंटा पूरा। चलो क्वेश्चन पे हज कर लेने, राइट। अगला क्वेश्चन पे ध्यान दे नाल कहंदा A एंड B फिनिश ए वर्किंग अलोन 18 ते 24, ठीक है जी, 18 24 72 टोटल आप काम मान लेने, ठीक है। तो 18 चौक 72, एक दे 4 कर दे, तो एक दिन आह कितना करू 3 करूँगा। दे स्टार्टेड टूगैदर बट ए लैफ्ट 3 डेज बिफोर द कंप्लीशन ऑफ द वर्क। देखो जो आफ्टर 3 डे होंगे फिर तो आप आराम ना कढ़ लेंगे, पर इन्हें कहा भी बिफोर द कंप्लीशन ऑफ द वर्क। हुण बिफोर द कंप्लीशन ऑफ द वर्क मान लो वर्क किन्ने दिनों खत्म होया अपन नहीं पता, पर जिन्ने दिनों खत्म होया उदों 3 दिन पहला ए छड्ड गया। हुण बहुत सिंपल गल है, जिन्ने दिनों के भी काम खत्म होया वो काम तो 72 ही खत्म होया। मैं कहना भी मैं ए नूं जाण नहीं दिता, जे ए ना जांदा तो काम होर होंदा, तो काम ज़्यादा हो जाता, हालांकि उन्हें अपन लोड़ नहीं है ना, 72 काम 72 ही पूरा करना, ये काम छड्ड के चला गया, इसे करके कुछ दिनों के काम खत्म होया। पर जे मैं कहना भी ये छड्ड के ना जाता, हुण ये 3 दिन पहले छड्ड के गया, मान लो ये 3 दिन काम ना छड्ड के जाता तो 12 काम होर कर दिंदा, जिहड़ा कि अपन लोड़ नहीं, पर आपां क्वेश्चन सौखा करता कि 12 काम आप जोड़ ही दिने विच, तो 12 काम जोड़िया तो कितना बन गया 72 के साथ 84 काम हो गया। हुण तो कोई नहीं ना छड्ड के गया, कोई नहीं छड्ड के गया, तो कोई नहीं छड्ड के गया, तो हुण काम कितना 4 ते 3 7 कर दे, तो जेकर दोने काम मिल के 7 कर दे तो किन्ने दिनों कर देंगे 12 दिनों, सौखा। हुण काफ़ी जाने करी जाणगे एवें करके, उल्ट कर गया मैं भी, इत्थे आऊगा एवें करके, कोई फायदा नहीं था, कोई भी फायदा नहीं हैगा। 1/x बोलना तो करूँगी, ठीक है। फार्मूले तो मैनू वैसे आप भी नहीं आते, बेसिक है, फार्मूले की लोड़ ही नहीं पैंदी। ए नूं जान ही ना दो, वो कहता भी ए जिहड़ा हैगा भाई वो 3 दिन पहले चलिया जाता, मैं कहा नहीं जान देना मैं, तो 12 काम होर हो जाऊगा, 3 चौके 12 काम भी विच जोड़ दो। हुण तो दोनों जाने कोई गया नहीं, 12 7 84 12 दिनों काम खत्म हो गया, सौखा है। अगला आ गया भाई, देखो 3/4 समय में ए बी नालों अद्धा काम करता है, जे इकट्ठे मिल के वो किसी काम पूरा करने लिए 18 दिन लेंदे आ, तो बी नूं कहंदा इस करने लिए कितना समय लगेगा। बहुत सिंपल है, देखो ए नूं अद्धा काम करने दे लई, आह अद्धा काम करने दे लई 3/4 टाइम लग्या बी नालों, आ रेशो बन गई बस। MDH मसाला सारे नूं पता होना चाहिए, बटा वर्क है, आ मैन है, आह दिन है, तो आह घंटे आ वर्क है, तो यही कंसैप्ट इत्थे वरत्या गा। आ बैन हो गया ए, टाइम कितना लिया 3/4, वर्क कितना 1/2, आ 1/2 आ जिहड़ा 2 उपर चले जाऊगा, तो 2 दूनी 4, तो ए दी रेशो बी नाल कितनी आ गई 2:3 आ गया,
सीधा सीधा ए ने अद्धा काम किया 3/4 हिस्से दे विच बी दे नाल राइट। सो 2:3 आ गया दोनों मिलकर 18 दिन काम खत्म कर दिया। इतने दोनों मिलकर काम कितना कर रहे हैं 5 18 दिन कितना कर देंगे 18 5 90। हुण कहंदा कल्ला बी किन्ने दिन कर दूगा बी एक दिन दे विच 3 कर रहा तो 90 काम नूं किन्ने दिन कर दू 30 दिन 30 दिन आंसर आ गया। अगला भाई कहना आमिर कैन डू एज मच वर्क इन 5 डेज। आमिर कैन डू एज मच वर्क इन 5 डेज ਜਿਹੜਾ ਕਹਿੰਦਾ ਬਿਨੋਏ ਆ ਉਹ 8 ਦਿਨਾਂ ਦੇ ਵਿੱਚ ਕਰਦਾ ਗਾ। ਠੀਕ ਹੈ ਜੀ ਠੀਕ ਹੈ। ਇਸ ਤੋਂ ਬਾਅਦ ਕੀ ਕਹਿੰਦਾ ਬਿਨੋਏ ਕੈਨ ਡੂ ਐਜ਼ ਮਚ ਇਨ 4 ਡੇਜ਼ ਐਜ਼ ਚਮਨ ਇਜ਼ 9 ਡੇਜ਼। ਠੀਕ ਹੈ ਭਾਈ ਇਹਨੂੰ ਹੋਰ ਤਰੀਕੇ ਨਾਲ ਵੀ ਕੱਢ ਸਕਦੇ ਦੇਖੋ ਧਿਆਨ ਨਾਲ। ਆਮਿਰ ਕਹਿੰਦਾ कैन डू 5 दिनों के बिनोए आ जो 8 दिनों करता दोनों मिलकर काम कितना करते 40 करते आह एक दिन 8 करूगा आह एक दिन 5 करूगा। बहुत सिंपल जी गल है। हुण कहंदा बिनोए आ जो कैन डू जोड़ा है वह बिनोए आ जो 4 दिनों करता चमन आ जो उस काम 9 दिनों करता तो बी तो सी की जी रेशो आ गई वो कितनी आ गई 9 तो 4 आ गई। बी तो सी की जी रेशो आ गई 9 तो 4 आ गई। हुण कहंदा चमन दसो कहंदा किन्ने टाइम काम करूगा जो आमिर 2.5 दिनों के करता। हुण आमिर का एक दिन का काम कितना 8 है एक दिन का काम जेकर 8 तो 2.5 दिनों के कितना कर दूगा 8 दूनी 16 तो 4 20 काम कर दूगा 20 काम कर दूगा। हुण कहंदा इसे काम नूं चमन किन्ने दिनों करूगा। हुण देखो बहुत सिंपल जी गल है जे आह 20 काम आमिर ने 2.5 दिनों किया आह एक दिन 5 करदा तो बी किन्ने दिनों कर दूगा 4 दिनों बी किन्ने दिनों कर दूगा 4 दिनों। हुण आपां नूं सिंपल लैंगुएज दे दिता होया कि बी आ जिहड़ा बिनोए यानी कि जिन्ना काम 4 दिनों करदा चमन 9 दिनों करदा। सीधा आंसर आ गया सीधा ही आंसर आ गया। आपां देखो बहुत सिंपल जी थ्योरी है बहुत सिंपल आ भी करने की लोड़ नहीं पई देखो सीधा 9 आंसर आ गया। ध्यान दे नाल आमिर ते आह हैगा अपना बिनोए 5 दिनों काम करता 8 दिनों काम करता 40 काम एक दिन 8 करता एक दिन 5 करता 2.5 दिनों के कितना करूगा 20 काम करूगा। हुण इसे 20 काम नूं जिहड़ा बिनोए आ किन्ने दिनों कर दूँ 4 दिनों कर दूगा तो चमन किन्ने दिनों करू इसे काम नूं राइट यही तो गल है राइट। उन्हें कहा भी बिनोए आ जिहड़ा 4 दिनों करता चमन उसे काम नूं 9 दिनों करता सीधा 9 आंसर आ गया। नहीं तो फिर रेशो कढ सकते सी रेशो किवें कि पहला आमिर ते बिनोए इन्हां दी रेशो कढ लो 8:5 है ए ते बी दी फिर इन्हां दी कढ लो है ना 4 दिन है तो 9:4 आ गया। फिर ए बी सी की रेशो कटोगे जिन्नी भी आजू फिर ए नूं 2.5 गुणा करोगे फिर बटा चमन करोगे फिर भी आंसर तो आ जाऊगा पर सीधा सीधा आंसर आ गया है ना। कंसैप्ट बेसिक कंसैप्ट कोई रट्टा नहीं। 72 वर्कमैन आर इंप्लॉयड टू फिनिश द वर्क इन 60 डेज। कहता 72 बंदे लाए 60 दिनों जो कहता काम खत्म कर सकते हैं। ठीक है जी बट कहना 30 दिनों में पता लगता कि काम तो सिर्फ 1/4 ही होया यानी जेडे 72 बंदे लगे आ यानी जेडे 72 बंदे लगे आ उन्होंने 30 दिनों के विच सिर्फ 1/3 काम ही किया 1/4 काम ही किया 1/4 काम ही किया। हुण कहना दसो किन्ने बंदे होर ज़्यादा चाहिए कि वह टाइम ते काम खत्म हो जाए किन्ने बंदे चाहिए किन्ने वर्कर होर चाहिए एक्स ला दूँ पूरे किन्ने वर्कर होर चाहिए कि इन टाइम काम खत्म हो जाए। दिन किन्ने रह गए 60 के 30 दिन तो लग गए 30 दिन ही रह गए तो काम कितना रह गया 3/4 1/4 तो हो गया 10 आ गया W कट्टिया जाऊ ठीक है ना तो 10 कितना आ गया 30 आ गया राइट यानी 72 30 कितना होता 3 दूनी 216 आ गया तो 216 वर्कर आपको चाहिए 216 वर्कर पूछा की है किन्ने होर ज़्यादा चाहिए क्योंकि टोटल 216 आया 72 तो अपने को ऑलरेडी है तो किन्ने होर ज़्यादा चाहिए 144 तो 144 होर ज़्यादा चाहिए 144 इज़ द राइट आंसर 144 कितना आंसर आ गया सिंपल। ठीक है भाई समझ गए ना सौखा जा क्वेश्चन से 144 पानी पी लिए माड़ा जा ठीक है। अगला क्वेश्चन करते हैं देखो कहना जी 400 स्टूडेंट
वर सपोज टू गो टू अ कैंप फॉर 400 डेज 100 डेज 400 स्टूडेंट कहना 100 दिन वास्ते यानी कोई कैंप जोड़ा है लगता है 400 विद्यार्थियों ने 100 दिन लिए कैंप में जाना सी ठीक है 20 दिन बाद कहते 40% जोड़े स्टूडेंट आ वो कैंप छड्ड जाते हैं हुण ਇਹਦਾ मतलब की है कि 40% जोड़े स्टूडेंट छड्ड गए ਇਹਦਾ मतलब 40% का मतलब 160 जाने छड्ड गए तो स्टूडेंट किन्ने रह गए सिर्फ 240 रह गए स्टूडेंट अपने को 240 रह गए कहता इफ द कैंप हैड फूड फॉर ऑल ऑफ दैम फॉर 100 डेज जेकर कहता जे कैंप में 100 दिन ਲਈ ਉਹਨਾਂ ਸਾਰਿਆਂ ਲਈ ਭੋਜਨ ਹੁੰਦਾ ਹੈ ਤਾਂ ਭੋਜਨ ਹੋਰ ਕਿੰਨੇ ਦਿਨਾਂ ਤੱਕ ਚੱਲੇਗਾ देखो बहुत सिंपल जी गल देखो अपने को भोजन जो पिया वो किन्ना पिया 400 गुणा 100 ठीक है 20 दिन चलिया है हुण 400 जाने ने 20 दिन खादा यानी भोजन अपने को किन्ना पिया हुण 400 गुणा 80 पिया देखो बहुत सिंपल जी गल है 400 जाने का भोजन 100 दिनों का पिया 20 दिन खाते 400 जाने 20 दिन क्यों क्योंकि 20 दिनों बाद 400 रहिंदा ही नहीं 40% छड्ड जांदा हुण अपने को खाना जिहड़ा पिया वो 400 जाने का 80 दिनों का पिया पर खाण वाले किन्ने सिर्फ 240 खाण वाले जेकर सिर्फ 240 है तो हुण किन्ने दिनों तक यही खाना चलूगा किन्ने दिनों तक यही खाना चलूगा 400 जाणियां दा 80 दिनों का भोजन पिया 400 जाणियां दा 80 दिनों का भोजन पिया ये पिया 240 जाणे ने खाना तो दसो किन्ने दिनों तक ये खाणगे तो 80 30 तो 400 बटा 3 तो 133.33 इन्ने दिनों तक वो खाएंगे भाई समझ में बात आई बहुत ज़्यादा सौखा बहुत ज़्यादा आसान ठीक है भाई अगला करिए अगला देखो विद ए गिवन रेट ऑफ सिंपल इंटरेस्ट द रेशो ऑफ द प्रिंसीपल एंड द अमाउंट ऑफ सर्टेन पीरियड 4:5 आफ्टर 3 साल बाद कहता सेम रेट ऑफ इंटरेस्ट द रेशो ऑफ द प्रिंसीपल देखो अपन प्रिंसीपल ते अमाउंट की रेशो दे रखी है जी कि 4:5 है जी कि 4:5 है तो कहता 3 साल बाद प्रिंसीपल ते अमाउंट की रेशो जी हो जाती है वो भाई 5:7 हो जाती है हुण जो सिंपल इंटरेस्ट आ सिंपल इंटरेस्ट से कदे भी प्रिंसीपल चेंज नहीं होंदा कंपाउंड इंटरेस्ट से क्योंकि इंटरेस्ट लगता रहता हर साल तो प्रिंसीपल चेंज होंदा रहता पर इत्थे प्रिंसीपल चेंज नहीं होना चाहिए तो प्रिंसीपल बराबर कर दो भाई बराबर करांगे तो इहनूं 5 नाल मल्टीप्लाई इहनूं 4 नाल मल्टीप्लाई तो भाई ये कितना आ गया 5 चौका 20 तो कितना आ गया 25 आ गया ये आ गया 4 5 20 तो 4 7 28 आ गया तो हुण 25 तो जी अमाउंट सी वो कितनी होगी 28 होगी यानी 3 का लग गया ब्याज किन्ने सालों का 3 सालों का ठीक है रेट कितना वो आप कढ़ना प्रिंसीपल कितना अपने को 20 है वटा ला दो 100 राइट तो 20 5 3 नाल 3 कट्टा गया तो रेट मेरा कितना आ गया जी 5% रेट मेरा कितना आ गया 5% सिंपल है हुण कई जने की करनगे भी 3 का प्रॉफिट आ गया 3 का इंटरेस्ट आ गया 25 ते आ गया वो सीधा ये कर देंगे या तो 4 30 12% कर देंगे तो या फिर 3 साल ला भी देंगे तो 4% आंसर कर देंगे वो 25 प्रिंसीपल मान लेंगे क्योंकि उन्होंने लगूगा भी 25 तो 28 होया ना भाई ये तो अमाउंट है इंटरेस्ट तो 3 का ही आया पर आया तो 20 ते ही है ना 20 ते आया 3 साल बाद प्रिंसीपल 20 है प्रिंसीपल नहीं चेंज होया तो 20 लाना 5% आंसर आ जाऊगा ठीक है चलो समझ लगी भाई चलो ठीक है अगला हुण देखो भाई कहना सर्टेन सम वाज लेंट कहना एक निश्चित रकम नूं सुधारण ब्याज ते कुछ समय लई उधार दिता गया सी जो कि सालां दे रूप विच सांख्यिक तौर ते सालाना ब्याज की दर के बराबर है यानी रेट ते टाइम बराबर है जे कमाया गया ब्याज कहना 9/16 के बराबर सी तो सालाना ब्याज की दर कितनी है देखो हुण जिहड़ा इंटरेस्ट ते प्रिंसीपल का जिहड़ा रेशो कितना 9:16 का यानी जेकर 9 इंटरेस्ट आ गया तो 16 प्रिंसीपल है राइट है रेट ते टाइम अपने को इत्थे बराबर दिता होया बटा 100 है राइट हुण रेट ते टाइम बराबर है रेट कढ़ना तो मैं टी नूं भी आर ही लिख लेना तो ये आर स्केयर बन जू बेसिकली आर स्केयर आ गया तो कितना आ जाऊगा जी 900 बटा 16 बराबर आ गया आर स्केयर तो 900 हो गया जी 30 बटा 16 यानी 4 कितना आ जाऊगा जी ये 15 बटा 2 यानी 7.5% मेरा की आ गया रेट आ गया सिंपल जो क्वेश्चन है तो बहुत बार पेपर के आते भी रहते हैं सौखे जो क्वेश्चन ए सम इज बींग एक रकम को कहता 20% सालाना मिश्रित ब्याज की दर उत्ते उधार दिता जाता है तो चौथे और 5वें साल का ब्याज अनुपात कढ़ो हुण कई जाने कांट से आंसर ला देंगे बिना सोचे समझे कि अपन जो मूलधन पता ही नहीं देखो भाई तो कंपाउंड इंटरेस्ट की होंदा गा
आही है ना। देखो एक सम कहना 20% कंपाउंड इंटरस्ट है, मतलब की है कि 5 की थां ते उन्होंने 6 रुपये मिल जाते हैं, 5 की थां ते 6 रुपये मिल जाते हैं, चाहे वो पहला साल हो तां भी 5 की थां ते 6 मिलणगे, चाहे दूजा साल है तां भी 5, रेशो तो यही रहू हर साल, क्योंकि 20% का मतलब की है, रेट तो यही है ना 20%, रेट का मतलब तो मूलधन चेंज होता रहूगा पर रेट सेम रहूगा, ठीक है। मूलधन तां चेंज होता क्योंकि आप इंटरस्ट कंपाउंड इंटरस्ट ऐड कर दें, पर रेशो तो नहीं चेंज होंगी क्योंकि 20% है तो 20% का मतलब 120/100 कह लो, राइट। तो कहने का मतलब उन्होंने 5 की थां ते 6 रुपये मिल जाते हैं, तो चौथे साल जेकर 5 मिलणगे तो 5वें साल उन्होंने 6 मिल जाएंगे, तो चौथे साल से 5वें साल की रेशो 5:6 आ गई। सीधा जा क्वेश्चन है, राइट। अगला, डिफरेंस बिटवीन द कंपाउंड इंटरस्ट एंड सिंपल इंटरस्ट अर्नड एट द एंड ऑफ द सेकंड ईयर ऑन ए सम ऑफ मनी एट 10% पर एनम इज 20 रुपये, फाइंड द सम। देखो बहुत सिंपल जी गल है, कहता कंपाउंड इंटरस्ट ते सिंपल इंटरस्ट से जो डिफरेंस है वो 10% की दर से कहता 20 रुपये है ना, एंड ऑफ द सैकंड ईयर। बहुत सिंपल है, देखो जब भी 2 साल आ जाए तो इनू 1/10 लिख के उन्नी पावर कर दो जिन्ने साल है, तो मैं मूलधन 100 मान लेना, मूलधन 100 है तो 1/10 है, 1/10 है, यानी पहले साल का इंटरस्ट 10 है, दूसरे साल का इंटरस्ट 10 है, तो सिंपल इंटरस्ट है 10 से भी गां 10% लग जू, यानी 1 रुपया। तो हम आह तो मेरा आ गया कंपाउंड इंटरस्ट, तो आ मेरा है सिंपल इंटरस्ट। कंपाउंड इंटरस्ट 1 रुपये है, सिंपल इंटरस्ट 20 रुपये है, डिफरेंस मेरा आही है, तो इसे डिफरेंस में 20 रुपये दिता होया, इसे डिफरेंस में 20 रुपये दिता होया, तो 100 रुपये की वैल्यू कढ़ लो फिर मूलधन, तो 20 × 100 यानी 2000 रुपया जोड़ा है वो प्रिंसीपल आ गया। व्हाट इज द सम, राइट, सौखा। चलो, देर आर कहना एक चरवाहे अते भेडां चराउण वाले खेत में कुछ चरवाहे अते भेडां हुंदियां हन, ठीक है। सिरां की गिनती कहना 60 है, तो कुल लत्तां की गिनती 168 है। जेकर आदमी अते भेडां दोवें शामिल हैं तो भेडां की गिनती कितनी है। देखो जेकर 60 सिर है तो मैं सारे की लत्तां 4 मान लेना, जो सारे लत्तां 4 मनिया तो लत्तां कितनी हो गई 240, पर एक्चुअल के इन्नियां लत्तां है नहीं, लत्तां 168 है, तो लत्तां मैं कितनियां ज़्यादा गिननियां, लत्तां मैं ज़्यादा गिननियां भाई, 10 के विचों 8 कड्ढे 2, 13 के विचों 6 कड्ढे 7, तो मैं 2 लत्तां ज़्यादा गिन गया। यदा मतलब जिहड़ियां 2 लत्तां ज़्यादा गिन गया, यदा मतलब वो ज़्यादा वाले कौन होणगे, जिन्हां दी लत्तां 2 होणगियां, उन्हां दी भी मैं 4 कर गई, यानी आदमी। तो आदमी जिवें उन्हां दी 2 लत्तां कढ़दा तो वो आदमी किन्ने रह गए, 36 रह गए। तो जेकर 60 के विचों आदमी 36 है तो फिर 24 कौन है, भेडां। तो अपन पूछा की आ नंबर ऑफ शीप, तो नंबर ऑफ शीप कितनी है, 24। सिंपल है ना, 60 जने के मैं 4 लत्तां लाती, टोटल लत्तां 240 हो गई, पर लत्तां 168 ही है, लत्तां 168 है, तो मतलब 72 जने की मैं ज़्यादा लत्तां लातियां, घटा दें 2 लत्तां ज़्यादा, तो 36 जने जिन्होंने लत्तां ज़्यादा लातियां, तो यह मतलब 24 भेडां। इस तो बाद आ गया जी 2 वैसल ए एंड बी, जिन्हों के अल्कोहल 5:2 है, एक वैसल है जी 7:6 है। कहता वट इज़ द रेशो इन विच दीज मिक्सचर आर मिक्सड, कहता कि रेशो के इन्होंने मिक्स करा कंटेनिंग द अल्कोहल, कहता भाई जी बी यानी कि न्यू मिक्सचर है जो बेसिकली वो इन्होंने मिश्रण में मिला के 8:5 बनता है, राइट, यानी कि 8:5 आता भी कि रेशो के मैं एलीगेशन मैथड लगूगा, कोई भी एक लै लो, जिमें 5:2 है तो ये मैं 5/7 ले लिया, ये भी पहला ले लेने तो ये 7/13 है, तो इधर कितना आ जाऊगा 8:5 तो 8/13 आ गया, तो आह 1/13 बन गया, तो आह 8/13 तो -5/7 यानी कितना आ जाऊगा ना 5/7 चुक ढा लो है ना, 5/7 चुक ढाओगे तो 13×7 91 आ गया, 13×5 65 आ गया, तो 8×7 56 आ गया, तो 65 तो 56 कितना होगा 9 बनता है ना, 9/91 9/91, तो 13×7 91, 7 इधर आ जाऊगा, तो 7:9 उन्होंने मिला दो, 7:9 यानी उन्होंने मिला दो। कोई भी लै सकते हो, कोई जरूरी नहीं है कि पहला ही लेना, दूसरा भी लै सकते हो, इनू मैं 2/7 ले लेना, इनू मैं 6/13 ले लेना, इधरों 5/13 ले लेना, तो वही आ जाऊगा 1/13 बन जाऊगा, तो इधर करके देखूँगा 13×7 91 है, 13×2 26, 5×7 35, 35 के 26 घटा दो, तो फिर भी 9/91 ही आऊगा, तो 9/91 13×7 91 7:9, जोड़ा मर्जी ले लो, किसी भी एक लैके बेसिकली तुम ये एलीगेशन मैथड के कढ़ सकते हो। ठीक हो गया भाई। अगला कहता एक पॉट कंटेन्स एक बर्तन में कहता 4:3 के अनुपात का दुध तो पानी का मिश्रण है, और एक होर बर्तन है जिहदे 3:4 नाल दुध ते पानी का मिश्रण होंदा है। दूजे मिश्रण नूं कहता पहले दे 7 लीटर विच किन्ने लीटर मिला के पाउणा चाहिए है तां जो नतीजे वजों पैदा होने वाले मिश्रण विच दुध ते पानी 6:5 होना। बहुत सिंपल, देखो
ਆਪਾਂ ਨੂੰ ਕੀ ਕਿਹਾ ਵੀ ਪਹਿਲੇ ਬਰਤਨ ਦੇ ਵਿੱਚ 4:3 ਹੈ, ਦੂਸਰੇ ਬਰਤਨ ਦੇ ਵਿੱਚ 3:4 ਹੈ। ਕਹਿੰਦਾ ਕੀ ਆ ਕਿ ਇਹਦੇ ਵਿੱਚ ਜਿਹੜਾ ਹੈਗਾ 7, ਇਹਦੇ ਵਿੱਚ 7 ਲੀਟਰ ਹੈ, ਇਹਦੇ ਵਿੱਚੋਂ ਕਹਿੰਦਾ ਕਿੰਨੇ ਲੀਟਰ ਹੋਵੇ ਕਿ ਦੋਨਾਂ ਨੂੰ ਮਿਲਾ ਕੇ ਜਿਹੜਾ ਹੈਗਾ ਭਾਈ ਉਹ 6:5 ਬਣ ਗਿਆ, 6:5 ਬਣ ਗਿਆ। ਬਹੁਤ ਸਿੰਪਲ ਆ, ਦੇਖੋ ਧਿਆਨ ਦੇ ਨਾਲ ਕਿਵੇਂ ਕੱਢਾਂਗੇ। ਹੁਣ ਇਹਦੇ ਵਿੱਚੋਂ 4/7 ਲੈ ਲੈਣਾ। ਅੱਛਾ ਇਹ ਕਿੰਨਾ ਗਾ 7 ਗੁਣਾ ਕਿੰਨਾ ਆ ਗਿਆ 7 ਪਲੱਸ ਹੁਣ ਆਹ x ਮੰਨ ਲਿਆ ਮੈਂ ਤਾਂ 3/7 ਹੈ, ਪਰ ਇਹ ਕਾਸ਼ ਦੇ ਵਿੱਚੋਂ x ਦੇ ਵਿੱਚੋਂ, ਠੀਕ ਹੈ ਜੀ, ਕੋਈ ਚੱਕਰ ਵਾਲੀ ਗੱਲ ਨਹੀਂ, ਵਟਾ ਰਾਈਟ ਹੈ। ਹੁਣ ਇਹਦੇ ਵਿੱਚੋਂ ਲਿਆ ਮੈਂ 3/7, ਇਹ ਪਾਣੀ ਹੈ ਰਾਈਟ। ਇਹ ਕਿੰਨੇ ਦੇ ਵਿੱਚੋਂ ਲਿਆ 7 ਦੇ ਵਿੱਚੋਂ ਲਿਆ। ਅੱਛਾ ਇਹਦੇ ਵਿੱਚੋਂ ਲਿਆ ਮੈਂ 4/7, ਕਿੰਨੇ ਦੇ ਵਿੱਚੋਂ ਲਿਆ x ਦੇ ਵਿੱਚੋਂ ਲਿਆ, ਤੇ ਦੋਨੇ ਮਿਲਾ ਕੇ ਕਿੰਨਾ ਬਣਦਾ 6:5 ਰਾਈਟ ਹੈ। ਹੁਣ ਜੇ ਲਘੁੱਤਮ ਲੈ ਲਓਗੇ ਤਾਂ 7 ਨਾਲ 7 ਕੱਟਿਆ ਹੀ ਜਾਣਾ, ਲੈ ਕੇ ਦੇਖ ਲਓ ਭਾਵੇਂ, ਠੀਕ ਹੈ, 7 ਨਾਲ 7 ਕੱਟਿਆ ਜਾਊਗਾ, ਠੀਕ ਹੈ। ਤਾਂ ਇਹ ਕਿੰਨਾ ਬਣ ਜਾਊਗਾ 4 7 28 ਪਲੱਸ ਕਿੰਨਾ ਬਣ ਗਿਆ 3x, ਤੇ ਇੱਥੇ ਕਿੰਨਾ ਬਣ ਜਾਊਗਾ, ਇੱਥੇ ਵੀ 7 ਆ ਜਾਊਗਾ, ਤਾਂ 3 7 21 ਪਲੱਸ ਕਿੰਨਾ ਬਣ ਜਾਊਗਾ 4x, 7 ਨਾਲ 7 ਕੱਟਿਆ ਗਿਆ, ਤਾਂ ਇਹ ਕਿੰਨਾ ਬਰਾਬਰ ਆਪਾਂ ਨੂੰ ਦਿੱਤਾ ਹੋਇਆ 6:5, ਤਾਂ 28 5 140, 5 30 15x, 6 1 21 6 126, ਤੇ 6 4 24x, ਤਾਂ 140 126 ਘਟਾ ਲਓ ਤਾਂ ਕਿੰਨਾ ਬਣ ਗਿਆ 14, ਤੇ ਇੱਧਰ ਬਣ ਜਾਊਗਾ 9x, ਤਾਂ x ਦੀ ਵੈਲਿਊ ਕਿੰਨੀ ਆ ਗਈ ਜੀ 14/9, ਤਾਂ ਇਹਦਾ ਮਤਲਬ x ਦੀ ਵੈਲਿਊ 14/9 ਹੈ, ਯਾਨੀ ਦੂਸਰੇ ਕੰਟੇਨਰ ਦੇ ਵਿੱਚ 14/9 ਹੈ। ਠੀਕ ਹੋ ਗਿਆ, ਸਿੰਪਲ ਹੈ ਨਾ। 4/7 ਪਹਿਲਾਂ ਚੱਕ ਲਿਆ ਪਰ ਇਹ 7 ਲੀਟਰ ਚੋਂ ਚੱਕਿਆ, 3/7 ਚੱਕਿਆ ਪਰ x ਲੀਟਰ ਚੋਂ ਚੱਕਿਆ, ਪਤਾ ਹੀ ਨਾ। ਤਾਂ ਫਿਰ ਰੇਸ਼ੋ ਆਪਾਂ ਨੂੰ ਮਿਲਾ ਕੇ 6:5 ਤਾਂ ਵੈਲਿਊ ਕੱਢ ਲਈ, ਬਹੁਤ ਸੌਖਾ ਹੈ। ਅਗਲਾ ਭਾਈ 3 ਸੋਲਿਊਸ਼ਨ ਹੈ, ਕਹਿੰਦਾ 3 ਸੋਲਿਊਸ਼ਨ ਹੈ, 1:2 ਹੈ, 2:3 ਹੈ, 3:4 ਹੈ, ਤੇ ਇਹਨਾਂ ਨੂੰ ਮਿਕਸ ਕੀਤਾ ਕਹਿੰਦਾ ਇਸ ਰੇਸ਼ੋ ਦੇ ਵਿੱਚ 2 4 ਤੇ 1 ਦੇ ਵਿੱਚ। ਕਹਿੰਦਾ ਰਿਜ਼ਲਟੈਂਟ ਮਿਕਸਚਰ ਦੱਸੋ ਕਿੰਨਾ ਹੋਊਗਾ। ਬਹੁਤ ਸਿੰਪਲ ਹੈ, ਮਿਲਕ ਤੇ ਵਾਟਰ ਦਾ ਹੀ ਹੈ। ਦੇਖੋ ਇਹਦੇ ਵਿੱਚ 2 ਹੈ ਤਾਂ ਇਹਦੇ ਵਿੱਚੋਂ ਮੈਂ ਕੀ ਚੱਕ ਲਿਆ 1/3 ਪਲੱਸ ਇਹ 4 ਤੋਂ ਚੱਕਣਾ, ਤਾਂ 4 ਚੋਂ ਕਿੰਨਾ ਚੱਕ ਲਿਆ 2/5 ਪਲੱਸ 1 ਚੋਂ ਕਿੰਨਾ ਚੱਕ ਲਿਆ 3/7 ਰੇਸ਼ੋ। ਫਿਰ ਆਹ 2 ਦੇ ਵਿੱਚੋਂ ਕਿੰਨਾ ਚੱਕੂਗਾ ਮੈਂ ਦੂਸਰਾ ਪਾਣੀ 2/3 ਰਾਈਟ, ਪਲੱਸ 4 ਦੇ ਵਿੱਚੋਂ ਕਿੰਨਾ ਚੱਕੂਗਾ 3/5 ਪਲੱਸ 1 ਦੇ ਵਿੱਚੋਂ ਕਿੰਨਾ ਚੱਕੂਗਾ ਮੈਂ 4/7। ਬਸ ਸਿੰਪਲ ਸੋਲਵ ਹੋ ਗਿਆ ਰਾਈਟ। ਤਾਂ ਕਿੰਨਾ ਆ ਜਾਊਗਾ ਭਾਈ ਇਹ 2/3 ਆ ਗਿਆ, ਤੇ 4 ਦੂਣੀ 8 ਜਿਹੜਾ ਹੋ ਗਿਆ 5 ਆ ਗਿਆ, ਪਲੱਸ ਕਿੰਨਾ ਆ ਗਿਆ 3/7 ਆ ਗਿਆ। ਪਹਿਲਾਂ ਇਸੇ ਨੂੰ ਸੋਲਵ ਕਰ ਲੈਣੇ, ਤਾਂ ਇਹ ਕਿੰਨਾ ਆ ਜਾਊਗਾ 15 7 105, ਤਾਂ 3 ਕਿੰਨਾ ਆ ਜਾਊਗਾ 3 3 9 3 35 35 ਦੂਣਾ 70 ਆ ਗਿਆ, ਤੇ 15 ਤੇ 5 1 5 5 ਦੂਣੀ 10 21 21 8 ਕਿੰਨਾ ਹੁੰਦਾ 168 ਰਾਈਟ ਹੈ। ਫਿਰ 15 ਆ ਜਾਊਗਾ 15 30 ਕਿੰਨਾ ਆ ਗਿਆ 45, ਠੀਕ ਹੈ। ਫਿਰ ਇੱਧਰ ਸੋਲਵ ਕਰਾਂਗੇ, ਦੇਖ ਲੈਣੇ, ਕਿਉਂਕਿ 105 ਹੀ ਇੱਧਰ ਬਣੂਗਾ 3 5 7 ਨਾਲ ਰਾਈਟ। ਇਹਨੂੰ ਜੋੜ ਕੇ ਦੇਖ ਲੈਣੇ, 168 70 ਤੇ 45 ਕਿੰਨਾ ਬਣਦਾ 115, 168 ਤੇ 115 8 ਤੇ 5 13 6 ਤੇ 1 7 ਤੇ 1 8 283 ਬਣ ਗਿਆ। ਤਾਂ 283 ਇੱਧਰ ਆ ਜਾਊਗਾ, ਫਿਰ ਇੱਧਰ ਰੇਸ਼ੋ, ਪਰ ਇਹ ਕੱਢਣ ਦੀ ਲੋੜ ਨਹੀਂ ਕਿਉਂਕਿ ਆਪਸ਼ਨਾਂ ਦੇ ਵਿੱਚ ਆਪਾਂ ਨੂੰ ਡਾਇਰੈਕਟ ਪਤਾ ਲੱਗ ਜਾਊ 283 ਆ ਪਿਆ। ਇਹ ਜ਼ਰੂਰ ਦੇਖ ਲੈਣਾ ਵੀ ਅਨੁਪਾਤ ਪਹਿਲਾਂ ਕਿਹਦਾ ਪੁੱਛਿਆ ਹੋਇਆ, ਪਹਿਲਾਂ ਮਿਲਕ ਦਾ ਹੀ ਹੈ, ਤੇ ਆਪਾਂ ਨੂੰ ਮਿਲਕ ਦਾ ਹੀ ਦਿੱਤਾ ਹੋਇਆ, ਤਾਂ 283 ਰੇਸ਼ੋ 452 ਆ ਗਿਆ। ਹਾਲਾਂਕਿ ਨਨ ਆਫ ਦਿਸ ਦਿੱਤਾ ਹੋਇਆ ਤਾਂ ਮੈਂ ਕਹੂੰਗਾ ਸੋਲਵ ਕਰ ਲਓ, ਕਿਉਂਕਿ ਮੈਨੂੰ ਤਾਂ ਆਨਸਰ ਦਾ ਪਤਾ, ਮੈਂ ਤਾਂ ਬਹੁਤ ਵਾਰੀ ਸੋਲਵ ਕਰਵਾਤਾ, ਪਰ ਫਿਰ ਵੀ ਆਪਾਂ ਸੋਲਵ ਕਰ ਲੈਣੇ। ਤਾਂ ਕਿੰਨਾ ਆ ਗਿਆ 105 ਆ ਗਿਆ, ਤਾਂ ਕਿੰਨਾ ਬਣ ਜੂ 35 35 ਚੌਕਾ 140 ਬਣ ਗਿਆ ਰਾਈਟ ਹੈ। ਫਿਰ ਕਿੰਨਾ ਆ ਜੂਗਾ ਇਹ 5 ਦੂਣੀ 21 21 ਨੂੰ ਕਰੋਗੇ 12 ਨਾਲ, 21 ਨੂੰ ਕਰੋਗੇ 12 ਨਾਲ, ਤਾਂ ਕਿੰਨਾ ਬਣ ਜੂਗਾ 12 1 12 12 2 24 252 ਠੀਕ ਹੈ, ਪਲੱਸ 15 15 ਚੌਕੇ 60, ਤੇ 140 ਤੇ 60 200 200 ਤੇ 252 452, ਤਾਂ ਦੂਸਰੀ ਬਣ ਗਈ 452, ਤਾਂ 283 ਰੇਸ਼ੋ 452 ਆਨਸਰ ਆ ਗਿਆ। ਕੋਈ ਬੜਾ ਟਾਈਮ ਨਹੀਂ ਲੱਗਦਾ, ਸੋਲਵ ਕਰਕੇ ਦੇਖ ਲਓ। ਠੀਕ ਹੋ ਗਿਆ ਭਾਈ, ਬਹੁਤ ਵਧੀਆ। ਅਗਲਾ ਕਹਿੰਦਾ ਐਟ ਦ ਬਿਗਨਿੰਗ ਆਫ ਦ ਟਰਮ ਦ ਰੇਸ਼ੋ ਆਫ ਦ ਨੰਬਰ ਆਫ ਬॉयਜ਼ ਇਨ ਅ ਸਕੂਲ ਅੰਡਰ 15 ਈਅਰਸ ਟੂ ਦੋਜ਼ ਓਵਰ 15 ਈਅਰਸ ਵਾਜ਼ 5:4। ਯਾਨੀ ਇੱਕ ਕਹਿੰਦਾ ਬਿਗਨਿੰਗ ਟਰਮ ਦੀ ਬਿਗਨਿੰਗ ਦੇ ਵਿੱਚ ਨੰਬਰ ਆਫ ਬॉयਜ਼ ਜਿਹੜੇ ਹੈਗੇ ਆ ਕਹਿੰਦਾ 15 ਸਾਲਾਂ ਤੋਂ ਘੱਟ ਵਾਲੇ ਤੇ 15 ਸਾਲਾਂ ਤੋਂ ਜ਼ਿਆਦਾ ਵਾਲੇ, ਉਹਨਾਂ ਦੀ ਜਿਹੜੀ ਰੇਸ਼ੋ ਆ ਭਾਈ ਉਹ ਕਿੰਨੇ ਦੀ ਰੱਖੀ ਹੈ 5:4। ਕਹਿੰਦਾ ਐਟ ਦ ਐਂਡ ਆਫ ਦ ਟਰਮ, ਜਦੋਂ ਟਰਮ ਦਾ ਐਂਡ ਹੋ ਜਾਂਦਾ ਤਾਂ ਕਹਿੰਦਾ ਉਹ ਰੇਸ਼ੋ ਬਣ ਜਾਂਦੀ ਹੈ 7:8। ਕਾਰਨ ਉਹਦਾ ਕੀ ਆ ਕਿ ਜਿਹੜੇ ਵਿੱਚ 20 ਜਾਣੇ ਕਹਿੰਦਾ ਉਹ 15 ਸਾਲਾਂ ਦੇ ਹੋ ਜਾਂਦੇ ਆ। ਯਾਨੀ ਜਿਵੇਂ ਬਹੁਤ ਸਿੰਪਲ ਜੀ ਗੱਲ ਹੈ, ਮੰਨ ਲਓ ਮੈਂ ਜਦੋਂ ਕਾਲਜ ਲੱਗਿਆ
ਤਾਂ ਉਦੋਂ ਮੰਨ ਲਓ ਮੈਂ 18 ਸਾਲਾਂ ਦਾ ਸੀ, 18 ਸਾਲਾਂ ਤੋਂ ਥੋੜਾ ਜਿਹਾ ਘੱਟ ਸੀ, ਪਰ ਜਦੋਂ ਸਾਲ ਹੋ ਗਿਆ ਤਾਂ ਮੈਂ 18 ਸਾਲਾਂ ਦਾ ਹੋ ਗਿਆ। ਤਾਂ ਉਹੀ ਚੀਜ਼ ਹੈ ਕਿ ਪਹਿਲਾਂ 15 ਸਾਲਾਂ ਤੋਂ ਘੱਟ ਵਾਲੇ ਤੇ 15 ਸਾਲਾਂ ਤੋਂ ਵੱਧ ਵਾਲੇ ਉਹਨਾਂ ਦੇ ਰੇਸ਼ੋ 5:4 ਸੀ, ਪਰ ਟਰਮ ਜਦੋਂ ਪੂਰੀ ਹੋ ਗਈ ਤਾਂ ਉਹਨਾਂ ਦੇ ਰੇਸ਼ੋ 7:8 ਬਣ ਗਈ। ਕਾਰਨ ਕੀ ਆ ਕਿ ਜਿਹੜੇ 20 ਜਾਣੇ ਆ ਨਾ, 20 ਜਾਣੇ 15 ਸਾਲਾਂ ਦੇ ਹੋ ਗਏ। ਹੁਣ ਜਦੋਂ ਵੀ ਇਹੋ ਜਿਹਾ ਕੁਐਸਚਨ ਆਇਆਗਾ, ਯਾਨੀ ਇੱਥੇ ਕੀ ਹੋ ਗਿਆ ਕਿ 15 ਤੋਂ ਘੱਟ ਵਾਲੇ ਤੇ 15 ਤੋਂ ਜ਼ਿਆਦਾ ਵਾਲੇ, ਫਿਰ ਰੇਸ਼ੋ ਆ ਬਣ ਗਈ। ਕਾਰਨ ਕੀ ਆ ਕਿ ਜਿਹੜੇ 20 ਵਾਲੇ ਉਹ 15 ਦੇ ਹੋ ਚੁੱਕੇ ਆ, 15 ਜਾਂ 15 ਤੋਂ ਵੱਧ, ਰਾਈਟ। ਹੁਣ ਬਹੁਤ ਸਿੰਪਲ ਗੱਲ ਆ, ਧਿਆਨ ਦੇ ਨਾਲ ਉਹਨਾਂ ਨੇ ਕਿਹਾ ਵੀ ਰੀਚ ਦਾ 15 ਡਿਊਰਿੰਗ ਦਾ ਟਰਮ। ਬਹੁਤ ਸਿੰਪਲ ਹੈ। ਜਦੋਂ ਵੀ ਇਹੋ ਜਿਹਾ ਕੁਐਸਚਨ ਆ ਜਾਏ ਤਾਂ ਡਿਫਰੈਂਸ ਬਰਾਬਰ ਕਰ ਲੈ। ਹੁਣ ਇੱਥੇ ਡਿਫਰੈਂਸ ਹੈਗਾ 1 ਦਾ, 5:4 ਹੀ ਹੈ ਨਾ, ਹਾਂ, ਤੇ ਇੱਥੇ ਡਿਫਰੈਂਸ ਵੀ ਹੈਗਾ 1 ਦਾ, ਇੱਥੇ ਡਿਫਰੈਂਸ ਵੀ ਹੈਗਾ 1 ਦਾ। ਬਹੁਤ ਸਿੰਪਲ ਜੀ ਗੱਲ ਆ। ਦੇਖੋ ਮੈਂ ਕੀ ਕਰਦਾ, ਮੈਂ ਟੋਟਲ ਕੈਂਡੀਡੇਟ ਮੰਨ ਲੈਣਾ। ਜਿਵੇਂ ਫੋਰ ਐਗਜ਼ਾਮਪਲ ਇੱਥੇ ਚਲੋ ਜਿਹੜੇ ਆਪਣਾ ਡਿਫਰੈਂਸ ਦਾ ਬਰਾਬਰ ਇੱਥੇ ਆ ਹੀ ਗਿਆ, ਤਾਂ ਡਿਫਰੈਂਸ ਬਰਾਬਰ ਕਰਨ ਦੀ ਲੋੜ ਹੀ ਨਹੀਂ ਪਈ ਆਪਾਂ ਨੂੰ, ਸਿੱਧਾ ਡਿਫਰੈਂਸ ਬਰਾਬਰ ਹੈ। ਹੁਣ ਮੈਂ ਕੀ ਕਰਨਾ, ਕੈਂਡੀਡੇਟ ਮੰਨ ਲੈਣਾ। ਪਹਿਲਾਂ ਦੇਖੋ ਕੈਂਡੀਡੇਟ ਕਿੰਨੇ ਸੀ, 9, ਤੇ ਇੱਥੇ ਕੈਂਡੀਡੇਟ ਕਿੰਨੇ ਹੋ ਗਏ ਭਾਈ, 15। ਹੁਣ ਕੈਂਡੀਡੇਟ ਤਾਂ ਟੋਟਲ ਕੈਂਡੀਡੇਟ ਤਾਂ ਚੇਂਜ ਨਹੀਂ ਹੋਏ ਨਾ, ਕੋਈ ਬਾਹਰੋਂ ਤਾਂ ਆਇਆ ਹੀ ਨਹੀਂ, ਉਹੀ ਕੈਂਡੀਡੇਟ ਆ। ਆਪਾਂ ਨੂੰ ਕੀ ਕਿਹਾ ਕਿ ਟੋਟਲ ਨੰਬਰ ਆਫ ਬॉयਜ਼ ਗਿਵਨ ਦੈਟ ਨੋ ਬॉय ਲੈਫਟ ਦਾ ਸਕੂਲ ਔਰ ਵਾਜ਼ ਐਡਮਿਟਡ, ਯਾਨੀ ਨਾ ਤਾਂ ਕੋਈ ਸਕੂਲ ਛੱਡ ਕੇ ਗਿਆ, ਨਾ ਹੀ ਕੋਈ ਐਡਮਿਟ ਹੋਇਆ। ਯਾਨੀ ਆਹ ਦੋਨੇ 9 ਤੇ ਆਹ ਦੋਨੇ 15 ਬਰਾਬਰ ਨਹੀਂ ਹੋਣੇ ਚਾਹੀਦੇ, ਤੇ ਜੇ ਬਰਾਬਰ ਹੋਣੇ ਚਾਹੀਦੇ ਤਾਂ ਇਹਨੂੰ ਮੈਂ 9 5 45 ਤੇ ਇਹਨੂੰ 15 3 45 ਕਰ ਨਹੀਂ ਸਕਦਾ, ਕਰ ਸਕਦਾ। 5 ਦੇ ਨਾਲ ਮਲਟੀਪਲਾਈ ਕਰੂੰਗਾ ਤਾਂ 5 5 25 ਬਣ ਗਿਆ, 5 ਚੌਕਾ 20 ਬਣ ਗਿਆ। 3 ਨਾਲ ਮਲਟੀਪਲਾਈ ਕੀਤਾ 3 7 21 ਬਣ ਗਿਆ, 3 8 24 ਬਣ ਗਿਆ। ਹੁਣ 45 45 ਬਰਾਬਰ ਹੋ ਗਏ, ਦੇਖੋ ਰਾਈਟ। ਹੁਣ ਜੇ 45 45 ਬਰਾਬਰ ਹੋ ਗਏ ਤਾਂ ਇਹ 25 ਤੋਂ ਰਹਿ ਗਏ 20 ਤੇ ਇਹ 21 ਤੋਂ ਹੋ ਗਏ 24, 25 ਤੋਂ ਰਹਿ ਗਏ 20, 21 ਤੋਂ ਰਹਿ ਗਏ 24। ਕਾਰਨ ਕੀ ਆ, ਦੇਖੋ ਜਿਹੜੇ ਆਹ 4 ਜਾਣੇ ਆ, 4 ਜਾਣਿਆਂ ਦਾ ਫਰਕ ਪੈਂਦਾ ਨਾ, ਕਿਉਂਕਿ ਪਹਿਲਾਂ ਰੇਸ਼ੋ ਜਿਹੜੀ 15 ਤੋਂ ਘੱਟ ਤੇ 15 ਤੋਂ ਵੱਧ ਦੀ ਰੇਸ਼ੋ ਜਿਹੜੀ ਸੀਗੀ 25 ਤੇ 20 ਸੀ, ਰਾਈਟ ਹੈ ਨਾ। ਯਾਨੀ ਕਹਿਣ ਦਾ ਮਤਲਬ ਕੀ ਹੈ ਕਿ ਜਿਹੜੇ ਆਹ 25 ਜਾਣੇ ਆ, ਇਹ 15 ਤੋਂ ਘੱਟ ਵਾਲੇ ਉਹ 15 ਦੇ ਹੋ ਗਏ, ਰਾਈਟ। ਤਾਂ ਉਹ 4 ਜਾਣੇ ਆ, ਯਾਨੀ ਕਹਿਣ ਦਾ ਮਤਲਬ 4 ਘਟ ਗਏ, ਤੇ ਇਸੇ 4 ਘਟ ਗਏ ਦੀ ਵੈਲਿਊ ਆਪਾਂ ਨੂੰ ਦੇ ਰੱਖੀ ਹੈ 20। ਤੇ ਜੇਕਰ 4 5 20 ਹੈ ਤਾਂ 25 25 125 ਤੇ 20 5 100, ਤਾਂ ਇਹਦਾ ਮਤਲਬ ਟੋਟਲ 225 ਕੈਂਡੀਡੇਟ ਹੈ। ਜਾਂ 45 ਨੂੰ 5 ਨਾਲ ਗੁਣਾ ਕਰ ਲਓ, 225 ਕੈਂਡੀਡੇਟ। ਸਮਝ ਲੱਗ ਗਈ ਨਾ। ਸੋ ਇਹ 25 ਤੋਂ 21 ਰਹਿ ਗਏ, ਜਿਹੜੇ 4 ਜਾਣੇ ਛੱਡ ਗਏ ਉਹੀ 20 ਤੋਂ 24 ਹੋ ਗਏ, 4 ਜਾਣੇ ਇੱਧਰ ਆ ਗਏ। ਕਿਉਂ? ਕਿਉਂਕਿ ਉਹ 15 ਵਾਲੀ ਕੈਟਾਗਰੀ 'ਚ ਆ ਗਏ, ਰਾਈਟ ਹੈ ਨਾ। 4 ਦਾ ਫਰਕ ਪੈ ਗਿਆ, ਠੀਕ ਹੋ ਗਿਆ, ਸਮਝ ਲੱਗ ਗਈ ਭਾਈ। ਸੋ ਬਸ ਆਹੀ ਆਪਣੇ ਕੋਲ ਆਨਸਰ ਹੈ। ਸੋ 45 ਟੋਟਲ ਸੀਗੇ, 45 ਟੋਟਲ ਸੀ, 45 ਨੂੰ ਗੁਣਾ 5 ਨਾਲ ਕਰ ਲਓ, ਟੋਟਲ ਕੈਂਡੀਡੇਟ ਭਾਜੀ, ਠੀਕ ਹੋ ਗਿਆ ਭਾਈ। ਅਗਲਾ ਕੁਐਸਚਨ ਦਿਸ ਰਿਹਾ, ਸਾਰਾ ਕੁਝ ਓਕੇ ਆ ਭਾਈ, ਚੱਲੀ ਜਾਂਦਾ। 4 ਸਾਲ ਪਹਿਲਾਂ 4 years ago ਦਾ ਫਾਦਰ, ਜਦੋਂ ਵੀ ਇਹੋ ਜਿਹਾ ਕੁਐਸਚਨ ਆਵੇ ਤਾਂ ਆਪਸ਼ਨ ਤੋਂ ਕੱਢਣ ਦੀ ਕੋਸ਼ਿਸ਼ ਕਰਿਆ ਕਰੋ। ਫਾਦਰ ਦੀ ਪ੍ਰੈਜ਼ੈਂਟ ਏਜ ਪੁੱਛਿਆ, ਮੈਂ 32 ਸਾਲ ਮੰਨ ਲੈਣਾ ਫਾਦਰ ਦੀ ਪ੍ਰੈਜ਼ੈਂਟ ਏਜ। 4 ਸਾਲ ਪਹਿਲਾਂ ਕਿੰਨੀ ਏਜ ਹੋ ਜੂਗੀ, 28। ਤਾਂ 4 ਸਾਲ ਪਹਿਲਾਂ ਕਹਿੰਦਾ ਪੁੱਤਰ ਦੀ ਏਜ ਦਾ 3 ਗੁਣਾ ਸੀ, 28 3 ਦਾ ਮਲਟੀਪਲ ਬਣਦਾ ਹੀ ਨਹੀਂ, ਤਾਂ ਇਹਦਾ ਮਤਲਬ ਆਨਸਰ ਹੈ ਨਹੀਂ। 36 ਭਾਈ, 36 4 ਸਾਲ ਪਹਿਲਾਂ ਕਿੰਨਾ ਬਣ ਗਿਆ, 32, ਤਾਂ 3 ਗੁਣਾ ਹਜੇ ਵੀ ਨਹੀਂ ਬਣ ਰਿਹਾ। 44 4 ਸਾਲ ਪਹਿਲਾਂ 40, ਤਾਂ ਹਜੇ ਵੀ ਇਹ ਆਨਸਰ ਨਹੀਂ ਬਣ ਰਿਹਾ, ਤਾਂ ਨਨ ਆਫ ਦੀਸ ਆਨਸਰ ਆ ਜਾਊਗਾ। ਪ੍ਰੈਕਟਿਸ, ਰਾਈਟ। ਸੋ ਇਹ ਇਸ ਤਰੀਕੇ ਨਾਲ ਸੋਲਵ ਹੋ ਜਾਊਗਾ। ਹਾਲਾਂਕਿ ਇਹਦਾ ਐਕਚੁਅਲ ਆਨਸਰ 40 ਆਊਗਾ। ਜੇ 40 ਹੈ, ਦੇਖੋ 4 ਸਾਲ ਪਹਿਲਾਂ 36 ਦਾ ਹੋ ਜੂ, ਤਾਂ ਇਹਦਾ ਮਤਲਬ 3 ਗੁਣਾ ਪੁੱਤਰ 12 ਸਾਲਾਂ ਦਾ ਹੋ ਗਿਆ। ਤਾਂ ਉਹਨਾਂ ਨੇ ਕੀ ਕਿਹਾ ਵੀ ਦ ਟੋਟਲ ਏਜਸ ਆਫ ਦਾ ਫਾਦਰ ਐਂਡ ਦਾ ਸਨ ਆਫਟਰ 4 years, 64 ਦਾ ਹੋ ਜੂ। 4 ਸਾਲਾਂ ਬਾਅਦ ਇਹ ਕਿੰਨੇ ਦਾ, ਦੇਖੋ 40 ਦਾ ਹੈ ਨਾ, ਤੇ 4 ਸਾਲਾਂ ਬਾਅਦ ਇਹ ਕਿੰਨੇ ਦਾ ਹੋ ਜੂਗਾ, ਕਿਉਂਕਿ ਦੇਖੋ ਸਿੱਧੀ ਜੀ ਗੱਲ ਹੈ, 12 ਤਾਂ ਅੱਜ ਦਾ, 4 ਸਾਲ ਪਹਿਲਾਂ ਦਾ, 4 ਸਾਲ ਫਰੋਮ ਨਾਓ, ਆਹ 44 ਦਾ ਹੋ ਜੂਗਾ, ਤੇ ਆਹ ਕਿੰਨੇ ਦਾ ਹੋ ਜੂਗਾ, 12 ਤੇ 4 16 ਤੇ 4 20, ਤਾਂ 44 ਤੇ 20 ਕਿੰਨਾ ਬਣ ਗਿਆ, 64। ਤਾਂ ਇਹਦਾ ਮਤਲਬ ਐਕਚੁਅਲ ਆਨਸਰ ਇਹਦਾ 40 ਹੈ। ਨਨ ਆਫ ਥੀਸ ਹੈ, ਇਸ ਕਰਕੇ ਆਨਸਰ ਆ ਗਿਆ। ਅਗਲਾ A ਐਂਡ B ਕਹਿੰਦਾ ਇੱਕ ਪਾਰਟਨਰ ਹੈ, ਦੇ ਇਨਵੈਸਟ ਇਨ ਦਾ ਰੇਸ਼ੋ 5:6, ਠੀਕ ਹੈ ਜੀ। A ਹੈ ਕਹਿੰਦਾ ਉਹ 8 ਮਹੀਨਿਆਂ ਬਾਅਦ ਛੱਡ ਜਾਂਦਾ ਹੈ, B ਕਹਿੰਦਾ ਨਹੀਂ ਛੱਡਦਾ, ਤਾਂ ਪ੍ਰੋਫਿਟ ਮਿਲਦਾ ਹੈਗਾ 5:9। ਤਾਂ B ਨੇ ਕਿੰਨੇ ਟਾਈਮ ਵਾਸਤੇ ਇਨਵੈਸਟ ਕੀਤਾ, ਦੇਖੋ ਭਾਈ। ਤਾਂ ਇਹ 5 8 ਕਿੰਨਾ ਬਣ ਜੂਗਾ, 40 ਬਣ ਜੂਗਾ, ਇਹ ਬਣ ਗਿਆ ਇੰਨਾ। ਤਾਂ ਉਹਨਾਂ ਨੂੰ ਪ੍ਰੋਫਿਟ ਮਿਲਦਾ 5:9। ਤਾਂ 9 ਚੌਕਾ 36, 360 ਆ ਗਿਆ, 5 6 30 x ਆ ਗਿਆ। ਤਾਂ ਕਿੰਨਾ ਆ ਗਿਆ ਭਾਈ, 3 x ਦੀ ਵੈਲਿਊ ਕਿੰਨੀ ਆ ਗਈ, 12। ਤਾਂ ਇਹਦਾ ਮਤਲਬ ਉਹਨੇ 12 ਮਹੀਨੇ ਤੱਕ ਇਨਵੈਸਟ ਕੀਤਾ, ਪੂਰਾ ਸਾਲ। ਸਿੰਪਲ ਹੈ ਨਾ, ਕਿਉਂਕਿ ਜਿੰਨਾ ਟਾਈਮ ਇਨਵੈਸਟ ਕਰੂਗਾ ਉਨੇ ਟਾਈਮ ਦਾ ਹੀ ਪ੍ਰੋਫਿਟ ਮਿਲਣਾ। ਤਾਂ 5 8 40 ਆ ਗਿਆ, 6 ਗੁਣਾ x ਆ ਗਿਆ, 5:9 ਆ। ਅਗਲਾ ਭਾਈ
कहता जी एवरेज नंबर ऑफ रनस गिवन पर विकेट 35 रन फॉर ए बॉलर हू हैड टेकन द 45 विकेट। देखो भाई हुण जे 45 विकटां ले गया टोटल तो हरेक विकेट ते 35 रन पे आ तो टोटल रन उन्हें इन्ने पवाते होणगे, राइट। इस तो बाद कहता इफ द बॉलर टुक 5 विकेट्स, जेकर कहता वो 5 विकटां ले जाता एंड 60 रन दिंदा तो हुण उहदी नवीं एवरेज दसो कितनी होगी बॉलर की। देखो बहुत सिंपल गल है, 45 गुणा 35 ये टोटल रन पवाते, हरेक विकेट ते 35 रन पाउंदा तो 45 विकटां ते किन्ने रन पै जाणगे, 45 नूं गुणा 35 नाल कर लो तो 5 5 कितना आ गया 25 आ गया, 4 5 20, 5 30 15, 15 ते 2 17 ते कितना आ जाऊगा 20 37, 4 30 12, 1575 आ गया, राइट। 1575 तो ये कितना बन गया जी 1575 आ गया, राइट। हुण 1575 की थां ते 60 रन उन्हें होर पवाते, यानी रन किन्ने हो गए 1635, राइट। 1635 7 6 13 1635 रन हो गए, 1635 रन हो गए पर विकटां भी कितनी हो गई क्योंकि उन्हें अज विकटां 5 होर लैनियां तो 50 विकटां हो गई तो एवरेज बन जूगी 5 1 5 5 30 15 5 दूनी 10 5 7 तो 32.7 की एवरेज होगी, 32.7। सिंपल। चलिए जी अगला क्वेश्चन करते हैं, एवरेज तो फिर क्वेश्चन कहता 11 प्लेयर की एवरेज ऑफ द 11 प्लेयर इन ए क्रिकेट टीम इज 28 ईयर्स। 11 प्लेयरों की जी एवरेज है कहता वो 28 है, यानी इन्हों का टोटल जो बन जूगा जी वो कितना बन जूगा 308 बन गया, 2 ते 8 ठीक है, हाँ 308 बन गया। कहता ऑफ आउट ऑफ दीज द एवरेज एज ऑफ द 3 ग्रुप्स, 3 ग्रुप बना ले, कहता 3 ग्रुपों की एवरेज जी हैगी भाई वो एक दी 25 है, एक 3 ग्रुप बना ले वो 28 है, एक 3 ग्रुप बना लिया उन्होंने एवरेज 30 है। कहना इन दीज ग्रुप द कैप्टन तो यंगेस्ट प्लेयर को छड़ता, उन्होंने कढ़ता आर नॉट इनकलूडिड। कैप्टन जेकर कहता 11 साल यंगेस्ट प्लेयर तो वड्डा तो कैप्टन की उम्र दसनी कितनी है। देखो भाई हुण 9 जाने हो गए, 3 ग्रुप जो बन गए 3 ते 6 ते 3 9 तो 25 30 75 आ गया, 28 30 84 आ गया, 30 30 90 आ गया, तो इन्हों का जोड़ जो बनूगा वो कितना बन जूगा 8 ते 9 कितना बन गया 17 ते 7 24, तो 249 जोड़ बन गया। तो 308 के विचों मैं 9 जाने का जोड़ घटा देना 349 249, तो 18 जोड़ कड्ढे 9 9 चों 4 कड्ढे 5 तो 59 आ गया, 59 आ गया। हुण जिहड़े 59 जोड़ आया ये जिहड़े 59 जोड़ आया गए कैप्टन तो यंगेस्ट प्लेयर का आया, क्योंकि 9 जाने तो निकल गए सिर्फ 2 जाने रह गए, तो कैप्टन तो यंगेस्ट प्लेयर के एज का फर्क कितना है 11 सालों का, तो यंगेस्ट प्लेयर कट दो 70/2 तो कैप्टन की जी उम्र आ गई वो कितनी आ गई जी 35 आ गई, 35 सालों का कैप्टन हो गया। सिंपल है ना, क्योंकि 308 टोटल जोड़ बनता गा 3 ग्रुपों का 25 30 75 28 30 84 30 30 90 है ना, तो जोड़ के 249 बन गया, 308 चो 249 घटा 59 बन गया, तो बेसिकली कैप्टन की उम्र आप कढ़ ली। अगला भाई द कैप्टन ऑफ द क्रिकेट टीम ऑफ द 11 प्लेयर इज 25 ईयर ओल्ड। कैप्टन की कहता उम्र जी हैगी जी वो 25 साल है, तो विकेट कीपर की जी एवरेज है कहता वो 3 साल वड्डा, यानी विकेट कीपर की एवरेज जी हैगी वो 28, एवरेज नहीं उम्र 28 है, राइट। कहता इफ द एज ऑफ दीज एक्सक्लूडिड, जेकर इन्हों की उम्र आप कढ़ दी तो एवरेज ऑफ द रिमेनिंग प्लेयर ਜਿਹੜੇ बाकी प्लेयर बचे देते कहता उन्होंने 1 साल घट जाती जी एक्चुअल एवरेज पूरी टीम की होंगी है। हुण मान लो 11 जणियां की एवरेज जी हैगी एक्स है, तो हुण 2 जाने कढ़ते तो हुण उन्होंने एवरेज रहेगी x - 1, यानी 11 जणियां का जोड़ जो बनता वो 11x बनता, तो हुण 9 जणियां का जो जोड़ बनता वो 9x - 1 बनता। ये क्यों घट गया, कारण की है कि इन्हों के विचों मैं इन्हों दोनों को कढ़ता, तो दोनों को कढ़ता तो कितना कढ़ गया 25 ते 28 कितना होंगे 53 उम्र कढ़ती, इस करके तो हो गया। बस फिर 11x - 9x + 1 बराबर कितना आ गया 53, इतने 52 आ जाऊगा, तो 11x तो 9x कढ़ोगे तो 2x बराबर कितना आ गया जी 52, तो 2 कितना आ गई जी x की वैल्यू 26 आ गई है ना, x की वैल्यू कितनी आ गई 26 आ गई। तो x की वैल्यू जेकर 26 आ गई, 26 तो आंसर ही है नहीं, कितने फर्क पै गया। अच्छा इतने 9 आऊगा ना, हाँ -9x + 9 आऊगा, ठीक है ना, तो इतने 53, तो 53 जो 9 घटाओगे कितना आ जाऊगा 44 है ना, तो 2x बराबर कितना आ गया जी 44 आ गया, तो x की वैल्यू कितनी आ गई 22 आ गई, तो x की वैल्यू 22 आ गई, तो आ पाया 22 इज द राइट आंसर। अपन पूछा है कि व्हाट इज द एवरेज ऑफ द होल टीम, x की वैल्यू पूछा 22 आ गई। अगला भाई
कहता 26% आयरन कहता मिक्सचर दे विच है। हाउ मच मिक्सचर कहता चाहिए 91 किलोग्राम आयरन। देखो ਇਹਦਾ मतलब की है कि 26% बराबर ਜਿਹੜਾ ਹੈਗਾ ਉਹ 91 किलोग्राम ਦੇ ਆ। ਤਾਂ ਆਪਾਂ ਨੂੰ 100% ਦੀ ਵੈਲਿਊ ਪੁੱਛਿਆ ਤਾਂ 91 ਵਟਾ 26 ਗੁਣਾ 100 ਤਾਂ 13 दूना 26 13 7 91 2 50 50 7 350 ਤਾਂ 350 ਗ੍ਰਾਮ ਮਿਕਸਚਰ ਚਾਹੀਦਾ ਜਿਹਦੇ ਵਿੱਚ 26% ਆਇਰਨ ਹੋਊ। 350 ਇਜ਼ ਰਾਈਟ ਆਨਸਰ। ਸੌਖਾ। इफ द प्राइस ऑफ द मैंगो इंक्रीज बाय 20%। देखो ये क्वेश्चन बहुत बार कराया मैं। 60 रुपया ਦੇ ਵਿੱਚ ਕਹਿੰਦਾ ਉਹ 5 मैंगो घट खरीदा कारण की है कि हुण 20% प्राइस वध गया। 20 5 100 तो 5 12 यानी हुण प्राइस है जिहड़ा 12/5 यानी 2.4 रुपये आ गए। हुण दा प्राइस आ गया। ये हुण दा प्राइस आ गया है ना। जे हुण दा प्राइस आ गया तो अपन ओरिजिनल प्राइस पूछया। हुण देखो ओरिजिनल प्राइस जेकर 100% तो हुण दा प्राइस 120% आ। 120% की वैल्यू अपने को 2.4 है तो 100% की वैल्यू पूछे तो 2.4 बटा 120 गुणा 100 20 छिक्का 20 पाँजा 6 चौका 0.4 ਨੂੰ 5 ਨਾਲ गुणा कर दो तो कितना आंसर आ जाऊगा 2 रुपये। तो ओरिजिनल प्राइस है जोड़ा अपना कितना भाई 2 रुपये है। नवा प्राइस 2.4 है। हुण जे तुहानूं लगदा कि तुहाडा मैथ हजे वीक है एवें तुहानूं किसी ने कराया नहीं तो मैं डिटो सारा कुछ एवें करा रखिया। अपना मैथ का कोर्स है वो तुसीं लै सकते हो खरीद सकते हो। एप्लीकेशन इंस्टॉल करने जी मैं स्टार्टिंग हजे क्वेश्चन पे आप कर रहे हैं क्वेश्चन राइट है जोड़ा मैं स्टार्टिंग दिखाया सीगा भाई एप्लीकेशन ठीक है तुसीं लै सकते हो। थोड़ी जी प्रमोशन भी जरूरी होंदी है हालांकि मैं ये बड़ा ज़्यादा घट बोलदा पर फिर भी बोलना चाहिए क्योंकि बहुत जानने नूं लोड़ है एक्चुअल कंटेंट की। तो क्लास प्लस इंस्टॉल कर सकते हो जे तुहाडे कोल आईफोन है iOS यूजर हो तो क्लास प्लस इंस्टॉल करके एक ऑर्गेनाइजेशन कोड फिल करना MHWIH राइट। एंड इतने टेस्ट सीरीज वगैरह भी है तुम अपने टेस्ट भी लगा सकते हो चाहे नैब है चाहे SI है राइट वो भी लगा सकते हो। तो बाकी एप्लीकेशन तुम वैसे इंस्टॉल कर सकते हो एंड्रॉयड के सीधा रेस अकैडमी ऑफिशियल सर्च करके समझ लग गई। तो उत्थे बहुत वधिया कोर्स पे है मैथ भी तुम पढ़ सकते हो राइट हो गया भाई। चलो कहना जी पिछला हो गया ना क्वेश्चन। हाँ कहना सोहन ने 23% स्पेंड करते अमाउंट ऑफ मनी एंड इंश्योरेंस कंपनी 23% उन्होंने पैसे लाते। फिर कहना उन्हें 33% फूड ते लाते ठीक है। फिर कहना उन्हें 19% चिल्ड्रन एजुकेशन ते लाते। फिर उन्हें 16% रिक्रिएशन ते लाते। ही डिपॉजिट द रिमेनिंग अमाउंट जी 504 रुपए की बैंक के डिपॉजिट कराना। पहले तो आ देखो तो 23 20 ते 30 50 50 ते 10 60 ते 70 70 बन गया 70 ते 3 73 ते 76 76 ते 9 कितना बन गया 76 ते 9 85 85 ते 6 91 तो 91% बन गया। बाकी रिमेनिंग ਇਹਦਾ मतलब 9% बचा तो 9% किहदे बराबर है 504 दे। तो उन्हें पूछा भी टोटल उन्हें कितना स्पेंड किया फूड ते इंश्योरेंस पॉलिसी ते। हुण इंश्योरेंस पॉलिसी ते किया 23% तो फूड ते किया 33% 23 ते 33 यानी 56% तो 56% की वैल्यू कढ़नी है बस। तो 504 बटा 9 गुणा 56 तो 9 5 45 9 छीका 54 तो 56 का स्केयर आ गया। 56 का स्केयर 31 36 होंगे 31 36 आंसर आ गया। देख लो एक बार चेक कर लो वैसे 31 26 31 36 होंगे बाकी चेक कर लो कोई चक्कर वाली गल ही नहीं ठीक है ना। इस तो बाद भाई अगला क्वेश्चन व्हाट इज़ द वैल्यू ऑफ M एंड N कहता M8458N कहता इन्हों डिवाइड कर दो भाई 88 ते राइट। तो M तो N की सिंगल डिजिट यानी कि पता करो बहुत सिंपल है। देखो 88 का मतलब की होंगे 11 गुणा 8 11 गुणा 8 का मतलब भी तुम 11 गुणा 2 गुणा 4 कह सकते हो। एंड 4 की डिविजिबिलिटी का पता भी आखिरी डिजिट है जोड़ा भाई वो 4 से जाना चाहिए आखिरी 2 डिजिट। जो 4 की डिविजिबिलिटी जी 8 भी हो तो आखिरी 3 देख लो तो 4 देख लेना। तो हूँ जे N की वैल्यू देखा तो 4 6 4 2 तो यदा मतलब जेकर मैं 4 पुट करा तो जाता है 6 पुट करूँगा तो 4 तो नहीं जाता 4 पुट करूँगा तो जाता है 2 पुट कर देने तो नहीं जाता। यदा मतलब 2 ऑप्शन तो डायरैक्ट कट्टे गए ना आ हो सकता है तो ना ही आ हो सकता है। सिंपल है। हुण मेरा मतलब कहने का यह है कि N की वैल्यू तो पक्की होगी जी कि 4 है। N की वैल्यू पक्की होगी जी कि 4 है। हुण 11 की डिविजिबिलिटी सारे पता हो एक अखर छड्ड के जिवें M + 4 फिर 4 + 8 बराबर होना चाहिए ਜਿਹੜੇ बाकी अखर रह गए 8 5 13 तो 13 ते 4 17 राइट यानी 17 बन गया। तो इधर M + 12 आ गया। हुण बराबर करने वास्ते M की वैल्यू की पुट करिए 5 तो 12 क्योंकि इतने 6 है 18 17 रह जूगा तो 12 ते 5 17
ਤਾਂ 5 ਤੇ 4 ਆਨਸਰ ਆ ਗਿਆ। ਕਿੰਨਾ ਜ਼ਿਆਦਾ ਸੌਖਾ ਤੇ ਕਿੰਨਾ ਜ਼ਿਆਦਾ ਸੁਧਾਰਨ ਹੈ। ਸਮਝ ਲੱਗੀ ਭਾਈ। ਸੋ ਇਹ ਮੈਥ ਕਰਨ ਦੇ ਤਰੀਕੇ ਆ। ਹਾਲਾਂਕਿ ਬਹੁਤ ਸਾਰੇ ਕੁਐਸਚਨ ਆਪਣੀ ਐਪਲੀਕੇਸ਼ਨ ਤੇ ਪਏ ਆ, ਬਹੁਤ ਸਾਰੇ ਬੱਚੇ ਕਹਿੰਦੇ ਵੀ ਸੋਲੂਸ਼ਨ ਦਿਓ, ਪਰ ਉਹੀ ਗੱਲ ਆ ਵੀ ਬੰਦਾ ਇਕੱਲਾ ਸੋਲੂਸ਼ਨ ਬਹੁਤ ਜ਼ਿਆਦਾ। ਪਰ ਫਿਰ ਹੁਣ ਜਿਹੜਾ ਹਫਤਾ ਰਹਿ ਗਿਆ ਆਪਣਾ ਕਿ ਨੈਬ ਤਹਿਸੀਲਦਾਰ ਦਾ ਪੇਪਰ ਆ ਜਾਂ SI ਦਾ ਪੇਪਰ ਆ, ਇਹ ਸਾਰੇ ਟੈਸਟਾਂ ਵਾਲੇ ਆ। ਸੋ ਟੈਸਟ ਆਪਣੇ ਲਾਈ ਚਲੋ, ਐਪਲੀਕੇਸ਼ਨ ਇੰਸਟਾਲ ਕਰਕੇ ਇਹ ਪ੍ਰੈਕਟਿਸ ਕਰੀ ਚਲੋ, ਤੁਹਾਡਾ ਕੁਐਸਚਨ ਕੋਈ ਨਹੀਂ ਰੁਕਦਾ। ਹੁਣ ਇਹ ਲਗਾਤਾਰ ਜਿਹੜਾ ਅਗਲਾ ਹਫਤਾ ਆਪਾਂ ਮੈਥ ਕਰਦੇ ਜਾਵਾਂਗੇ। GS ਦੇ ਮੈਂ ਮੈਗਾ ਸੈਸ਼ਨ ਆਲਰੇਡੀ ਦੇਤੇ ਤੁਹਾਨੂੰ, ਹੋਰ ਵੀ ਮੈਗਾ ਸੈਸ਼ਨ ਮੈਂ GS ਦੇ ਦੇ ਦੂੰਗਾ, ਚਾਹੇ SSS ਆ। ਪਰ ਯਕੀਨ ਮੰਨੋ ਕਿ ਸਭ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ। ਵਾਰ-ਵਾਰ ਕਰਕੇ ਦੇਖੋਗੇ, ਵੀਡੀਓ ਪੌਜ਼ ਕਰਕੇ ਦੇਖੋ, ਆਪ ਸੋਲਵ ਕਰੋ, ਰਾਈਟ। ਫਿਰ ਇਹ ਤੁਹਾਨੂੰ ਕੁਐਸਚਨ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ। ਚਲੋ ਖੈਰ, ਅਗਲਾ ਕੁਐਸਚਨ ਕੀ ਹੈ? ਕਹਿੰਦਾ 3 ਡਿਫਰੈਂਟ ਕੰਟੇਨਰਸ ਕੰਟੇਨ ਡਿਫਰੈਂਟ ਕੁਆਲਿਟੀਜ਼ ਆਫ ਮਿਲਕ ਐਂਡ ਵਾਟਰ ਮਿਕਸਚਰ ਹੈ, ਹੂਜ ਮੈਜਰਮੈਂਟ ਕਹਿੰਦਾ 403 ਗ੍ਰਾਮ ਹੈ, 434 ਗ੍ਰਾਮ ਹੈ ਤੇ 465 ਗ੍ਰਾਮ ਹੈ। ਵਾਟ ਸ਼ੁੱਡ ਬੀ ਦਾ ਹਾਈਐਸਟ ਵੇਟ ਜਿਹੜਾ ਕਿ ਵਿਚ ਕੈਨ ਮੈਜਰ ਆਲ ਦਾ ਡਿਫਰੈਂਟ ਕੁਆਂਟੀਟੀਜ਼, ਯਾਨੀ ਕਿ ਸਾਰੀਆਂ ਕੁਆਂਟੀਟੀ ਨੂੰ ਹਾਈਐਸਟ ਵੇਟ ਆ ਜਿਹੜਾ ਸਾਰਿਆਂ ਨੂੰ ਯਾਨੀ ਡਿਵਾਈਡ ਕਰ ਦੇ। ਬਹੁਤ ਸਿੰਪਲ ਹੈ, ਸਿੱਧਾ ਹੀ ਡਿਵਾਈਡ ਕਰਕੇ ਦੇਖ ਲਓ, ਰਾਈਟ। ਜੇਕਰ ਦੇਖੋਗੇ ਤਾਂ 403, ਹੁਣ ਤਾਂ ਸਿੱਧੀ ਜੀ ਗੱਲ ਹੈ, 7 ਤੇ ਕਰਕੇ ਦੇਖ ਲਓ ਤਾਂ 31 ਤੇ ਜਾਂਦਾ ਬੇਸਿਕਲੀ। ਇਹਨਾਂ ਦਾ HCF ਕੱਢਣਾ ਹੁੰਦਾ। ਹੁਣ HCF ਨੂੰ ਕੱਢਣ ਦਾ ਤਰੀਕਾ ਕੀ ਹੈ? ਆਨਸਰ ਤਾਂ ਸਿੱਧਾ 31 ਆ ਗਿਆ। HCF ਕੱਢਣਾ ਕਿਉਂਕਿ ਹਾਈਐਸਟ ਕਾਮਨ ਫੈਕਟਰ ਕੱਢਣਾ ਜਿਹੜਾ ਸਾਰਿਆਂ ਨੂੰ ਵੰਡ ਦੇ, ਹੈ ਨਾ। ਸੋ 403 ਤੇ 34 ਡਿਫਰੈਂਸ ਦੇਖੋਗੇ ਤਾਂ 31 ਦਾ, ਡਿਫਰੈਂਸ ਦੇਖੋਗੇ ਤਾਂ 31 ਦਾ, ਤਾਂ ਇਹਦਾ ਮਤਲਬ ਇਹਦਾ 31 ਹੀ HCF ਹੈ। ਨਹੀਂ ਤਾਂ ਭਾਈ ਹੋਰ ਬਹੁਤ ਸਾਰੇ ਤਰੀਕੇ HCF ਨੂੰ ਕੱਢਣ ਦੇ। ਤਾਂ ਤੁਸੀਂ ਕੀ ਕਰ ਸਕਦੇ ਹੋ? ਇਸ ਤਰੀਕੇ ਦੇ ਨਾਲ 434 403 ਡਿਵਾਈਡ ਕਰ ਦਿਓ। 403 ਨੂੰ 1 ਨਾਲ ਡਿਵਾਈਡ ਕਰੋਗੇ ਤਾਂ ਮਲਟੀਪਲਾਈ ਕਰੋਗੇ ਤਾਂ ਫਿਰ ਆ ਗਿਆ 31, ਫਿਰ ਅੰਦਰ ਆ ਜੂ 403, ਰਾਈਟ। ਫਿਰ ਉਹੀ ਗੱਲ ਹੈ ਕਿ ਇਹਨੂੰ ਕਰੋਗੇ 31 1 31, ਫਿਰ 9 ਬਚ ਗਿਆ 93, 31 30 93 ਕੱਟਿਆ ਗਿਆ, ਤੇ ਇਹਦਾ ਤਾਂ 31 ਤੇ ਪੂਰਾ ਕੱਟਿਆ ਗਿਆ। ਤਾਂ 31 ਨੂੰ ਫਿਰ 465 ਤੇ ਕਰਕੇ ਦੇਖ ਲਓ, ਕੱਟਿਆ ਜੋ ਵੀ 31 1 31 ਤੇ ਫਿਰ 31 5 ਆ, ਰਾਈਟ। ਇਹਨੂੰ ਵੀ 31 ਨਾਲ ਕਰਕੇ ਦੇਖੋ, 31 1 31 31 ਚੌਕਾ, 31 1 31 31 13, ਤਾਂ 31 ਹਾਈਐਸਟ ਕਾਮਨ ਫੈਕਟਰ ਆ ਗਿਆ, HCF ਆ ਗਿਆ, ਤਾਂ 31 ਹੀ ਇਹਦਾ ਆਨਸਰ ਆ ਜਾਊਗਾ। ਸਮਝ ਲੱਗ ਗਈ? ਸੋ ਭਾਈ ਕਿੰਨੇ ਕੁ ਤੁਹਾਡੇ ਕੁਐਸਚਨ ਸੋਲਵ ਹੋਏ ਆ, ਕਿੰਨੇ ਤੁਹਾਡੇ ਤੋਂ ਨਹੀਂ ਨਿਕਲੇ, ਕੋਈ ਬਾਹਲਾ ਮੈਟਰ ਨਹੀਂ ਕਰਦਾ। ਆਪਣੀ ਬਸ ਤਿਆਰੀ ਖੂਬ ਕਰਕੇ ਜਾਣੀ ਹੈ। ਹੁਣ ਜਿਹੜੇ ਮੈਂ ਸੈਸ਼ਨ ਲਾਉਂਦਾ ਜਾਊਂਗਾ, ਇਹ ਮੈਂ ਐਂਡ ਤੇ ਤਾਂ ਰੱਖਿਆ ਕਿਉਂਕਿ ਮੈਂ GS ਪੂਰੀ ਕਰਤੀ। ਬਾਕੀ ਟੈਸਟ ਵਗੈਰਾ ਤੁਸੀਂ ਦੇਣਾ ਚਾਹੁੰਦੇ ਹੋ, ਆਪਣੀ ਤਿਆਰੀ ਦੇਖਣਾ ਚਾਹੁੰਦੇ ਹੋ, ਐਪਲੀਕੇਸ਼ਨ ਇੰਸਟਾਲ ਕਰੋ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਕਿਵੇਂ ਲੱਗਿਆ ਸੈਸ਼ਨ ਇਹ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸ ਕੇ ਜਾਓ, ਤੇ ਬਾਕੀ ਮਿੱਤਰਾਂ ਪਿਆਰਿਆਂ ਨੂੰ ਵੀ ਦੱਸੋ ਕਿ ਭਾਈ ਇਸ ਚੈਨਲ ਤੇ ਬਹੁਤ ਸੋਹਣਾ ਕੰਟੈਂਟ ਆ ਜਿਹੜਾ ਪੜਾਇਆ ਜਾਂਦਾ ਹੈ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਆਪਾਂ ਹੋਰ ਨਵੇਂ ਵੀਡੀਓ ਨਾਲ ਮਿਲਦੇ ਰਹਾਂਗੇ। ਬਾਕੀ ਇਸ ਵੀਡੀਓ ਨੂੰ ਬਾਕੀਆਂ ਤੱਕ ਵੀ ਪਹੁੰਚਾਓ, ਰਾਈਟ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਬਾਬਾ ਨਾਨਕ ਮਿਹਰ ਕਰੇ। ਥੈਂਕ ਯੂ ਸੋ ਮਚ।